ਨਾਤੀ ਧੋਤੀ ਸੰਭੀ ਸੁੱਤੀ ਐ ਨਿਚਿੰਦ ਖਰੀਦਾ ਰਹੀ ਸੋ ਵੇੜੀ ਹਿੰਗਦੀ ਗਈ ਕਥੂਰੀ ਗੰਧ। ਨਾਤੀ ਧੋਤੀ ਸੰਭੀ ਸੰਭੀ ਨਹਾਉਣਾ ਧੋਣਾ ਹੁੰਦਾ ਪਹਿਲਾਂ ਜਿਹੜਾ ਹੈ ਨਾ ਥੋੜਾ ਜਿਹਾ ਮਨ ਨੂੰ ਜਿਵੇਂ ਆਪਾਂ ਗਿਆਨ ਹਾਸਲ ਕਰ ਲਿਆ ਨਾ, ਗਿਆਨ ਹਾਸਲ ਜਿਹੜਾ ਕਰ ਲਿਆ ਉਹ ਨਾਤੀ ਧੋਤੀ ਪਹਿਲਾ ਮਨ ਮੈਲਾ ਹੁੰਦਾ ਨਾ, ਜੋ ਗਿਆਨ ਦੇ ਨਾਲ ਸੰਤੋਖ ਤੱਕ ਦੀ ਜਿਹੜੀ ਅਵਸਥਾ ਹੈ ਉਹ ਹੈਗਾ ਮਨ ਦੀ ਅਗਿਆਨਤਾ ਨੂੰ ਦੂਰ ਕਰ ਲਿਆ। ਮਾਇਆ ਛੱਡਤੀ ਨਾਤੀ ਧੋਤੀ। ਮਾਇਆ ਵੇਖ ਹੈ ਨਾ, ਦੇਖ ਜਿਹੜੀ ਹੈ ਲਾਤੀ ਨਾਲੋਂ ਜਿਹੜਾ ਮਨ ਧੋਵੋ ਸ਼ਬਦ ਲਾਗੋ ਰਹੋ ਹਰਸ਼ੋਂ ਚ ਤਲਾਏ। ਜਦੋਂ ਹਰਸ਼ੋਂ ਚ ਤਲਾਇਆ ਹੋਇਆ ਜਿੰਨਾ ਚਿਰ, ਇਹ ਵੀ ਤੀਜੇ ਪਾਤਸ਼ਾਹ ਦਾ ਹੀ ਹੈ, ਆ ਵੀ ਉਸ ਵੇਲੇ ਦਾ ਹੀ ਹੈ। ਜ਼ਿਆਦਾ ਤੀਜੇ ਪਾਤਸ਼ਾਹ ਦੀ ਵਿਆਖਿਆ ਕਰ ਰਿਹਾ ਉਹ ਉਸ ਵੇਲੇ ਹੀ ਹੋਇਆ ਨਾ, ਹੋ ਸਕਦਾ ਸੁਣਦਾ ਵੀ ਰਿਹਾ ਹੋਵੇ ਨਾਲ। ਨਾਤੀ ਧੋਤੀ ਸੁੱਤੀ ਐ ਨਿਚਿੰਦ ਜਦ ਨਹਾਤਾ ਧੋਤੇ ਦੇ ਬਾਅਦ ਕਹਿੰਦਾ ਵੀ ਨਹਾ ਲੈ ਸੁਰਤਾ, ਕਹਿੰਦਾ ਵੀ ਨਹਾ ਲੈ ਹੁਣ ਹੋਸ਼ ਹੋਣਾ ਆਈ ਹੈ, ਹੋਸ਼ ਸੁਰਤਾ ਦੀ ਗਰਮੀਆਂ ਦੇ ਮਹੀਨੇ ਐ ਸੁਰਤਾ ਆਈ ਹੈ। ਨਹਾਤੇ ਦੇ ਬਾਅਦ ਗਿਆਨ ਦੇ ਬਾਅਦ ਤਾਂ ਸੁਰਤੇ ਹੀ ਹੈ। ਸਭ ਹੀ ਤਾਂ ਸਭੜਿਆ ਮਨ, ਮਨ ਡੋਲਦਾ ਰਿਹਾ ਨਾ, ਡੋਲਣ ਤੋਂ ਮਨ ਸੰਭਲ ਗਿਆ, ਸੁਰਤ ਸੰਭਲ ਗਈ। ਸਭ ਹੀ ਸੁੱਤੀ ਐ ਨਿਚਿੰਦ ਫੇਰ ਬੜੀ ਨੀਂਦ ਆਈ ਹੈ, ਬੇਫਿਕਰੀ ਹੋ ਗਈ। ਨਿਚਿੰਤ ਨਿਚਿੰਤ ਹੋਣਾ ਹੀ ਸੌਣਾ, ਨਿਚਿੰਤ ਵੀ ਨਿਚਿੰਤ ਕੋਈ ਗੱਲ ਨਹੀਂ। ਇਹ ਦੱਦਾ ਬੋਲਦਾ, ਆਪਾਂ ਦੱਦਾ ਬੋਲਦੇ ਨਿਚਿੰਤ। ਖਰੀਦਾ ਰਹੀ ਸੋ ਵੇੜੀ ਹਿੰਗਦੀ ਗਈ ਕਥੂਰੀ ਗੰਧ। ਰਹੀ ਸੋ ਬੇਟੀ ਹਿੰਗ ਦੀ ਰਹੀ ਕਥੂਰੀ ਗੰਧ। ਜਿੰਨਾ ਚਿਰ ਕਸਤੂਰੀ ਤੇ ਹਿੰਗ ਚੜੀ ਰਹੀ ਸੀ ਨਾ, ਕਸਤੂਰੀ ਉੱਤੇ ਥੱਲੇ ਸੀ, ਉੱਤੇ ਲਵੇਟਦੀ ਹਿੰਗ, ਉਹਦੀ ਸਮੈਲ ਹਿੰਗ ਦੀ ਆਉਂਦੀ ਸੀ, ਕਸਤੂਰੀ ਦਾ ਪਤਾ ਨਹੀਂ ਲੱਗਿਆ। ਜਦ ਨਹਾ ਕੇ ਧੋ ਕੇ ਕਸਤੂਰੀ ਦੇ ਉੱਤੋਂ ਹਿੰਗ ਲੈ ਗਈ, ਗਈ ਕਥੂਰੀ ਗੰਧ, ਫਿਰ ਕਸਤੂਰੀ ਦੀ ਗੰਧ ਪ੍ਰਗਟ ਹੋਈ। ਜਿੰਨਾ ਚਿਰ ਨਹਾਤਾ ਧੋਤਾ ਨਹੀਂ ਸੀ, ਜਿੰਨਾ ਚਿਰ ਗਿਆਨ ਨਹੀਂ ਸੀ, ਉਹਨਾਂ ਚਿਰ ਕਸਤੂਰੀ ਦੀ ਗੰਧ ਨਹੀਂ ਸੀ, ਉਹਨਾਂ ਚਿਰ ਮਾਇਆ ਦੀ ਗੰਧ ਹੁੰਦੀ ਸੀ। ਜਦ ਗੱਲ ਕਰਦਾ ਸੀ ਮੁੱਖ ਆਪ ਦਿੱਤਾ ਕੇ ਦੁਰਗੰਧ, ਜਦ ਬੋਲਦਾ ਸੀ ਉਹ ਦੁਰਗੰਧ ਹੁੰਦੀ ਸੀ। ਜਦ ਅੰਦਰ ਉਹ ਧੋਤਾ ਗਿਆ ਸਾਰਾ ਕਸਤੂਰੀ ਦੀ ਆਈ, ਫਿਰ ਦੁਰਗੰਧ ਆਉਣ ਲੱਗ ਗਈ। ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ, ਖਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਜੋਬਨ ਜਾਂਦੇ ਨਾ ਡਰਾਂ, ਜਿਹੜਾ ਕਵੀ ਫਰੀਦ ਕੋਲ ਪਹਿਲਾ ਗਿਆਨ ਹੈ ਨਾ, ਪਹਿਲਾਂ ਵੀ ਗਿਆਨ ਹੈ ਨਾ, ਪਹਿਲਾਂ ਵੀ ਲਿਖਦਾ ਰਿਹਾ ਕਬੀਰ ਵਾਂਗੂ, ਕੱਚੀ ਬਾਣੀ ਸੀ। ਜਿਉਂ ਜਿਉਂ ਉਹਨੂੰ ਛੱਡ ਰਿਹਾ ਪਿਛਲੇ ਗਿਆਨ ਨੂੰ, ਉਹ ਜੋਬਨ ਜਾ ਰਿਹਾ। ਜਿਹੜਾ ਪਹਿਲਾ ਗਿਆਨ ਹੈ ਨਾ ਲਿਆ ਹੋਇਆ, ਤਾਂ ਕਹਿੰਦਾ ਮੰਦਰ ਢਾ ਦੇ, ਮਾਜਰ ਢਾ ਦੇ, ਉਹ ਬੜਾ ਸਮਝਦਾ ਵੀ ਮੈਂ ਤਾਂ ਬਸ ਸਭ ਕੁਝ ਢਾ ਰਿਹਾ। ਨਹੀਂ ਫਰੀਦ ਦਾ ਹੈ ਜੀ, ਫਰੀਦ ਵੀ ਫਰੀਦ ਤੋਂ ਹੀ ਚੱਲੀ ਹੋਈ ਗੱਲ ਹੈ ਅਸਲ 'ਚ। ਬੁੱਲਾ ਦਾ ਬਾਅਦ 'ਚ ਆਇਆ, ਬੁੱਲਾ ਦਾ ਹਵਾ ਦਾ ਬੁੱਲਾ ਤੇ ਕਿਤੋਂ ਨੂੰ ਆਇਆ ਹੋਊਗਾ। ਇਹ ਅਸਲ 'ਚ ਫਰੀਦ ਜਿਹੜਾ ਹੈਗਾ ਰੈਵੋਲੂਸ਼ਨਰ ਫਰੀਦ ਹੈ ਪਹਿਲਾਂ ਸਾਡੇ ਕੋਲ। ਇਹ ਜਿਹੜਾ ਜਿੱਥੋਂ ਬੁੱਲਾ ਆਇਆ ਨਾ, ਉਹਦੇ ਵਿੱਚ ਪਹਿਲਾਂ ਫਰੀਦ ਹੈ, ਪਾਚੇ ਬੁੱਲਾ। ਹੁਣ ਬੁੱਲੇ ਵਾਲੀਆਂ ਗੱਲਾਂ ਤਾਂ ਲੋਕਾਂ ਕੋਲ ਹੈ, ਫਰੀਦ ਵਾਲੀਆਂ ਹੈ ਜੀ। ਫਰੀਦ ਵਾਲੀ ਔਖੀ ਹੈ। ਜਿਹੜਾ ਹੈ ਕਬੀਰ ਦੇ ਵੀ ਉਹ ਸ਼ਲੋਕ ਨੇ ਸਾਡੇ ਵਿਦਵਾਨਾਂ ਕੋਲ, ਜਿਹੜੇ ਗੁਰਬਾਣੀ ਚ। ਇਹ ਫਰੀਦ ਦੇ ਪਹਿਲੇ ਸ਼ਲੋਕ ਨੇ, ਪਹਿਲੀ ਸਟੇਜ ਦੀਆਂ ਗੱਲਾਂ ਨੇ ਜਿਹੜੀਆਂ ਜੋਬਨ ਜਿਹੜਾ ਛੱਡਤਾ ਉਹਨੇ। ਜੋਬਨ ਜਾਂਦੇ ਨਾ ਡਰਾਂ, ਹਾਂ, ਜੇ ਸਹਿ ਪ੍ਰੀਤ ਨਾ ਜਾਏ, ਜੇ ਸਹਿ ਪ੍ਰੀਤ ਨਾ ਜਾਏ। ਖਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਜਿਹੜਾ ਗਏ ਮੇਰੇ ਕਮਲਾਏ। ਅੰਦਰ ਪਹਿਲਾ ਗਿਆਨ ਹੈ ਬੁੱਧ ਵਾਲਾ ਹੈ, ਬੁੱਧ ਵਾਲੀ ਹੀ ਜੋਬਨ ਹੈ। ਸਰੀਰਕ ਬਲ ਜਿਹੜਾ ਇਹ ਵੀ ਜੋਬਨ, ਜਦੋਂ ਸਰੀਰ ਦਾ ਬਲ ਚਲੇ ਜਾਂਦਾ ਜੋਬਨ ਵੀ ਨਾਲੇ ਚਲੇ ਜਾਂਦਾ।
ਬੜੇ ਪਿਜਕੀ ਜਾਂਦਾ, ਸਰੀਰ ਦਾ ਬਲੇ ਜਾਂਦਾ। ਸਰੀਰ ਦੇ ਬਲ ਨਾਲ ਹੀ ਜੋਬਨ ਹੈ। ਬਿਮਾਰ ਹੋ ਜਾਵੇ ਸਰੀਰਕ ਬਲ ਚਲਿਆ ਗਿਆ, ਜੋਬਨ ਵੀ ਚਲਾ ਗਿਆ। ਜਿਉਂ-ਜਿਉਂ ਸਰੀਰਕ ਬਲ ਤਕੜਾ ਹੁੰਦਾ ਜਾਂਦਾ, ਉਹਨਾਂ ਚਿਰ ਜਿਹੜਾ ਸਰੀਰ ਦਾ ਜਿਹੜੀ ਬਣਤਰ ਹੈ, ਸਰੀਰ ਦਾ ਸੋਹਣਾ ਲੱਗਦਾ, ਉਹਨੂੰ ਜੋਬਨ ਕਹਿੰਦੇ ਆ ਅਸੀਂ, ਜੋ ਅੱਖਾਂ ਨੂੰ ਦੀਦਾ। ਇਹ ਜੋਬਨ ਉਹ ਹੈ ਜਿਹੜਾ ਅੱਖਾਂ ਨੂੰ ਨਹੀਂ ਦੀਦਾ। ਇਹ ਬੁੱਧ ਵਾਲਾ ਹੈ, ਆਪਣੀ ਬੁੱਧ ਸੀ ਪਹਿਲੀ। ਹਾਂ, ਜੋ ਵੀ ਉਹ ਪਹਿਲੇ ਧਰਮ ਦੇ ਵਿੱਚੋਂ ਜੋ ਸਿੱਖਿਆ। ਜੋਬਨ ਜਾਂਦੇ ਨਾ ਡਰਾਂ, ਜੇ ਸਾਹਿਬ ਪ੍ਰੀਤ ਨਾ ਜਾਏ, ਫਰੀਦਾ ਕਿਸੇ ਜੇ ਮੈਂ ਪਹਿਲਾ ਜਿਹੜਾ ਜੋਬਨ ਪਹਿਲਾ ਗਿਆਨ ਤਜ ਰਿਹਾ ਛੱਡ ਰਿਹਾ, ਤਾਂ ਮੈਨੂੰ ਕੋਈ ਡਰ ਨਹੀਂ ਹੋਵੇ ਛੱਡਣ ਦਾ, ਜੇ ਮੇਰੀ ਸਹਿ ਦੇ ਨਾਲ ਪ੍ਰੀਤ ਨਾ ਟੁੱਟੇ। ਜੇ ਪ੍ਰੀਤ ਟੁੱਟੇ ਤਾਂ ਪਹਿਲਾ ਗਿਆਨ ਨਹੀਂ ਛੱਡੀਦਾ ਹੁੰਦਾ, ਚਾਹੇ ਉਹ ਮਾੜਾ ਵੀ ਹੋਵੇ। ਪ੍ਰੀਤ ਝਿੜਕਾ ਨਹੀਂ ਬਣਾ ਚਾਹੀਦਾ। ਹਾਂ, ਪ੍ਰੀਤ ਝਿੜਕਾ ਨਹੀਂ ਬਣਾ ਚਾਹੀਦਾ। ਉਹ ਪਹਿਲੇ ਵਾਲੀ ਉਹ ਪ੍ਰੀਤ ਬਥੇਰੀ ਹੈ। ਜਿਹੜੀ ਪਹਿਲੇ ਵਾਲੀ ਪ੍ਰੀਤ ਸੀ, ਜੇ ਪੂਰੀ ਨਹੀਂ ਹੈ, ਕਲੀਅਰ ਨਹੀਂ ਹੈ, ਕਮ ਸੇ ਕਮ ਜਿੰਨੀ ਹੈ ਉਨੀ ਬਹੁਤ ਹੈ। ਪਰ ਜੇ ਉਹ ਵੀ ਨਾ ਰਹੇ, ਜਿਹੜੇ ਗਿਆਨ ਨਾਲ ਪਹਿਲੀ ਪ੍ਰੀਤ ਵੀ ਨਾ ਰਹੇ, ਉਹ ਨਹੀਂ ਗਿਆਨ ਲਈਦਾ ਹੁੰਦਾ, ਫਿਰ ਉਹ ਪਹਿਲਾਂ ਨਹੀਂ ਛੱਡੀਦਾ ਹੁੰਦਾ। ਜੇ ਪਹਿਲੀ ਪ੍ਰੀਤ ਨਾਲ ਅੱਗੇ ਗੂੜੀ ਪ੍ਰੀਤ ਪਾਉਣ ਵਾਲਾ ਗਿਆਨ ਮਿਲ ਜਾਵੇ, ਵਿਚਾਰਧਾਰਾ ਮਿਲ ਜਾਵੇ, ਫਿਰ ਪਹਿਲੀ ਛੱਡ ਦੇਈਦੀ ਹੁੰਦੀ ਹੈ। ਐਂ ਕਹਿ ਰਿਹਾ ਹੋ, ਪਹਿਲੀ ਜਿਹੜੀ ਵਿਚਾਰਧਾਰਾ ਉਹ ਮੈਂ ਤਾਂ ਮੈਨੂੰ ਡਰ ਨਹੀਂ ਉਹਦਾ ਛੱਡਣ ਦਾ, ਕਿਉਂਕਿ ਮੇਰੀ ਸਹਿ ਦੇ ਨਾਲ ਪ੍ਰੀਤ ਨਹੀਂ ਟੁੱਟ ਰਹੀ। ਮੈਂ ਨਹੀਂ ਡਰਦਾ, ਇਸ ਕਰਕੇ ਨਹੀਂ ਡਰਦਾ, ਉਹਨਾਂ ਚਿਰ ਨਹੀਂ ਡਰਦਾ। ਜੇ ਸਾਹਿਬ ਪ੍ਰੀਤ ਨਾ ਜਾਏ, ਜੇ ਲਫ਼ਜ਼ ਹੈ, ਕੰਡੀਸ਼ਨ ਹੈ, ਉਹਨਾਂ ਚਿਰ ਮੈਨੂੰ ਡਰ ਨਹੀਂ ਜਿੰਨਾ ਚਿਰ ਮੈਨੂੰ ਪ੍ਰੀਤ ਮੇਰੀ ਬਣੀ ਹੋਈ ਹੈ। ਜੇ ਸਾਹਿਬ ਪ੍ਰੀਤ ਨਾ ਜਾਏ, ਫਰੀਦਾ ਕਿੰਤੀ ਜੋਬਨ ਪ੍ਰੀਤ ਵਿਨ ਸੁੱਕ ਗਏ ਕਮਲਾਏ। ਇਹ ਫਰੀਦ ਨੂੰ ਕੋਈ ਇਹਦੇ ਨਾਲ ਦਾ ਸਵਾਲ ਕਰ ਰਿਹਾ ਕਿ ਤੂੰ ਵਿਚਾਰਧਾਰਾ ਕਿਉਂ ਛੱਡ ਰਿਹਾ ਆਪਣੀ। ਉਹਨੂੰ ਜਵਾਬ ਦੇ ਰਿਹਾ ਵੀ ਮੈਨੂੰ ਡਰ ਨਹੀਂ ਛੱਡਣ ਦਾ, ਜੇ ਮੇਰੀ ਪ੍ਰੀਤ ਟੁੱਟ ਨਹੀਂ ਰਹੀ, ਤੋੜ ਨਹੀਂ ਰਹੇ, ਵਧਾ ਰਹੇ। ਜੇ ਸਾਹਿਬ ਪ੍ਰੀਤ ਨਾ ਜਾਇਆ, ਜੋ ਜੇ ਲਫ਼ਜ਼ ਵਰਤ ਰਿਹਾ, ਨਾ ਡਰਾਂ। ਮੈਂ ਪਰਸਨਲ ਗੱਲ ਕਰ ਰਿਹਾ, ਡਰਾਂ ਕਰ ਰਿਹਾ। ਮੈਂ ਤਾਂ ਨਹੀਂ ਡਰਦਾ, ਉਹਨਾਂ ਚਿਰ ਮੈਨੂੰ ਡਰ ਨਹੀਂ ਜਿੰਨਾ ਚਿਰ ਮੇਰੀ ਪ੍ਰੀਤ ਸਹਿ ਦੇ ਨਾਲ ਟੁੱਟਦੀ ਨਹੀਂ, ਤੋੜਦੇ ਨਹੀਂ। ਜਿੰਨਾ ਚਿਰ ਮੈਨੂੰ ਸੱਚ ਨੂੰ ਤੋੜਦੇ ਨਹੀਂ। ਸਹਿ ਸੱਚ ਨੂੰ ਕਹਾਂਗੇ ਅਸੀਂ। ਸਹਿ ਜਿਹੜਾ ਹੈਗਾ ਸੱਚ ਹੁੰਦਾ, ਸੱਚ ਸਭਨਾ ਦਾ ਖਸਮ ਹੈ। ਜੇ ਸਾਹਿਬ ਪ੍ਰੀਤ ਨਾ ਜਾਏ, ਫਰੀਦਾ ਕਿੰਤੀ ਜੋਬਨ ਪ੍ਰੀਤ ਵਿਨ ਸੁੱਕ ਗਏ ਕਮਲਾਏ। ਕਿੰਨੇ ਹੀ ਜਿਹੜੇ ਸੱਚ ਤੇ ਪ੍ਰੀਤ ਤੇ ਸਖਣੇ ਸੀ, ਸੱਚ ਨਾਲ ਜਿਹਨਾਂ ਦੀ ਪ੍ਰੀਤ ਨਹੀਂ ਸੀ, ਉਹ ਤਾਂ ਕਿੰਨੇ ਹੀ ਸੁੱਕ ਗਏ, ਕਮਲਾ ਗਏ। ਇੱਥੇ ਕਿੰਨੇ ਹੀ ਜਿਹੜੇ ਔਲੀਏ ਸੀ, ਬਿਨਾਂ ਸੱਚ ਤੇ ਸੰਤ ਸੀ, ਅਖੀਰ ਨੂੰ ਨਿਰਾਸ਼ ਹੋ ਗਏ, ਕਮਲਾ ਗਏ। ਕਮਲਾ ਜਾਂਦਾ ਨੂੰ ਫੜ ਨਹੀਂ ਲੱਗਦਾ ਹੁੰਦਾ, ਉੱਗੇ ਵੀ ਨਹੀਂ। ਜਿਹੜੀ ਟਾਹਣੀ ਨੂੰ ਫੜ ਨਹੀਂ ਲੱਗਦਾ, ਕਮਲਾ ਜਾਂਦੀ। ਕਮਲਾ ਵੀ ਤਾਂ ਫੜ ਕੀ ਲੱਗਣਾ, ਗਾਂ ਹੋਰ ਪੱਤਾ ਵੀ ਨਹੀਂ ਫੜਦਾ ਨਾ। ਉਹ ਇੱਕ ਥਾਂ ਜਾ ਕੇ ਖੜ ਗਏ, ਉੱਥੇ ਹੀ ਕਮਲਾ ਆ ਗਏ, ਨਹੀਂ ਮਿਲਿਆ ਕੁਛ, ਨਿਰਾਸ਼ ਹੋ ਗਏ। ਕਬੀਰ ਵੀ ਨਿਰਾਸ਼ ਹੋਇਆ ਸੀ ਉਦੋਂ। ਨਿਰਾਸ਼ਤਾ ਦੇ ਵਿੱਚੋਂ ਹੀ ਆਸ ਪ੍ਰਗਟ ਹੋਈ ਉਹਦੇ। ਉਹ ਤਾਂ ਉਹਦੇ ਕੋਲ ਮਗਰ ਵਾਲੇ ਕਿਤੇ ਆਉਂਦੇ ਸੀ, ਗੱਲਬਾਤ ਸੁਣਦਾ ਸੀ। ਤਾਂ ਉਦੋਂ ਪੜੀਆਂ ਮੂੜ ਚੱਕ ਕੇ ਮਾਲਾ ਪਰੇ ਮਾਰੀ ਵੀ ਚਲੋ ਬਈ। ਕੁਛ ਗੱਲ ਉਹਨਾਂ ਦੀ ਇਹਨਾਂ ਨਾਲ ਠੋਸ ਸੀ, ਜੋ ਕਰਦੇ ਸੀ ਗੱਲ, ਕੁਛ ਗੱਲਾਂ ਉਹਨਾਂ ਦੀਆਂ ਠੋਸ ਸੀ। ਜਿਵੇਂ ਪੁੰਨ ਪਾਪ ਬਾਰੇ ਉਹਨਾਂ ਦੀ ਗੱਲ ਠੋਸ ਸੀ। ਅੱਖਾਂ ਨੂੰ ਨਹੀਂ ਦੀਦਾ, ਇਹ ਗੱਲ ਉਹਨਾਂ ਦੀ ਠੋਸ ਸੀ। ਉਹ ਮੂਰਤੀ ਦਾ ਦਰਸ਼ਨ ਕਰਾਉਂਦੇ ਨੇ, ਉਹ ਕਹਿੰਦਾ ਅੱਖਾਂ ਨੂੰ ਦੇਖਣ ਵਾਲੀ ਚੀਜ਼ ਦੀ। ਮੂਰਤੀ ਦਾ ਵੀ ਨਾ ਕਰਾਉਣ, ਮੂਰਤੀ ਦੇ ਵਿੱਚੋਂ ਵੀ ਜੋ ਬਾਹਰੋਂ ਦਰਸ਼ਨ ਹੋਣਾ ਮੂਰਤੀ ਦਾ ਹੀ ਹੈ। ਜੇ ਮੂਰਤੀ ਦੇ ਇਲਾਵਾ ਵੀ ਦਰਸ਼ਨ, ਮੂਰਤੀ ਦੇ ਵਿੱਚੋਂ ਵੀ ਕਿਸੇ ਚੀਜ਼ ਦਾ ਦਰਸ਼ਨ, ਉਹ ਵੀ ਅੱਖਾਂ ਨਾਲੇ ਹੋਣਾ। ਜੇ ਜੋਤ ਆ ਉਹ ਵੀ ਅੱਖ ਨਾਲੇ ਦੇਖਣਗੇ। ਅੱਗੇ ਗੁਰੂ ਘਰ ਨੇ ਤਾਂ ਫੱਟੀਓ ਪਹੁੰਚਦੇ, ਉਹਨਾਂ ਨੇ ਕਿਹਾ ਵੀ ਜੋ ਕੁਝ ਵੀ ਹੈ ਸਭ ਅੰਦਰ ਹੈ, ਸਭ ਕੁਝ ਘਰ ਮੈਂ ਬਾਹਰ ਬਾਹਰ। ਜਿਹੜਾ ਬਾਹਰ ਟੋਲਦਾ ਵੀ ਹੈ ਉਹ ਵੀ ਭਰੂ, ਕੁਛ ਵੀ ਚੀਜ਼ ਬਾਹਰ ਨਹੀਂ। ਬਾਹਰ ਟੋਲਣਾ ਹੀ ਭਰਮ ਭੁਲਾਉਣਾ।
ਜਿੱਥੇ ਮਿਲੂਗਾ ਕਿੱਥੋਂ, ਜਿੱਥੇ ਟੋਲਦਾ ਸੀ, ਜਿੱਥੇ ਟੋਲਦਾ ਸੀ ਉੱਥੇ ਚੀਜ਼ ਮਿਲਣੀ ਹੈ। ਹਾਂਜੀ। ਰੀਤਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਕਿੰਨਾ ਹੀ ਪ੍ਰੀਤ ਜਿਹੜਾ ਜੋਬਨ ਹੈ ਕਿੰਨਾ ਹੀ ਸੁੱਕ ਗਏ। ਜਦ ਸੁੱਕ ਜਾਂਦਾ ਕੋਈ ਬਿਰਛ, ਕਮਲਾ ਜਾਂਦਾ ਹੈ, ਉਹਦਾ ਜੋਬਨ ਚਲਾ ਜਾਂਦਾ। ਦਰਖਤ ਦਾ ਵੀ ਜੋਬਨ ਉਨਾ ਚਲਿਆ ਜਿੰਨਾ ਚ ਹਰਾ ਭਰਾ। ਜੇ ਸੁੱਕ ਜਾਂਦਾ ਹੈ, ਆ ਕਮਲਾ ਜਾਂਦਾ ਹੈ, ਉਹਦਾ ਜੋਬਨ ਚਲਾ ਜਾਂਦਾ। ਜਿਹੜਾ ਆਦਮੀ ਨਿਰਾਸ਼ ਹੋ ਜਾਂਦਾ ਹੈ, ਕਿਸੇ ਚੀਜ਼ ਚੋਂ ਵੀ ਨਿਰਾਸ਼ ਹੋ ਜਾਏ, ਕਿਸੇ ਕੰਮ ਚੋਂ ਵੀ ਹੋ ਜਾਏ, ਇਹ ਵੀ ਕੰਮ ਹੈ। ਧਰਮ ਦੇ ਮਾਰਗ ਤੇ ਚੱਲਿਆ ਸੀ, ਗੱਲ ਨਹੀਂ ਬਣੀ, ਜੋ ਚਾਹੁੰਦਾ ਸੀ ਨਹੀਂ ਮਿਲਿਆ, ਨਿਰਾਸ਼ ਹੋ ਰਸਤਾ ਸੁੱਕ ਗਿਆ, ਕਮਲਾ ਗਿਆ। ਰੀਦਾ ਚਿੰਤ ਖਟੋਲਾ ਬਾਣ ਦੁਖ ਬਿਰਹਿ ਪਿਸ਼ਾਵਣ ਲੇਪ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਜਿਹੜੇ ਸੁੱਕ ਗਏ, ਕਮਲਾ ਗਏ, ਉਹ ਤੋਂ ਪਹਿਲਾਂ ਦਾ ਜਿਹੜਾ ਜੀਵਨ ਕੀ ਹੁੰਦਾ, ਚਿੰਤ ਖਟੋਲਾ, ਅਜੋ ਫਲ ਆਇਆ ਨਹੀਂ, ਫਲ ਆ ਨਹੀਂ ਰਿਹਾ, ਚਿੰਤਾ ਹੈ। ਕਬੀਰ ਨੂੰ ਚਿੰਤਾ ਮਾਲਾ ਫੇਰਦਾ ਰੋਜ਼, ਕੁਛ ਨਹੀਂ ਪ੍ਰਾਪਤੀ ਹੋ ਰਹੀ। ਜਿੰਨਾ ਚਿਰ ਆਪਾਂ ਕੋਈ ਚੀਜ਼ ਖੋਦਦੇ ਹਾਂ, ਖਜ਼ਾਨਾ ਪੱਟਦੇ ਹਾਂ, ਇੱਥੇ ਟੋਆ ਪੱਟਿਆ, ਇੰਨਾ ਪੱਟਿਆ ਕਿ ਵੀ ਮਿਲਿਆ ਨਹੀਂ, ਸ਼ਾਮ ਨੂੰ ਨਾਸ਼ਤਾ ਹੋ ਜਾਂਦਾ, ਕੱਲ ਨੂੰ ਨਹੀਂ ਮਿਲਣਾ, ਨਹੀਂ ਮਿਲਣਾ। ਜਿੰਨਾ ਚਿਰ ਕੋਈ ਚੀਜ਼ ਮਿਲ ਨਹੀਂ ਜਾਂਦੀ, ਰੋਜ਼ ਨਵਾਂ ਟੋਆ ਪੱਟੀ ਜਾਓ, ਜਾਂ ਉਸ ਨੂੰ ਗਾਹਾਂ ਦੇ ਗਾਹਾਂ ਪੱਟੀ ਜਾਓ, ਕੋਈ ਮਿਲੇ ਨਾ, ਕੋਈ ਉਹਦਾ ਨਿਸ਼ਾਨੀ ਮਾੜੀ ਮੋਟੀ ਬਣਾ ਮਿਲੇ ਵੀ ਹਾਂ ਅੱਗੇ ਹੈ ਕੁਛ, ਕੋਈ ਥਾਂ ਬਣਾ ਮਿਲੇ ਵੀ ਆਸ ਬਣਾ ਵੱਜੇ ਵੀ ਕੁਛ ਮਿਲ ਜੂਗਾ, ਉਹਨਾਂ ਚਿੰਤ ਖਟੋਲਾ ਹੀ। ਚਿੰਤਾ ਦੀ ਖਾੜ ਤੇ ਹੀ ਬੈਠਾ, ਚਾਰੇ ਪਾਸੇ ਚਿੰਤਾ ਹੀ ਹੈ। ਖਟੋਲਾ ਕਹਿੰਦੇ ਨੇ ਚਾਰ ਬਾਈਆਂ ਵਾਲੇ ਨੂੰ, ਉਹਨਾਂ ਦੇ ਚਾਰੇ ਪਾਸੇ ਚਿੰਤਾ ਹੀ ਚਿੰਤਾ। ਖਟੋਲਾ ਬਾਣ ਦੁਖ ਬੁਣਿਆ ਹੋਇਆ ਕਾਹਦਾ, ਦੁੱਖਾਂ ਦਾ। ਖਾੜ ਤੇ ਖਟੋਲਾ ਬਣਦਾ। ਖਟੋਲਾ ਛੋਟੀ ਮੰਜੀ ਨੂੰ ਕਹਿੰਦੇ ਨੇ। ਬਾਣ ਦੁਖ ਬਿਰਹਿ ਪਿਸ਼ਾਵਣ ਲੇਪ। ਉਹ ਜਿਹੜਾ ਬੁਣਿਆ ਹੋਇਆ, ਅਸੀਂ ਜਿਹਨੂੰ ਮੰਜੀ ਕਹਿੰਦੇ ਆ ਨਾ, ਛੋਟਾ ਮੰਜੀ, ਉਹਨੂੰ ਖਟੋਲਾ ਕਹਿੰਦੇ ਨੇ। ਬਾਣ ਦੁੱਖ, ਦੁੱਖਾਂ ਦਾ ਬਾਣ, ਦੁੱਖ ਬਿਰਹਿ ਪਿਸ਼ਾਵਣ ਲੇਪ। ਜਿਹੜਾ ਉੱਤੇ ਵਿਛਾਇਆ ਹੋਇਆ, ਵਿਛਾਈ ਹੈ, ਉਹ ਵਿਜੋਗ ਦੀ ਬਿਰਹਾ, ਬਿਰਹਾ ਵਿਛਾਵਣ ਲੇਪ। ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਆਹੀ ਜੀਵਨ ਹੈ ਸਾਡਾ। ਉਹਨਾਂ ਚਿਰ ਆਹੀ ਜੀਵਨ ਹੈ ਜਿੰਨਾ ਚਿਰ ਪ੍ਰਾਪਤੀ ਨਹੀਂ ਹੈ ਸੰਤ ਦਾ। ਕਿਸੇ ਵੀ ਸੰਤ ਦਾ ਜੀਵਨ ਐਸਾ ਹੋਣਾ ਚਾਹੀਦਾ ਜਿੰਨਾ ਚਿਰ ਉਹਨੂੰ ਪ੍ਰਾਪਤੀ ਨਹੀਂ। ਆਹ ਜੀਵਨ ਸੰਤ ਦਾ ਜੇ ਨਹੀਂ ਹੈ ਤਾਂ ਉਹਨੂੰ ਪ੍ਰਾਪਤੀ ਹੋਣੀ ਹੋਣੀ, ਉਹਨੂੰ ਨਹੀਂ ਪ੍ਰਾਪਤ, ਉਹ ਪ੍ਰਾਪਤੀ ਵੱਲ ਜਾਏ ਨਹੀਂ ਰਿਹਾ। ਜੇ ਉਹ ਗੁਰੂ ਅਮਰਦਾਸ ਨੇ ਹੋਰ ਕੁਝ ਕਿਹਾ, ਉਹਦਾ ਕੁਝ ਜਿਹੜੇ ਕਹਿੰਦੇ ਨੇ, ਕਬੀਰ ਕਹਿੰਦਾ ਜਿਨ ਕਿਛ ਜਾਣਿਆ ਨਹੀਂ ਤੈਨੂੰ ਸੁਖ ਨੀਂਦ ਵਿਹਾਏ। ਜਾਣਿਆ ਕੁਛ ਨਹੀਂ, ਸੁਖ ਦੀ ਨੀਂਦ ਸੌਂਦੇ ਨੇ, ਉਹਨਾਂ ਨੇ ਪ੍ਰਾਪਤੀ ਉਹ ਨਹੀਂ ਕਰਨੀ ਕੁਛ, ਉਹਨਾਂ ਦਾ ਟਾਰਗੇਟ ਹੀ ਨਹੀਂ ਕੁਛ ਪ੍ਰਾਪਤੀ। ਪਰ ਇਹੋ ਜਿਹਾ ਜੀਵਨ ਹੈ ਜਿਹਦਾ ਚਿੰਤ ਖਟੋਲਾ ਬਾਣ ਦੁੱਖ ਬਿਰਹਿ ਵਿਛਾਵਣ ਲੇਪ, ਉਹਨੂੰ ਨੀਂਦ ਕਿਵੇਂ ਆ ਜੂ? ਇਹੋ ਜਿਹੇ ਖਟੋਲੇ ਤੇ ਨਾ ਨੀਂਦ ਆਵੇ ਨਾ ਚੈਨ ਆਵੇ। ਇਹੋ ਜਿਹੀ ਜ਼ਿੰਦਗੀ ਦੇ ਵਿੱਚ ਨਾ ਨੀਂਦ ਆਵੇ ਨਾ ਚੈਨ ਆਵੇ, ਵਾਂਗ ਮੁੜੇ ਮੁੜ ਜਾਏ। ਹਾਂ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ। ਇਹ ਹਮਾਰਾ ਕਹਿੰਦਾ ਮੇਰਾ ਤਾਂ ਜੀਵਨ ਹੈ ਜੀ, ਤੂੰ ਸੱਚੇ ਸਾਹਿਬ ਸੱਚੇ ਦੇਖ, ਤੂੰ ਦੇਖ ਲੈ। ਹੁਣ ਮੈਂ ਤੇਰੇ ਖਾਤਰ ਦੁਨੀਆ ਛੱਡੀ, ਤੈਂ ਮੈਨੂੰ ਇਹੋ ਜਿਹਾ ਜੀਵਨ ਦਿੱਤਾ। ਤੇਰੇ ਖਾਤਰ ਮੈਂ ਸੰਸਾਰ ਛੱਡਿਆ, ਤੈਂ ਮੈਨੂੰ ਆਹ ਜੀਵਨ ਦਿੱਤਾ। ਤੂੰ ਦੇਖ ਲੈ ਵੀ ਮੇਰੇ ਨਾਲ ਇਨਸਾਫ ਕੀਤਾ, ਤਾਂ ਵੀ ਮੇਰੇ ਨਾਲ ਇਨਸਾਫ ਕੀਤਾ। ਬਸ ਇੱਥੇ ਤੂੰ ਸਾਹਿਬ ਸੱਚੇ ਦੇਖ ਕੇ ਚੁੱਪ ਕਰ ਗਿਆ ਵੀ ਮੈਨੂੰ ਮਿਲਿਆ ਕਿ ਆ ਮਿਲਿਆ। ਪ੍ਰਾਪਤੀ ਕੀ ਸੀ? ਦੁਨੀਆ ਦੁੱਖਾਂ 'ਚ ਮੈਂ ਸੁਖ ਦੀ ਪ੍ਰਾਪਤੀ ਵਾਸਤੇ ਸੰਤ ਬਣਿਆ ਸੀ, ਧਰਮ ਦਾ ਮਾਰਗ ਲਿਆ ਸੀ, ਮੈਨੂੰ ਆ ਕੁਝ ਦਿੱਤਾ। ਇਦੋਂ ਦਾ ਲੋਕ ਸੁਖੀ ਨੇ, ਭੁੱਲੇ ਤਾਂ ਹੋਏ ਨੇ। ਇਹ ਭੁੱਲੇ ਹੋਏ ਨੇ ਬਿਰਹੇ ਨੂੰ। ਜਿਸ ਦਿਨ ਬਿਰਹਾ ਨਾ ਉਪਜਾ, ਮੇਰੇ ਅੰਦਰ ਬਿਰਹਾ ਉਪਜਿਆ।
ਉਹ ਦੁੱਖ ਵੀ ਨਹੀਂ ਦਿੰਦਾ ਥੱਲੇ, ਬਾਈਆਂ ਵੀ ਨਹੀਂ ਦਿੰਦੀਆਂ, ਬਿਰਹਾ ਹੀ ਦਿੰਦੀ ਹੈ। ਵਿਸ਼ਾਵਣ ਲੇਪ ਉਹ ਬਿਰਹਾ ਨਾਲ ਉਹ ਵੀ ਢਕਿਆ, ਥੱਲੇ ਦੁੱਖ ਹੈ, ਦੁੱਖ ਗੁਪਤ ਹੈ, ਵਿਜੋਗ ਮੂਹਰੇ ਉੱਪਰ ਹੈ, ਵਿਜੋਗ ਦੇ ਥੱਲੇ ਦੁੱਖ ਨੇ ਢਕੇ ਹੋਏ। ਖਟੋਲਾ ਵੀ ਵਿਜੋਗ ਦੇ ਥੱਲੇ ਹੀ ਆ। ਜਿੰਨਾ ਚਿਰ ਵਿਜੋਗ ਹੈ, ਸੰਜੋਗ ਨਹੀਂ ਹੁੰਦਾ, ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਦੁੱਖ ਚਿੰਤਾ ਔਰ ਚਿੰਤਾ ਬਣੀ ਰਹਿਣੀ। ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਬਿਰਹੋ ਨਾ ਪੁਜੇ ਸੋ ਤਨ ਜਾਣ ਮਸਾਨ। ਕਹਿੰਦਾ ਬਿਰਹਾ ਬਿਰਹਾ ਦਾ ਰੌਲਾ ਤਾਂ ਸਾਰੇ ਹੀ ਪਾਉਂਦੇ ਨੇ। ਬਿਰਹਾ ਬਿਰਹਾ ਕੂਕਦੇ ਨੇ ਸਾਰੇ ਹੀ। ਬਿਰਹਾ ਬਿਰਹਾ ਦੀ ਉਦੋਂ ਪ੍ਰਚਾਰ ਸੀਗਾ। ਬਿਰਹਾ ਬਿਰਹਾ ਦਾ ਪ੍ਰਚਾਰ ਮਾਰਕੀਟ ਦੇ ਵਿੱਚ ਸੰਤਾਂ ਦੇ ਕੋਲ ਥਾ, ਤਾਂ ਬੋਲ ਰਿਹਾ ਉਹ। ਜੋ ਗੱਲ ਮਾਰਕੀਟ ਦੇ ਵਿੱਚ ਹੁੰਦੀ ਹੈ ਉਸ ਵੇਲੇ ਉਸੇ ਦੀ ਚਰਚਾ ਹੁੰਦੀ ਹੈ। ਇਹ ਚਰਚਾ ਦਾ ਵਿਸ਼ਾ ਸੀ, ਧਰਮ ਦੇ ਖੇਤਰ 'ਚ ਚਰਚਾ ਦਾ ਵਿਸ਼ਾ ਵਿਯੋਗ ਸੀ। ਉਹ ਬਿਰਹਾ ਕਹਿੰਦੇ, ਅਸੀਂ ਵਿਯੋਗ ਕਹਿੰਦੇ। ਗੱਲ ਤਾਂ ਇੱਕੋ ਹੀ ਹੈ। ਸੰਜੋਗ ਵਿਯੋਗ, ਇੱਕ ਯੋਗ ਹੈ, ਇੱਕ ਵਿਯੋਗ ਹੈ। ਵਿਯੋਗ ਹੈ ਜੁੜੇ ਹੋਏ ਦਾ ਨਾ, ਜਿਹੜਾ ਜੁੜ ਗਿਆ ਜੋਗੀ ਹੈ, ਨਹੀਂ ਤਾਂ ਵਿਯੋਗੀ ਹੈ। ਉਹ ਉਹਨਾਂ ਚਿਰ ਤਾਂ ਵਿਯੋਗੀ ਹੈ ਜਿਹਨਾਂ ਦਾ ਜੋਗੀ ਹੈ ਨਹੀਂ। ਹਾਂਜੀ, ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਬਿਰਹਾ ਪੁਜੇ। ਤੂੰ ਸੁਲਤਾਨ, ਬਿਰਹਾ ਤਾਂ ਸਾਰਿਆਂ ਦੇ ਉੱਤੇ ਮਤਲਬ ਹੈ ਰਾਜਾ। ਇੱਕ ਜਿਵੇਂ ਰਾਜਾ ਹੁੰਦਾ ਨਾ, ਸੁਲਤਾਨ ਰਾਜਾ ਤਾਂ ਸਾਰੇ ਹੀ ਨੇ। ਰਾਜਾ ਤਾਂ ਆਪਣੀ ਮਰਜ਼ੀ ਦਾ ਸਾਰੇ ਹੀ ਨੇ। ਜਿੰਨਾ ਚਿਰ ਆਪਣੀ ਮਰਜ਼ੀ ਸਭ ਹਰੇਕ ਕੋਈ ਰਾਜਾ। ਮਨਵਾਬਾਸੀ ਰਾਜਾ ਨਾ, ਮਨਵਾਬਾਸੀ ਰਾਜਾ ਦੇ ਉੱਤੇ ਜਿਹੜੀ ਬਿਰਹਾ ਸਾਰਿਆਂ ਨੂੰ, ਉਹ ਸੁਲਤਾਨ। ਸੁਲਤਾਨ ਹੁੰਦਾ ਛੋਟੇ ਰਾਜਿਆਂ ਦੇ ਉੱਤੇ ਵੱਡਾ ਰਾਜਾ। ਬਿਰਹਾ ਦਾ ਰਾਜ ਹੈ ਸਾਰਿਆਂ ਤੇ। ਵਿਯੋਗ ਸਾਰਿਆਂ ਵਾਸਤੇ ਦੁਖਦਾਈ ਹੈ। ਆਪ ਤੇ ਵੱਡਾ ਜਿਹੜਾ ਰਾਜਾ ਹੁੰਦਾ ਦੁਖਦਾਈ ਹੁੰਦਾ, ਉਸ ਤੋਂ ਸੁੱਖ ਨਹੀਂ ਮਿਲਦਾ ਹੁੰਦਾ। ਕੋਈ ਰਿਆਸਤ ਦਾ ਰਾਜਾ ਹੈ, ਜਿਵੇਂ ਸੂਬੇ ਦੀਆਂ ਗੌਰਮੈਂਟਾਂ ਸਾਰੀਆਂ ਸੈਂਟਰ ਤੋਂ ਦੁਖੀ ਨੇ ਕਿ ਮਨਮਰਜ਼ੀ ਦੀ ਇਹਨਾਂ ਦੀ ਜਲਦੀ ਨਹੀਂ। ਇਹ ਤਾਂ ਚਾਹੁੰਦੇ ਨੇ ਸੈਂਟਰ ਸਾਡੇ ਥੱਲੇ ਚੱਲੇ, ਅਸੀਂ ਜੋ ਕਹਿ ਦਈਏ ਸੈਂਟਰ ਉਹੀ ਮੰਨੇ। ਪਰ ਹੁਣ ਸੈਂਟਰ ਕਿਵੇਂ ਮੰਨੇ, ਕਿਹਦੀ ਮੰਨੇ? ਉਹਨੇ ਸਾਰੇ ਇੱਕੋ ਜਿਹੇ ਨੇ। ਇਸ ਕਰਕੇ ਜਿਹੜਾ ਉਤਲਾ ਹੁੰਦਾ ਅਫਸਰ, ਉਹ ਹਮੇਸ਼ਾ ਦੁਖਦਾਈ ਹੁੰਦਾ ਮਾਇਆ ਦੇ ਵਿੱਚ। ਸੁਲਤਾਨ ਜਿਹੜਾ ਹੈ, ਸੁਲਤਾਨ ਦੇ ਨਾਲ ਥੱਲੇ ਦੇਖੋ ਨਾ, ਉਹ ਰਾਜੇ ਸੀ 22 ਧਾਰੀਏ, ਉਹ ਵੀ ਦੁਖੀ। ਉਹ 40 ਰਾਜੇ ਦੱਖਣ ਦੇ, ਉਹ ਵੀ ਕੈਦ ਵਿੱਚ। ਸੁਲਤਾਨ ਕੌਣ ਹੈ? ਸੁਲਤਾਨ ਆਗਰੇ ਬੈਠਾ। ਸੁਲਤਾਨ ਤਾਂ ਦੁੱਖ ਦਾ ਘਰ ਹੁੰਦਾ ਹੈ, ਪੈ ਦਿੰਦਾ ਉਹ। ਜਦੋਂ ਪਾਇਆ ਉੱਥੋਂ ਦੁੱਖ ਹੈ। ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਬਿਰਹਾ ਦੇ ਵਿੱਚੋਂ ਪੈ ਆਉਂਦੀ ਹੈ, ਵਿਯੋਗ ਚੋਂ ਪੈ ਆਉਂਦੀ ਹੈ। ਵਿਯੋਗ ਚਿੰਤਾ ਦਾ ਕਾਰਨ ਹੈ। ਬਿਰਹਾ ਤੂੰ ਸੁਲਤਾਨ, ਸੁਲਤਾਨ ਚਿੰਤਾ ਦਾ ਕਾਰਨ ਹੁੰਦਾ ਹੈ। ਹਾਂਜੀ, ਫਰੀਦਾ ਜਿਤ ਤਨ ਬਿਰਹੋ ਨਾ ਪੁਜੇ ਸੋ ਤਨ ਜਾਣ ਮਸਾਨ। ਪਰ ਜਿੱਥੇ ਬਿਰਹਾ ਪੈਦਾ ਨਹੀਂ ਹੁੰਦੀ ਉਹ ਮਸਾਨ। ਬਿਰਹਾ ਪੈਦਾ ਹੁੰਦੀ ਹੈ ਤਾਂ ਚਿੰਤਾ ਨਾਲ ਪੈਦਾ ਹੁੰਦੀ ਹੈ। ਪਰ ਬਿਰਹਾ ਬਿਨਾ ਪ੍ਰਾਪਤੀ ਕੁਝ ਨਹੀਂ। ਬਿਰਹਾ ਬਿਨਾ ਪ੍ਰਾਪਤੀ ਕੁਝ ਨਹੀਂ। ਜੇ ਬਿਰਹਾ ਪੈਦਾ ਨਹੀਂ ਹੁੰਦੀ ਤਾਂ ਪ੍ਰਾਪਤੀ ਹੈ ਨਹੀਂ। ਜੇ ਬੱਚੇ ਨੂੰ ਚਿੰਤਾ ਹੈ ਨਹੀਂ ਤਾਂ ਉਹ ਪਾਸ ਨਹੀਂ ਹੋਣਾ, ਉਹਨੇ ਪੜ੍ਹਨਾ ਹੈ ਨਹੀਂ। ਜੇ ਉਹਨੇ ਪਾਸ ਹੋਣਾ ਤਾਂ ਉਹਨੂੰ ਚਿੰਤਾ ਜ਼ਰੂਰ ਰਹਿਣੀ ਪੈਣੀ ਹੈ, ਚਿੰਤਾ ਰੱਖਣੀ ਪੈਣੀ ਹੈ। ਚਿੰਤਾ ਦੁਖਦਾਈ ਹੈ, ਪਰ ਪ੍ਰਾਪਤੀ ਦਾ ਵੀ ਕਾਰਨ ਹੈ। ਚਿੰਤਾ ਹੀ ਪ੍ਰਾਪਤੀ ਦਾ ਕਾਰਨ ਹੈ। ਜਿਹਦੇ ਅੰਦਰ ਬਿਰਹਾ ਪੈਦਾ ਨਹੀਂ ਹੁੰਦੀ ਸੋ ਤਨ ਜਾਣ ਮਸਾਨ। ਉਹ ਕੀ ਹੈ? ਮਸਾਨ ਕਹਿੰਦੇ ਨੇ ਜਦੋਂ ਇਹ ਸਰੀਰ ਜਾੜ ਦਿੰਦੇ ਨਾ ਅੱਗ ਨਾਲ, ਉਹਦੇ ਕੋਲੇ ਜੇ ਵੱਧਦੇ ਨੇ ਹੱਡੀਆਂ ਹੁੰਦੀਆਂ, ਉਹਨੂੰ ਮਸਾਨ ਕਹਿੰਦੇ ਨੇ। ਜੋ ਸਰੀਰ ਦਾ ਕੋਈ ਵੱਜਦਾ ਨਾ ਜੜੇ ਤੇ ਬਾਅਦ, ਉਹਨੂੰ ਮਸਾਨ ਕਹਿੰਦੇ ਨੇ। ਉਹ ਕਹਿੰਦੇ ਮਸਾਣੀ ਦੇਤੀ ਨੂੰ ਪੀ ਕੇ, ਹੱਡੀਆਂ ਹੁੰਡੀਆਂ ਦੇਤੀਆਂ ਪੀ ਕੇ ਮਾਸ ਤਾਂ ਜਲ ਜਾਂਦਾ ਨਾ। ਉਹ ਹੱਡੀਆਂ ਇਹਨਾਂ ਜਲੀਆਂ ਹੋਈਆਂ,
ਹੱਡ ਵੱਜ ਲੈਂਦੇ ਨੇ, ਬਾਕੀ ਤਾਂ ਕੋਈ ਦਿੰਦਾ ਨਹੀਂ, ਸਵਾਹ ਹੋ ਜਾਂਦੀ ਆ, ਹੱਡੇ ਵੱਜਦੇ ਨੇ, ਉਹ ਮਸਾਨ ਹੈ ਬਸ। ਬਾਅਦ ਦੇ ਵਿੱਚ ਮਸਾਨ ਨਿਸ਼ਾਨੀ ਹੈ, ਆ ਫਲਾਣੇ ਦੀ ਹੱਡੀ ਹੈ, ਬਾਕੀ ਤਾਂ ਦਿੰਦਾ ਕੁਛ ਨਹੀਂ ਬਸ। ਫਰੀਦਾ ਇਹ ਬਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਜਾੜ। ਜਿਹੜੇ ਔਗਣ ਨੇ ਉਹ ਹੱਡੀਆਂ ਨੇ, ਨਿਸ਼ਾਨੀ ਔਗਣ ਨੇ ਕਿਸੇ ਬੰਦੇ ਦੇ, ਇਹ ਨਿਸ਼ਾਨੀ ਗੁਣ ਨੇ। ਬਾਅਦ ਚ ਮਰੇ ਦੇ ਬਾਅਦ ਗੁਣਾਂ ਰੋਗਣਾਂ ਦੀ ਯਾਦ ਹੈ, ਉਹ ਹੱਡੀਆਂ ਉਹ ਮਸਾਣੇ ਨੇ, ਬਾਕੀ ਹੋਰ ਕੀ। ਔਗਣ ਮਸਾਣੇ ਨੇ, ਜੇ ਔਗਣ ਬੰਦੇ ਦੇ ਰਹਿੰਦੇ ਨੇ ਮਸਾਨ ਹੈ। ਜਿਹਦੇ ਔਗਣ ਯਾਦ ਕੀਤੇ ਜਾਂਦੇ ਨੇ ਬਾਅਦ ਦੇ ਵਿੱਚ ਨਾ, ਉਹ ਮਸਾਨ ਹੈ। ਜਿਹਦੇ ਗੁਣ ਯਾਦ ਕੀਤੇ ਜਾਂਦੇ ਨੇ ਉਹ ਭਗਵਾਨ। ਭਾਗਿਆਵਾਨ ਹੈ, ਭਗਵਾਨ ਦਾ ਮਤਲਬ ਰੱਬ ਨਹੀਂ ਹੁੰਦਾ, ਭਾਗਿਆਵਾਨ ਸੀ ਉਹ ਜਿਹੜਾ ਅਭਾਗਾ ਹੈ, ਅਭਾਗਾ ਉਹੀ ਮਸਾਨ। ਆਵੇ ਝੂਠੇ ਜਾਏ ਵੀ ਝੂਠੇ, ਝੂਠੇ ਮਰੇ ਅਭਾਗੇ। ਉਹ ਭਾਗਾ ਜਿਹੜਾ ਉਹ ਮਸਾਨ। ਹਾਂਜੀ ਫਰੀਦਾ ਇਹ ਬਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਜਾੜ। ਫਰੀਦਾ ਇਹ ਬਿਸ ਗੰਦਲਾਂ ਆ ਜਿਹੜੇ ਮਾਇਆ ਦੀਆਂ ਇੱਛਾਵਾਂ ਨੇ, ਲੋੜਾਂ ਨੇ ਸਾਡੀਆਂ, ਜੋ ਕੋ ਦੀਦਾ ਸਾਨੂੰ, ਇਹ ਔਗਣ ਨੇ, ਇਹ ਮਾਇਆ ਵਿਸ ਹੈ, ਇਹਦੀਆਂ ਗੰਦਲਾਂ ਨੇ। ਇੱਕ ਚੀਜ਼ ਤੋੜੀਏ ਤੇ ਗੰਦਾਂ ਨੂੰ ਉੱਤੋਂ ਤੋੜਦੀਏ ਨਾ, ਤੇ 4-5 ਥੱਲੇ ਫੁੱਟਦੀਆਂ ਨੇ। ਕਹਿੰਦੇ ਇੱਕ ਜੇ ਕੱਟਦੇ ਆ ਇੱਛਾ, ਉਹ 4-5 ਪ੍ਰਕਾਰ ਨਾਲ ਪੈਦਾ ਹੋ ਜਾਂਦੀ ਹੈ ਛੋਟੇ ਛੋਟੀਆਂ ਦੇ ਰੂਪ 'ਚ। ਜੇ ਵੱਡੀ ਇੱਛਾ ਨੂੰ ਕੱਟ ਲੈਂਦੇ ਨਾ, ਉਹ ਛੋਟੀਆਂ ਛੋਟੀਆਂ ਦੇ ਰੂਪ ਦੇ ਵਿੱਚ ਫਿਰ ਪੈਦਾ ਹੋਣ ਲੱਗ ਜਾਂਦੀ, ਜ਼ਿਆਦਾ ਦੇ ਰੂਪ 'ਚ ਪੈਦਾ ਹੁੰਦੀ। ਜਦੋਂ ਅਸੀਂ ਬਹੁਤਾ ਲਾਲਚ ਲੋਭ ਕੱਟਦੇ ਹਾਂ ਤਾਂ ਛੋਟੀਆਂ ਲੋੜਾਂ ਤਾਂ ਪੈਦਾ ਹੁੰਦੀਆਂ ਨੇ ਉਹਨਾਂ 'ਚ। ਕਈ ਵਾਰ ਨਜਾਇਜ਼ ਲੋੜ ਨੂੰ, ਨਜਾਇਜ਼ ਲੋਭ, ਜਿਹੜੇ ਨਜਾਇਜ਼ ਨੂੰ ਅਸੀਂ ਲੋੜ ਮੰਨ ਲੈਂਦੇ ਹਾਂ। ਲੋੜ ਵੀ ਤਾਂ ਜਾਇਜ਼ ਆ, ਨਜਾਇਜ਼ ਲੋੜ ਨਹੀਂ ਹੁੰਦੀ। ਜੇ ਲੋੜ ਜ਼ਰੂਰੀ ਹੈ, ਲੋੜ ਵੀ ਤਾਂ ਜਾਇਜ਼ ਨਜਾਇਜ਼ ਹੈ। ਲੋੜ ਵੀ ਨਜਾਇਜ਼ ਜਾਇਜ਼ ਹੈ। ਨਜਾਇਜ਼ ਲੋੜ ਹੈ ਬਿਸਗੰਦਲ ਹੈ। ਜਿਵੇਂ ਆਪਾਂ ਕਹਿੰਦੇ ਲੋੜਾਂ ਵਧਾ ਲਈਆਂ, ਕਿਹੜੀਆਂ ਵਧਾ ਲਈਆਂ? ਬਿਸਗੰਦਲਾਂ ਵਧਾ ਲਈਆਂ, ਬਿਸਗੰਦਲਾਂ ਹੋਏ ਗਈਆਂ। ਜਿਹੜੀ ਲੋੜ ਦੀ ਚਿੰਤਾ ਪੈਦਾ ਹੁੰਦੀ ਹੈ ਉਹ ਲੋੜ ਬਿਸਗੰਦਲ ਹੈ। ਜਿਹੜੀ ਲੋੜ ਤੁਹਾਡੀ ਚਿੰਤਾ ਵਧਾਉਂਦੀ ਹੈ ਉਹ ਬਿਸਗੰਦਲ ਹੈ। ਜਿਵੇਂ ਕੋਈ ਚੀਜ਼ ਆਪਾਂ ਗਲਤ ਖਾ ਜੀਏ, ਪਤਾ ਲੱਗ ਜਾਏ ਬਾਅਦ ਦੇ ਵਿੱਚ, ਉਹ ਚਿੰਤਾ ਪੈਦਾ ਕਰ ਦਿੰਦੀ ਹੈ। ਗਲਤੀ ਨਾ ਖਾਧੀ ਜਾਵੇ। ਕੋਈ ਨਿਆਣਾ ਕੁਝ ਧੂਰੇ ਦੇ 2 ਵੀ ਖਾ ਗਿਆ, ਆਪਾਂ ਨੂੰ ਚਿੰਤਾ ਪੈਦਾ ਹੋ ਗਈ। ਆਪੇ ਖਾ ਜੀਏ ਕੋਈ ਗਲਤ ਚੀਜ਼, ਚਿੰਤਾ ਖੜੀ ਹੋ ਗਈ। ਲੋੜ ਵੀ ਚਿੰਤਾ ਜਿਹੜੀ ਖੜੀ ਕਰਦੀ ਹੈ ਉਹ ਬਿਸਗੰਦਲ ਹੀ ਹੈ। ਲੋੜ ਨੂੰ ਚਿੰਤਾ ਨਹੀਂ, ਚਿੰਤਾ ਤੋਂ ਥੱਲੇ ਹੀ ਰਹੇ ਲੋੜ। ਜਿੱਥੇ ਚਿੰਤਾ ਹੋਈ ਉਹ ਫਿਰ ਲੋੜ ਨਹੀਂ ਰਹਿੰਦੀ। ਲੋੜ ਉੱਥੇ ਤੱਕ ਹੈ ਜੋ ਦੇਵੇ ਸੁੱਖ, ਬਸ। ਇਹ ਬਿਸ ਗੰਦਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਾਂਦੀ ਗਏ ਉਜਾੜ। ਆ ਜਿਹੜੇ ਮਾਇਆ ਦੀਆਂ ਪਦਾਰਥ ਨੇ, ਮਾਇਆ ਦੇ ਸਾਰੇ ਆਪਾਂ ਨੂੰ ਦੀਦੇ ਨੇ, ਇਹ ਬਿਸਗੰਦਲਾਂ ਨੇ। ਰੂਪ ਨੇ ਕਈ ਇਹ ਮਾਇਆ ਦੇ, ਪੈਸਾ ਹੈ, ਹੋਰ ਹੈ, ਬਹੁਤ ਹੈ। ਗਿਆਨ ਵੀ ਬਿਸਗੰਦਲਾਂ ਹੀ ਨੇ। ਜਿਹੜੀ ਉਹ ਕਹਿੰਦੇ ਨੇ ਜੇ ਮਾਂ ਚਾਹੁੰਦੀ ਹੈ ਜ਼ਹਿਰ ਦੇਣੀ ਹੈ ਬੱਚੇ ਨੂੰ, ਬੱਚਾ ਬਚੂ ਕਿਵੇਂ? ਮਾਇਆ ਦਾ ਗਿਆਨ ਦੇਣਾ ਵੀ ਬਿਸਗੰਦਲਾਂ ਨੇ। ਜਿਹੜਾ ਮਾਇਆ ਦਾ ਗਿਆਨ ਦਿੰਦੇ ਨਾ ਅਸੀਂ, ਉਹ ਵੀ ਜ਼ਹਿਰ ਗੰਦਲਾਂ ਹੀ ਬਿਸਗੰਦਲਾਂ। ਜਿਵੇਂ ਗੁਰਮਤਿ ਤੋਂ, ਗੁਰਮਤਿ ਦੇ ਗਿਆਨ ਨੂੰ ਪਲਟ ਕੇ ਦੂਆ ਦਿੱਤਾ ਹੈ ਨਾ, ਗਿਆਨ ਪ੍ਰਚਾਰ ਕੀਤਾ, ਬਿਸਗੰਦਲਾਂ ਹੀ ਦੇ ਰਹੇ ਸੰਤ। ਉਹ ਪ੍ਰਸ਼ਾਦ ਨਹੀਂ ਹੈ, ਅੰਮ੍ਰਿਤ ਪ੍ਰਸ਼ਾਦ ਨਹੀਂ, ਉਹ ਜ਼ਹਿਰ ਦਾ ਪ੍ਰਸ਼ਾਦ ਦੇ ਰਹੇ।
ਵਿਸਕਣ ਵਾਲਾ ਦੇ ਕਈ ਰੂਪ ਹੋ ਸਕਦੇ ਨੇ। ਮਾਇਆ ਨਾਲ ਜੋੜਨ ਵਾਲਾ ਗਿਆਨ ਵੀ ਵਿਸਕਣ ਵਾਲਾ ਨੇ, ਮੋਹ ਪੈਦਾ ਵਧਾਉਣ ਵਾਲਾ ਗਿਆਨ ਵੀ ਵਿਸਕਣ ਵਾਲਾ ਨੇ, ਲੋਭ ਵਧਾਉਣ ਵਾਲਾ ਜਿਹੜਾ ਗਿਆਨ ਆਇਆ ਜੋ ਵੀ ਚੀਜ਼ ਹੈ ਉਹ ਵੀ ਵਿਸਕਣ ਵਾਲਾ ਹੀ ਨੇ। ਮਾਇਆ ਨਾਲ ਜੋੜ ਕੇ ਰੱਖਣ ਵਾਲਾ, ਮਾਇਆ ਨਾਲ ਰਿਸ਼ਤਾ ਵਧਾਉਣ ਵਾਲਾ ਹਰ ਚੀਜ਼ ਵਿਸਕਣ ਵਾਲਾ, ਚਾਹੇ ਕੋਈ ਵਸਤੂ ਹੈ, ਚਾਹੇ ਕੋਈ ਗਿਆਨ, ਚਾਹੇ ਕੋਈ ਉਪਦੇਸ਼ ਹੈ, ਉਹ ਵਿਸਕਣ ਵਾਲਾ ਹੈ। ਚਾਹੇ ਕਿਸੇ ਦੀ ਸੰਗਤ ਹੈ, ਉਹ ਵਿਸਕਣ ਵਾਲਾ ਹੀ ਨਹੀਂ। ਜੋ ਮਾਇਆ ਨਾਲ ਜੋੜ ਕੇ ਰੱਖਦਾ ਸਾਨੂੰ, ਮਾਇਆ ਨਾਲ ਰਿਸ਼ਤਾ ਪੱਕਾ ਕਰਦਾ, ਉਹ ਵਿਸਕਣ ਵਾਲਾ। ਪਰ ਧਰੀਆਂ ਖੰਡ ਲਿਵਾੜ, ਧਰੀਆਂ ਖੰਡ ਲਵਾੜ, ਇਹ ਕੀ ਨੇ? ਜਦ ਧਰੀਆਂ ਖੰਡ ਲਵਾੜ ਕਹਿਤਾ, ਇਹਨਾਂ ਦੇ ਵਿੱਚ ਮਿੱਠਾਪਣ ਹੈ। ਮਾਇਆ 'ਚ ਮੋਹ ਹੈ, ਕਹਿਣ ਦਾ ਮਤਲਬ ਹੈ ਜਿਨ ਮੋਹ ਮਿੱਠਾ ਲਾਇਆ। ਮਾਇਆ ਦਾ ਮੋਹ ਹੈ, ਜਿਹੜੀ ਚੀਜ਼ ਆਪਣੀ ਹੋ ਗਈ ਮਾਇਆ ਦੇ ਵਿੱਚ, ਉਹਦੇ ਨਾਲ ਮੋਹ ਪੈਦਾ ਹੁੰਦਾ। ਨਹੀਂ ਤਾਂ ਆਪਣੀ ਬਣਾਉਣ ਦੀ ਇੱਛਾ ਹੈ। ਜੋ ਚੀਜ਼ ਇਹ ਦੇਖਦਾ ਹੈ ਵੀ ਮੈਂ ਆ ਵੀ ਲੈ ਲਾਂ, ਆ ਵੀ ਲੈ ਲਾਂ, ਆ ਵੀ ਲੈ ਲਾਂ, ਆ ਵੀ ਲੈ ਲਾਂ, ਉਹਦੀ ਇੱਛਾ ਪੈਦਾ ਹੁੰਦੀ ਹੈ। ਮਾਇਆ ਦੇ ਵਿੱਚ ਜਿਹੜਾ ਹੈ, ਮਾਇਆ ਮਿੱਠੀ ਲੱਗਦੀ ਹੈ, ਅੰਮ੍ਰਿਤ ਕੌੜਾ ਵੇਖਿਆ ਮਿੱਠੀ ਮਿੱਠੀ। ਮਾਇਆ ਦੇ ਸਭ ਕੁਝ ਮਾਇਆ ਦਾ ਜਿਹੜੀਆਂ ਨੇ ਉਹ ਬੰਦਨਾ ਨੇ। ਇਹ ਮੋਹ ਇਹਦੇ ਉੱਤੇ ਖੰਡ ਜਿਵੇਂ ਲਾਈ ਹੁੰਦੀ ਹੈ, ਜ਼ਹਿਰ ਦੀ ਗੰਦਲ ਦੇ ਉੱਤੇ ਖੰਡ ਲਾ ਦਈਏ ਤਾਂ ਮੂੰਹ ਨੂੰ ਮਿੱਠੀ ਲੱਗਦੀ, ਉੱਪਰੋਂ ਮਿੱਠਾ ਹੈ, ਵਿੱਚ ਇਹਦੇ ਜ਼ਹਿਰ। ਵਿਚਲਾ ਅਸਰ ਬਾਅਦ ਚ ਆਉਣਾ। ਪਹਿਲਾ ਜਿਹੜਾ ਉਹਦਾ ਰੂਪ ਹੈ ਪ੍ਰਾਪਤੀ ਦਾ, ਜਬ ਕੁਛ ਪਾਵੇ ਤੋ ਗਰਭ ਕਰ। ਜੋ ਪਾਇਆ ਉਹਨੇ ਜਾਣਾ ਵੀ ਹੈ। ਮਾਇਆ ਗਈ ਜਿਹੜੀ ਚੀਜ਼ ਹਸਾਊਗੀ ਰਵਾਊਗੀ ਵੀ ਉਹੀ। ਜੇ ਪਹਿਲਾਂ ਹਸਾਉਂਦੀ ਹੈ ਬਾਅਦ ਚ ਰਵਾ ਦੂ। ਕੋਈ ਚੀਜ਼ ਪ੍ਰਾਪਤੀ ਹੁੰਦੀ ਹੈ, ਕੋਈ ਬੱਚਾ ਪੈਦਾ ਹੁੰਦਾ ਹੈ, ਬੱਚਾ ਬੜਾ ਹੋ ਜਾਂਦਾ, ਬੜੀ ਖੁਸ਼ੀ ਮਨਾਈ ਜਾਂਦੀ ਹੈ। ਕੁਦਰਤ ਨਾ ਕਰੇ ਕੋਈ ਐਕਸੀਡੈਂਟਲੀ ਉਹਦੀ ਡੈਥ ਹੋ ਜਾਏ, ਕਿੰਨਾ ਦੁੱਖ ਕਿੰਨਾ ਹੁੰਦਾ। ਕਈ ਵਾਰ ਤਾਂ ਕਈ ਇਕਲੌਤੇ ਬੱਚੇ ਨੇ, ਉਹਨਾਂ ਦੀ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਨਾਂ ਦਿੰਦਾ ਤਾਂ ਚੰਗਾ ਸੀ। ਉਹ ਜਿਹੜਾ ਦੁੱਖ ਸੀ ਉਹ ਨਹੀਂ ਸੀ ਇੰਨਾ ਜ਼ਿਆਦਾ ਸਰ ਨਾ ਮਿਲੇਗਾ, ਨਾ ਮਿਲੇਗਾ ਕਿੰਨਾ ਦੁੱਖ ਸੀ। ਇਹੋ ਜਿਹੇ ਤਾਂ ਕਈ ਆਦਮੀ ਨੇ। ਹੁਣ ਸਾਨੂੰ ਔਖਾ ਹੋ ਗਿਆ, ਜਵਾਨ ਮੁੰਡਾ ਹੋ ਗਿਆ, ਡਾਕਟਰੀ ਵੀ ਪੜ੍ਹਾ ਲਈ, ਸਰਟੀਫਿਕੇਟ ਲੈ ਕੇ ਆਇਆ, ਲੁਧਿਆਣੇ ਦੇ ਰਾਹ 'ਚ ਐਕਸੀਡੈਂਟ ਹੋ ਕੇ ਮਰ ਗਿਆ। ਮਾਸਟਰ ਇਕਬਾਲ ਸਿੰਘ ਦਾ ਬਣ ਗਿਆ, ਔਰ ਆਪਣੀ ਕਲਾਸ 'ਚ ਆਉਂਦਾ ਸੀ ਉਹਦਾ ਮੁੰਡਾ, MBBS ਕਰਾਈ, ਸਰਟੀਫਿਕੇਟ ਲੈ ਕੇ ਆਉਂਦਾ ਹੀ ਰਾਹ ਦੇ 'ਚ ਐਕਸੀਡੈਂਟ ਹੋ ਗਿਆ। ਉਹ ਜਦ ਮਿਲਦਾ ਕਹਿੰਦਾ ਕਾਹਦੀ ਜ਼ਿੰਦਗੀ ਹੈ ਵੀ ਨਾ ਹੁੰਦਾ, ਉਹ ਸਾਨੂੰ ਸਬਰ ਤਾਂ ਹੁੰਦਾ ਵੀ ਉਹ ਗੱਲ ਭੁੱਲਦੀ ਕੁਝ। ਇਹ ਵਿਸਕਣ ਵਾਲਾ ਹੀ ਨਾ, ਅਸਲ 'ਚ ਨਹੀਂ ਸੀ ਪਤਾ ਵੀ ਵਿਸਕਣ ਵਾਲਾ। ਖਾਧੀ ਗਈ ਉਦੋਂ ਪਤਾ ਸੀ, ਜਾਂ ਖਾਧੀ ਜਾਂਦੀ ਪਤਾ ਵੀ ਕੀ ਕਰੂਗੀ ਬਾਅਦ 'ਚ। ਹੁਣ ਸਾਰੀ ਜ਼ਿੰਦਗੀ ਵਾਸਤੇ ਵਿਸਕਣ ਵਾਲਾ। ਹੁਣ ਜਿਹੜਾ ਖਾ ਗਿਆ, ਜੇ ਤਨ ਲਾ ਕੇ ਸੋਈ ਜਾਣਾ। ਧਰੀਆਂ ਖੰਡ ਲਿਵਾੜ ਉਦੋਂ ਬਹੁਤ ਚੰਗਾ ਸੀ। ਇੱਕ ਰਹਿੰਦੇ ਰਹਿ ਗਏ, ਇੱਕ ਤਾਂ ਰਹਿੰਦੇ ਹੀ ਰਹਿ ਗਏ ਇਹਨਾਂ ਨੂੰ। ਇੱਕ ਇੱਛਾ ਰਾਂਝੇ ਜੇ ਰਹਿ ਗਏ ਗਏ, ਉਜਾੜ। ਇੱਛਾ ਜੇ ਰਹਿ ਗਏ ਵੀ ਆਹ ਕੋਠੀ ਹੋ ਜੂਗੀ, ਐਂ ਕਰ ਲਾਂਗੇ, ਐਂ ਕਰ ਲਾਂਗੇ। ਇੱਕ ਤਾਂ ਪ੍ਰਾਪਤੀ ਕਰਨ ਦੀ ਇੱਛਾ ਦੇ ਵਿੱਚ ਵਿਚਾਰੇ ਵਿਚਾਲੇ ਰਹਿ ਗਏ। ਚਾਣੇ ਬਣੇ ਸੀ। ਆ ਜੋ ਨਹੀਂ ਪ੍ਰਾਪਤੀ ਹੋਈ, ਇੱਛਾ ਤਾਂ ਸੀ ਨਾ, ਖਾਣ ਦੀ ਇੱਛਾ ਸੀ, ਉਹ ਰਹਿ ਗਏ, ਖਾਧੀਆਂ ਨਹੀਂ ਗਈਆਂ। ਰਿੰਨਦੇ ਸੀ, ਰਿੰਨਦੇ ਹੀ ਜੋ ਖਾਣ ਤੋਂ ਪਹਿਲਾਂ ਹੀ ਚਲੇ ਗਏ, ਰਹਿ ਗਏ, ਰਹਿੰਦੇ ਰਹਿ ਗਏ। ਇੱਕ ਰਾਂਧੀ ਗਏ ਉਜਾੜ, ਇੱਕ ਰਾਂਧੀ ਗਏ ਉਜਾੜ। ਇੱਕਨਾਂ ਨੂੰ ਪਤਾ ਲੱਗ ਗਿਆ ਵੀ ਇਹ ਬਿਸਕੁਟ ਤੌੜੀ ਭੰਨਤੀ। ਜਦ ਪਤਾ ਲੱਗਾ ਨਾ ਵੀ ਤੌੜੀ ਜ਼ਹਿਰ ਦੀਆਂ ਕੰਨਾਂ ਨਾਲ ਸਾਗ ਜਿਹੜਾ ਬਣਦਾ, ਰਿਣੀ ਰਣਾਈ ਤੋੜਦੀ, ਉਹਨੇ ਰਿੰਨੀ ਲੜਾਈ ਤੌੜੀ ਭੰਨਤੀ। ਓਹੋ, ਇਹਦਾ ਤੇ ਜ਼ਹਿਰ ਦੀਆਂ ਕੰਨਾਂ ਨਾਲ ਉਹਨੇ ਖਾਧਾ ਨਹੀਂ। ਫਿਰ ਉਹ ਕਹਿੰਦਾ ਇਹਨੂੰ ਤੌੜੀ ਨੂੰ ਭੰਨੋ। ਉਹਨੇ ਮੋਹ ਵਾਲਾ ਕੁੰਜਾ ਹੀ ਭੰਨਤਾ, ਉਹ ਮਿੱਠੇ ਵਾਲਾ ਕੁੰਜਾ ਭੰਨਤਾ।
ਐ ਕਹਿੰਦਾ ਫਰੀਦ, ਜਿਹੜੇ ਤਾਂ ਰਿੰਨ ਰਹੇ ਸੀ ਵੀ ਖਾਵਾਂਗੇ, ਪਾਲ ਰਹੇ ਦੀ ਔਲਾਦ ਨੂੰ ਵੀ ਸੁੱਖ ਦਊਗੀ, ਉਹ ਤਾਂ ਆਸ ਸੀ ਨਾ, ਆਹ ਚੀਜ਼ ਵੀ ਕਰ ਲਓ ਇਹ ਵੀ ਸੁੱਖ ਦਊਗੀ, ਆ ਵੀ ਉਹ ਵੀ ਸੁੱਖ ਦਊਗੀ, ਉਹ ਤਾਂ ਆਸ ਤੇ ਨਾ ਸੁੱਖ ਦੇ। ਜੋ ਕੁਝ ਇਕੱਠਾ ਕੀਤਾ ਉਹ ਰਿੰਨ ਰਹੇ ਦੇ ਤੌੜੀ 'ਚ, ਸੁੱਖ ਤਾਂ ਲੈਣਾ ਹੀ ਸੀ ਅਜੂ, ਮਾਇਆ 'ਚ ਰਹਿ ਗਏ ਫਿਰ, ਮਾਇਆ 'ਚ ਰਹਿ ਗਏ, ਉਹ ਆਸ 'ਚ ਤਾਂ ਰਹਿ ਗਏ, ਉਹ ਆਸ ਦੇ ਵਿੱਚ ਤਾਂ ਰਹਿ ਗਏ ਨਾ ਬਈ ਰਹਿੰਦੇ। ਉਹ ਕਹਿੰਦੇ ਭਾਈ ਤੌੜੀ ਤੇਰੀ ਠੀਕ ਹੈ, ਅਗਲੀ ਵਾਰ ਖਾ ਲਈ ਆ ਕੇ, ਜਿਹੜੀ ਐਤਕੀ ਅਗਲੀ ਵਾਰ ਖਾ ਲਈ, ਉਹ ਤਾਂ ਇੱਥੇ ਰਹਿ ਗਏ। ਇੱਕ ਰਾਤੀ ਗਏ ਉਜਾੜ, ਹਾਂ ਕਹਿੰਦੇ ਇਹ ਛੱਡੇ ਗਏ ਸਭ ਕੁਛ ਮਾਇਆ ਦੇ ਮੂੰਹ ਨੂੰ, ਕਹਿੰਦੇ ਨਾ ਆਪਣਾ ਹੀ ਨਹੀਂ, ਮੇਰੀ ਛਾਨ ਨਾ ਛਪਰੀ, ਉਹ ਰਾਂਦੀ ਗਏ ਉਜਾੜ। ਜਿਹੜਾ ਕੋ ਥਾ ਉਹਦੇ ਨਾਲ ਵੀ ਕਨੈਕਸ਼ਨ ਤੋੜ ਲਿਆ, ਉਹ ਬੰਦਾ ਥਾ ਹੀ ਨਹੀਂ ਕੁਛ, ਜੇ ਥਾ ਫਿਰ ਤਨ ਮਨ ਤਨ ਸਭ ਸੌਂਪ ਗੁਰ ਕੋ ਰਾਂਦੀ ਗਏ ਉਜਾੜ। ਤੇਰਾ ਤੁਝਕੋ ਸੌਂਪ, हाँ तेरा तुझको सौंपते क्या लागे मेरा, उन्होंने कहा ये तो खड़ा छड़ाओ, नहीं सुरते थे रहू अंतकाल जे मंदिर सिमरा, उजाड़ी नहीं रहती, जो उजाड़ी होती फिर मंदिर क्यों सिमरता, अंतकाल जे स्त्री सिमरे, ਉਹਦਾ ਹੀ ਸਿਮਰਨ ਕਰੂਗਾ ਜੇ ਯਾਰ, ਜੇ ਤੌੜੀ ਧਰੀ ਹੋਈ ਹੈ ਨਾ ਤੇ ਯਾਦ ਆਊ ਤੌੜੀ ਜੇ ਯਾਰ ਖਾਣੀ ਸੀ ਅਜੇ ਜੀ ਹੈ ਨਹੀਂ, ਪਹਿਲਾਂ ਹੀ ਹੋ ਗਿਆ ਕੰਮ, ਤੌੜੀ ਜੇ ਧਿਆਨ ਰਹਿ ਗਿਆ, ਤੌੜੀ ਧਿਆਨ ਲੱਗਿਆ ਘਰੇ ਨਹੀਂ ਜਾਂਦੇ ਸੀ। ਹਾਂਜੀ ਇੱਕ ਗੱਲ ਹੋਰ ਕਹਿੰਦਾ ਇੱਥੇ ਬਹੁਤ ਜਿਹੜੀ ਗੱਲ ਗੁਪਤ ਸੀ, ਉਹ ਕਹਿੰਦਾ ਜਿੰਨਾ ਮਰਜ਼ੀ ਇਕੱਠਾ ਕਰ ਲਵੇ ਤੌੜੀ ਚੁੱਲ੍ਹੇ ਤੇ ਰਹਿਣੀ, ਖਾਸ ਉੱਤੇ ਹੋਣੀ ਹੋਈ ਨਹੀਂ, ਖਾ ਨਹੀਂ ਹੋਣੀ ਕਿਸੇ ਤੇ ਵੀ, ਮਾਇਆ ਜੋ ਸੁੱਖ ਨਹੀਂ ਲੈ ਹੋਣਾ, ਸੁੱਖ ਇੱਕ ਬਿਰਗ ਤ੍ਰਿਸ਼ਨਾ ਦੀ ਵਾਲੀ ਚੀਜ਼ ਹੈ ਮਾਇਆ ਦਾ ਸੁੱਖ, ਮਾਇਆ ਦਾ ਸੁੱਖ ਤਾਂ ਬਿਰਗ ਤ੍ਰਿਸ਼ਨਾ ਦਾ ਜਲ ਹੈ ਜਿਹੜਾ ਕਦੇ ਪ੍ਰਾਪਤ ਨਹੀਂ ਹੋਇਆ ਮਨ ਨੂੰ, ਮਾਇਆ ਦਾ ਸੁੱਖ ਕਿਸੇ ਨੂੰ ਮਿਲਿਆ ਨਹੀਂ, ਮਾਇਆ ਦੇ ਸੁੱਖ ਦੀ ਆਸ ਵਿੱਚੇ ਮਰ ਜਾਂਦਾ, ਤਨ ਕਿੰਨਾ ਹੀ ਹੋਵੇ, ਸਾਧਨ ਕਿੰਨਾ ਹੀ ਹੋਣ, ਪਰ ਮਾਇਆ ਦੇ ਵਿੱਚ ਚਿੰਤਾ ਤਾਂ ਰਹਿੰਦੇ, ਬੜੇ ਬੜੇ ਜੇ ਦੀਸੇ ਲੋਕ ਤਾਂ ਚਿੰਤਾ ਦਾ ਸੁੱਖ ਹੋਊਗਾ, ਸੁੱਖ ਦੀ ਆਸ ਵਿੱਚ ਹੀ ਮਰ ਜਾਂਦਾ, ਸੁੱਖ ਹੁੰਦਾ ਹੀ ਨਹੀਂ, ਤੌੜੀ ਚੁੱਲ੍ਹੇ ਤੇ ਹੀ ਰਹਿਣੀ ਹੈ, ਚਾਹੇ ਬਾਦਸ਼ਾਹ ਵੀ ਹੈ, ਉਹਦੀ ਆਸ ਰਹੂਗੀ ਹਾਂ ਸੁੱਖ ਲਊਗਾ ਲਊਗਾ ਲਊਗਾ, ਲਿਆ ਜਾਣਾ ਹੀ, ਸੁੱਖ ਚ ਹੈ ਹੋਈ ਨਹੀਂ ਤੌੜੀ ਚ, ਉਹ ਤਾਂ ਬੇਸਗਨ ਵਾਲਾ ਨੇ, ਬੇਸਗਨ ਨਾਲ ਸੁੱਖ ਹੁੰਦਾ। ਇਹ ਜਿਹੜਾ ਪੁਆਇੰਟ ਹੈ ਨਾ ਰਾਂਦੀ, ਇੱਕ ਰਾਂਦੇ ਰਹਿ ਗਏ, ਉਹ ਰਹਿ ਗਏ ਵਾਲਾ ਬਹੁਤ ਇੰਪੋਰਟੈਂਟ ਗੱਲ ਹੈ, ਖਾਦੀ ਕਿਸੇ ਨੇ ਵੀ ਨਹੀਂ ਖਾਦੀ, ਨਾ ਜਿਹੜੇ ਰਹਿੰਦੇ ਰਹੇ ਉਹਨਾਂ ਨੇ, ਜਿਹੜਾ ਭੰਨ ਗਿਆ ਨਾ ਉਹਨੇ ਖਾਦੀ, ਦੋਹਾਂ ਨੇ ਖਾਦੀ, ਦੋਹਾਂ ਨੇ ਨਹੀਂ, ਉਹ ਤਾਂ ਛੱਡੇ ਗਏ, ਬੈਨੀਫਿਟ ਜੋ ਰਹਿ ਗਿਆ ਤੋੜਨ ਵਾਲਾ ਬੈਨੀਫਿਟ ਚ ਰਹਿ ਗਿਆ, ਉਹਦੀ ਸੁਰਤ ਨਹੀਂ ਰਹੀ ਉੱਥੇ। ਵੱਡੀ ਗੱਲ ਆ ਹੈ ਜਿਹਨੇ ਭੰਨਤੀ ਤੌੜੀ ਉਹ ਫਾਇਦੇ ਚ ਰਿਹਾ, ਨਹੀਂ ਤਾਂ ਅਗਲੇ ਜਨਮ ਚ ਫੇਰ ਆ ਕੇ ਉਹੀ ਉੱਥੇ ਗਿੱਦੜ ਆਊਗਾ, ਊਂਟ ਆਊਗਾ, ਊਂਟ ਉੱਥੇ ਜਗਾਲੀ ਕਰੂਗਾ ਬੈਠਾ, ਗਿੱਦੜ ਦੇਖ ਰਿਹਾ ਵੀ ਊਂਟ ਦਾ ਬੁੱਲ ਗਿਰੂਗਾ ਤਾਂ ਮੈਂ ਖਾਊਂਗਾ, ਸ਼ਾਮ ਤੱਕ ਊਂਟ ਉੱਥੇ ਬੈਠਾ ਰਹੂ, ਪੱਠੇ ਖਾਂਦਾ ਰਹੂ, ਜਗਾਲੀ ਕਰਦਾ ਰਹੂ, ਬੋਲੋ ਤਾਂ ਗਿਰਨਾ ਨਹੀਂ, ਗਿੱਦੜ ਨੇ ਸ਼ਾਮ ਨੂੰ ਫੇਰ ਚਲਾ ਜਾਣਾ, ਦੂਏ ਦਿਨ ਫੇਰ ਇਹੀ ਕੰਮ, ਹਰ ਜੀਵਨ ਚ ਇਹੀ ਕੰਮ ਰਹਿਣਾ, ਊਂਟ ਦਾ ਬੁੱਲ ਗਿਰਨਾ ਨਹੀਂ, ਗਿੱਦੜ ਨੇ ਭੁੱਖਾ ਹੀ ਰਹਿਣਾ, ਇਹ ਰਾਂਦੀ ਗਏ ਉਜਾੜ ਹੈ। ਇਹਨੂੰ ਜਿਹੜੇ ਨੇ ਨਿਰਮਲੇ ਸੰਤ ਉਹਨਾਂ ਨੇ ਗਿੱਦੜ ਨੂੰ ਔਰ ਊਂਟ ਦੇ ਬੁੱਲ ਨਾਲ ਜੋੜਿਆ ਹੋਇਆ ਸੀ, ਊਂਟ ਦਾ ਬੁੱਲ ਥੱਲੇ ਨੂੰ ਡਿੱਗਿਆ ਹੋਇਆ ਹੁੰਦਾ ਨਾ, ਉਹ ਕਹਿੰਦਾ ਟੁੱਟਿਆ ਟੁੱਟਿਆ ਹੈ, ਵੀਰੇ ਡਿੱਗ ਪੈਣਾ ਮੈਂ ਖਾ ਲੈਣਾ, ਉਹ ਹੋਰ ਕੁਝ ਨਹੀਂ ਕਰਦਾ, ਉਹ ਨਿਗਾਹ ਰੱਖਦਾ ਵੀ ਆਪਣੇ ਜੋਗਾ ਬਥੇਰਾ, ਛਿੱਕੇ ਉੱਪਰ ਦੇਖ ਬਾਈ ਕਰਾਂਦੇ ਰਹਿ ਗਏ, ਮੈਂ ਰੋਜ਼ ਰਹਿ ਜਾਣਾ ਉਹਨੇ, ਹਰ ਜਨਮ 'ਚ ਇਹੀ ਕੁਛ ਹੋਣਾ,
ਨਾ ਉਹਨੇ ਖਾਣੀ ਹੈ ਨਾ ਉਹਨੇ ਖਾਣੀ ਹੈ, ਖਾ ਦੋ ਹੁੰਦੇ ਨਹੀਂ ਹੋਣੀ। ਬਸ ਉਹਨੂੰ ਸਮਝ ਆ ਗਈ, ਉਹਨੂੰ ਸਮਝ ਆ ਗਈ ਕਿ ਹਰੇਕ ਜਨਮ 'ਚ ਇਹੀ ਹੁੰਦਾ। ਜਿੰਨਾ ਚਿਰ ਪਿਛਲੇ ਜਨਮਾਂ ਦੀ ਤੁਹਾਨੂੰ ਸਮਝ ਨਹੀਂ ਆਉਂਦੀ ਉਹਨਾਂ ਚਿਰ ਨਹੀਂ ਛੱਡਦਾ ਜਨਮ ਦੇ ਵਿੱਚ ਜੋ ਕੁਝ ਕਰਦਾ। ਜਿੰਨਾ ਚਿਰ ਪਿੱਛੇ ਲੜੀ ਨਹੀਂ ਨਾ ਜੁੜਦੀ ਪਿਛਲੇ ਜਨਮਾਂ ਨਾਲ, ਪਿਛਲੇ ਜਨਮਾਂ ਦੀ ਗੱਲ ਨੂੰ ਜੋ ਗੁਰਬਾਣੀ ਕਹਦੇ ਉਹਨੂੰ ਯਕੀਨ ਉਹਦੇ ਤੇ ਨਹੀਂ ਆਉਂਦਾ। ਜਿਹੜੇ ਲੋਕਾਂ ਦਾ ਉਹਨਾਂ ਤੇ ਨਹੀਂ, ਉਹ ਕਦੇ ਗੁਰਬਾਣੀ ਨੂੰ ਨਹੀਂ ਮੰਨ ਸਕਦੇ। ਜਿੰਨੇ ਵਿਦਵਾਨ ਨੇ ਮਿਸ਼ਨਰੀ ਨੇ ਕਦੇ ਤਾਂ ਉਹ ਸਾਫ਼ ਕਰਕੇ ਸਮਾਂ ਚੰਗਾ ਹੋ ਗਿਆ ਕਿ ਜਨਮ ਦੁਬਾਰਾ ਹੁੰਦਾ ਨਹੀਂ। ਸਾਨੂੰ ਸਾਬਤ ਕਰਨਾ ਸਿਖਾਣਾ ਵੀ ਇਹਨਾਂ ਨੂੰ ਅਸਰ ਹੋ ਹੀ ਨਹੀਂ ਸਕਦਾ ਗੁਰਬਾਣੀ ਦਾ। ਉਹਨਾਂ ਨੂੰ ਨਹੀਂ ਪਤਾ ਕੀ ਮਾਰਨਾ ਪਿੱਛੋਂ। ਜਿਹੜੇ ਬੰਦੇ ਨੂੰ ਪਿਛਲੇ ਜਨਮ ਦਾ ਵਿਸ਼ਵਾਸ ਨਹੀਂ ਹੈ ਉਹ ਤੇ ਗੁਰਬਾਣੀ ਦਾ ਅਸਰ ਨਹੀਂ ਹੋ ਸਕਦਾ। ਕਾਸ ਨੂੰ ਗੁਰਬਾਣੀ ਪੜ੍ਹਨੀ ਹੈ ਬਈ, ਜਾਂ ਜਿਹੜਾ ਮਰ ਗਿਆ ਉਹਨੇ ਵਾਪਸ ਨਹੀਂ ਆਉਣਾ। ਕਿਉਂ ਫਿਰ ਕੋਈ ਧਾਰਮਿਕ ਬਣੂ, ਡਕੈਤ ਕਿਉਂ ਨਹੀਂ ਬਣੂ, ਚੋਰ ਕਿਉਂ ਨਹੀਂ ਬਣੂ, ਚੰਗਾ ਕਿਉਂ ਬਣੂ? ਦੋਏ ਮਰ ਗਏ, ਦੁਬਾਰਾ ਦਾ ਜਨਮ ਹੋਣਾ ਹੀ ਨਹੀਂ। ਇੱਕ ਜੇਲ੍ਹ 'ਚ ਜਾਂਦਾ ਹੈ, ਇੱਕ ਅਫਸਰ ਬਣਦਾ ਹੈ ਜੇਲ੍ਹ ਦੇ ਵਿੱਚ ਹੀ। ਇੱਕ ਕੈਦੀ ਹੈ, ਇੱਕ ਅਫਸਰ ਹੈ। ਕਮ ਸੇ ਕਮ ਇੰਨੀ ਗੱਲ ਤਾਂ ਦੂਏ ਕਰਦੇ ਨੇ, ਇੰਨੀ ਗੱਲ ਤਾਂ ਹਿੰਦੂ ਮਤ ਵੀ ਕਰਦਾ ਹੈ। ਸੁਰਗਾ ਨਰਕ ਦੀ ਗੱਲ ਤਾਂ ਹਿੰਦੂ ਮਤ ਹੈ, ਇਸਲਾਮ ਵੀ ਕਰਦਾ ਹੈ। ਜੇ ਤੁਸੀਂ ਚੰਗੇ ਕੰਮ ਕਰੋਗੇ ਮੁਕਤੀ ਨਹੀਂ ਹੋਊਗੀ, ਤਾਂ ਇੱਥੇ ਤੁਸੀਂ ਅਫਸਰ ਬਣੋਗੇ ਜੇਲ੍ਹ 'ਚ। ਜਿਵੇਂ ਜੇਲ੍ਹ 'ਚ ਅਫਸਰ ਹੈ ਦੋਏ, ਜੇਲ੍ਹ 'ਚ ਇੱਕ ਅਫਸਰ ਹੈ, ਇੱਕ ਕੈਦੀ ਹੈ। ਦੋਹਾਂ ਦੀ ਡਿਊਟੀ ਦਾ ਫਰਕ ਹੈ। ਜਿਹੜੇ ਅਫਸਰ ਨੇ ਉਹ ਸੁਰਗ 'ਚ ਨੇ, ਜਿਹੜੇ ਕੈਦੀ ਨੇ ਉਹ ਨਰਕ 'ਚ ਨੇ। ਹੈ ਇੱਕੋ ਜਗ੍ਹਾ ਚਾਹੇ, ਇੰਨਾ ਦਾ ਫਰਕ ਉਹ ਵੀ ਕਰਦਾ ਦੂਏ ਜਨਮ 'ਚ। ਜਿਹੜਾ ਦੂਏ ਜਨਮ ਨੂੰ ਨਹੀਂ ਮੰਨਦਾ ਤਾਂ ਫਿਰ ਧਰਮ ਧਾਰਨ ਕਾਹਨੂੰ ਕਰਦਾ? ਮਤਲਬ ਹੈ ਨਹੀਂ ਕੋਈ ਰਹਿ ਗਿਆ। ਬਿਲਕੁਲ ਸਾਬਤ ਕਰਨਾ ਆਸਾਨ ਹੈ ਕਿ ਬੰਦੇ ਧਾਰਮਿਕ ਨਹੀਂ, ਔਰ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ, ਹੋ ਹੀ ਨਹੀਂ ਸਕਦਾ ਕਦੇ। ਉਹ ਆਪ ਹੀ ਮੰਨੀ ਜਾਂਦੇ ਨੇ, ਉਹ ਤਾਂ ਆਪ ਹੀ ਮੰਨੀ ਜਾਂਦੇ ਨੇ। ਜਦ ਬੁੱਧ ਭ੍ਰਸ਼ਟ ਹੁੰਦੇ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਹਿ ਰਿਹਾ। ਜਿਨ੍ਹਾਂ ਦੀ ਬੁੱਧ ਭ੍ਰਸ਼ਟਾਂ ਨੂੰ ਨਹੀਂ ਪਤਾ ਵੀ ਸਾਡੇ ਤੇ ਕੀ ਕੇਸ ਬਣ ਰਿਹਾ, ਆਦਮੀ ਬਿਆਨ ਦੇਈ ਜਾਂਦਾ ਨਾਰਕੋਟਿਕ ਟੈਸਟ 'ਚ, ਉਹਨੂੰ ਕੀ ਪਤਾ ਉਦੋਂ ਵੀ ਮੇਰੇ ਤੇ ਕੀ ਕੇਸ ਹੈ। ਉਹਨੂੰ ਇਹ ਭੁੱਲਿਆ ਹੋਇਆ ਵੀ ਮੈਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਮੇਰੇ ਬਿਆਨਾਂ ਤੋਂ, ਉਹਨੂੰ ਨਹੀਂ ਪਤਾ ਹੁੰਦਾ। ਉਹਦਾ ਬੇਹੋਸ਼ੀ 'ਚ ਬੋਲ ਰਿਹਾ ਆਪਣੀ। ਉਹਦਾ ਨੀਂ ਪਾਗਲ ਹੋਏ ਨੇ ਇਹ ਜਿਹਾ ਬੋਲਦੇ ਨੇ ਇਹ ਜਿਹੜੇ। ਨੀਂ ਪਾਗਲ ਹੋ ਕੇ ਆਦਮੀ ਬੋਲਦਾ, ਉਹਨੂੰ ਨਹੀਂ ਪਤਾ ਹੁੰਦਾ ਮੈਂ ਕੀ ਬੋਲਦਾ। ਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸ਼ੀਆ, ਤੂੰ ਆਹੋ ਕਿਹੜੇ ਕੰਮ। ਹਾਲ ਆਹੀ ਗੱਲ ਹੈ। ਆ ਉਹਨਾਂ ਦਾ ਹੀ ਹੈ, ਤਵਾ ਲੱਗਿਆ ਹੋਇਆ। ਚਾਰ ਪੈਣ ਦਾ ਵਾਲ ਫਿਰ ਤੁਰ ਕੇ ਉਹਨਾਂ ਨੇ, ਜੇ ਆਹੀ ਜਨਮ ਅਗਲਾ ਹੋਣਾ ਨਹੀਂ, ਅਗਲਾ ਤਾਂ ਹੋਣਾ ਨਹੀਂ, ਆਹੀ ਜਨਮ ਨਾ। ਚਾਰ ਤਾਂ ਫਿਰ ਤੁਰ ਕੇ ਗਵਾਲੇ ਹੰਡ ਕੇ, ਚਾਰ ਗਵਾਇਆ ਸਮ, ਚਾਰ ਪੈਰ ਸੌਂਗੇ। ਤੇ ਫਿਰ ਕੰਮ ਕੀ ਆਇਆ ਸੀ, ਉਹ ਜਨਮ ਕਿਉਂ ਲਿਆ? ਇਸ ਸਵਾਲ ਦਾ ਜਵਾਬ ਹੈ ਉਹਨਾਂ ਕੋਲ। ਲੇਖਾ ਰੰਗ ਮੰਗੇਸ਼ੀਆ, ਤੇ ਆਹੋ ਕਿਹੜੇ। ਚਲੋ ਲੇਖੇ ਨੂੰ ਨਹੀਂ ਮੰਨਦੇ, ਨਾ ਮੰਨਣ ਅਸੀਂ ਨਹੀਂ ਕਹਿੰਦੇ, ਪਰ ਲੇਖੇ ਨੂੰ ਸਾਫ ਸਮਝ, ਜਿਹੜੇ ਟੀਕੇ ਨੂੰ ਮੰਨਦੇ ਨੇ ਉਹ ਮੰਨਦਾ। ਜਿਹੜੇ ਟੀਕੇ ਦੇ ਉਹ ਹਮਾਇਤੀ ਨੇ ਉਹ ਟੀਕਾ ਮੰਨਦਾ, ਜਨਮ ਨੂੰ ਵੀ ਮੰਨਦਾ, ਸਭ ਕੁਝ ਮੰਨਦਾ। ਉਹ ਅਸਲ 'ਚ ਕਿਸੇ ਨੂੰ ਨਹੀਂ ਮੰਨਦੇ। ਉਹ ਆਪਣੇ ਮਤਲਬ ਦੀ ਗੱਲ ਤੇ ਬਿਨਾਂ ਕਿਸੇ ਨੂੰ ਨਹੀਂ ਮੰਨਦੇ। ਮੰਨਦੇ ਨਹੀਂ ਉਹ ਕਿਸੇ ਚੀਜ਼ ਨੂੰ, ਉਹ ਮੰਨਦੇ ਨੇ। ਉਹ ਤਾਂ ਤੌੜੀ ਰਿੰਨੀ ਜਾਂਦੇ ਨੇ ਬਿਸਦੀ ਕੰਨਲਾਂ ਦੀ, ਉਹ ਤੌੜੀ ਵੱਲ ਝਾਕਦੇ ਨੇ। ਪਰ ਰੰਦੇ ਹੀ ਰਹਿ ਜਾਣਾ ਉਹਨਾਂ ਨੇ। ਉਹਨਾਂ ਨੂੰ ਪੁੱਛੇ ਵੀ ਜਨਮ ਦਾ ਕਾਰਨ ਕੀ ਸੀ, ਕਿਉਂ ਜਨਮ ਹੋਇਆ? ਕੋਈ ਜਵਾਬ ਨਹੀਂ ਉਹਨਾਂ ਕੋਲ। ਇੱਕ ਵੀ ਜਨਮ ਦੀ ਕੀ ਲੋੜ ਪਈ ਸੀ ਬਈ? ਪਹਿਲਾ ਜਨਮ ਕਿਉਂ ਹੋਇਆ? ਸਾਰਾ ਹੀ ਜੋ ਗਿਆਨ ਹੈ, ਇੱਕ ਵੀ ਮਤਲਬ ਗੁਰਬਾਣੀ ਸਾਰੀ ਤੇ ਹੀ ਉਲਟ ਹੋ ਗਈ। ਟੋਟਲ ਗੁਰਬਾਣੀ ਤੋਂ ਉਲਟ ਖੜੇ ਨੇ। ਸ੍ਰਿਸ਼ਟੀ ਪੈਦਾ ਹੋਣ ਦੀ ਵਜ੍ਹਾ ਕੀ ਸੀ?
ਕਿਉਂ ਸ੍ਰਿਸ਼ਟੀ ਪੈਦਾ ਹੋਈ, ਕੀ ਲੋੜ ਸੀ ਇਹਦੀ? ਕੋਈ ਜਵਾਬ ਨਹੀਂ ਉਹਨਾਂ ਕੋਲ। ਉਹ ਇੱਕ ਗੱਲ ਤੇ ਮੁੱਕਣ ਨਾਲ ਕਿਸੇ ਗੱਲ ਦਾ ਵੀ ਜਵਾਬ ਨਹੀਂ ਰਹਿੰਦਾ ਸਾਡੇ ਕੋਲ। ਇੱਕ ਗੱਲ ਨੂੰ ਮੰਨਣ ਨਾਲ ਸਾਰੀ ਉਹ ਗੁਰਬਾਣੀ ਮੰਨਣੀ ਪੈ ਜਾਣੀ ਹੈ। ਇੱਕ ਗੱਲ ਤੋਂ ਮੁੱਕਰਿਆ ਸਾਰੀ ਗੁਰਬਾਣੀ ਤੋਂ ਮੁੱਕਰ ਜਾਣਾ ਉਹਨੇ। ਸਾਬਤ ਹੋਣਾ ਵੀ ਸਾਰੇ ਤੋਂ ਮੁੱਕਰਿਆ ਖੜਾ ਹੈ। ਹਾਂਜੀ, ਲੇਖਾ ਰੱਬ ਮਗੇਸੀਆ ਤੂੰ ਆਹੋ ਕਿਹੜੇ ਕੰਮ। ਜਾਂ ਰੱਬ ਨੇ ਪੁੱਛਣਾ ਕੀ ਕੰਮ ਆਇਆ ਸੀ ਬਈ ਤੂੰ, ਕੀ ਜਵਾਬ ਦੇਣਗੇ? ਚਲੋ ਅਗਲੇ ਜਨਮ ਨੂੰ ਛੱਡੋ, ਇਹ ਜਨਮ 'ਚ ਕੀ ਕੰਮ ਆਇਆ ਸੀ, ਇੰਨੀ ਤਾਂ ਗੱਲ ਹੈ। ਉਹ ਕੰਮ ਕੀ ਸੀ? ਫਿਰ ਪ੍ਰਚਾਰ ਕਿਹੜੀ ਗੱਲ ਦਾ ਕਰਦੇ ਹੋ ਤੁਸੀਂ? ਕਿਰਪਾਨਾ ਕਿਹੜੀ ਗੱਲ ਦਾ ਪਾਉਂਦੇ ਹੋ? ਕੇਸ ਕਿਹੜੀ ਗੱਲ ਦਾ ਰਖਾਉਂਦੇ ਹੋ? ਦਸਤਾਰ ਮੁਕਾਬਲੇ ਕਿਹੜੀ ਗੱਲ ਦੇ ਕਰਾਉਂਦੇ ਹੋ? ਕੀ ਲੋੜ ਹੈ ਇਹਨਾਂ ਗੱਲਾਂ ਦੀ? ਬਿਜ਼ਨਸ ਹੈ ਉਹਨਾਂ ਦਾ। ਇਹ ਜੀ ਸੰਸਥਾ ਬਣਾਈ ਤੇ ਪੈਸੇ ਇਕੱਠੇ ਕਰਨੇ, ਰੋਟੀ ਖਾਣੀ। ਫਿਰ ਤਾਂ ਉਹਨਾਂ ਦਾ ਬਿਜ਼ਨਸ ਹੋਇਆ। ਤਾਂ ਹਾਂਜੀ, ਰਿੱਧਾ ਦਰ ਦਰਵਾਜੇ ਜਾਏ ਕੇ ਕਿਉਂ ਡਿਠੋ ਘੜਿਆਲ, ਇਹ ਨਿਰੋਸਾ ਮਾਰੀਐ ਹਮ ਦੋਸਾਂ ਦਾ ਕਿਆ ਹਾਲ। ਹਾਂ, ਦਰ ਦਰਵਾਜੇ ਜਾਏ ਕੇ ਕਿਉਂ ਡਿਠੋ ਘੜਿਆਲ, ਕਿਉਂ ਡਿਠੋ ਘੜਿਆਲ। ਇਹ ਜਿਹੜਾ ਅਸਲ 'ਚ ਬਾਹਰ ਘੜਿਆਲ ਦੀ ਗੱਲ ਨਹੀਂ ਹੈ। ਜਦ ਅੰਦਰ ਹਿਰਦੇ 'ਚ ਕਿਹਾ ਦਰਵਾਜੇ ਦੀ ਗੱਲ ਹੈ। ਦਰ ਦਰਵਾਜੇ ਰਸਮਦਾਰ ਦੇ ਜਦ ਅੰਦਰ ਗਿਆ, ਕਹਿੰਦਾ ਹਿਰਦਾ ਦੇਖਿਆ, ਘੜਿਆਲ ਹਿਰਦੇ ਨੂੰ ਕਹਿੰਦੇ। ਹਿਰਦੇ ਚੋਟ ਲੱਗਦੀ ਹੈ ਹਰੇਕ ਗੱਲ ਦੀ, ਅੰਦਰ ਚੋਟ ਨਹੀਂ ਲੱਗਦੀ। ਇਹ ਘੜਿਆਲ ਮਾਨੇ ਘੜਿਆਲ ਹੈ ਇਹਦਾ। ਜਿਹੜਾ ਮਾਨ ਹੈ, ਮਨ ਤੇ ਜਾਂ ਸੱਟ ਪੈਂਦੀ ਹੈ, ਘੜਿਆਲ ਇਹ। ਕਿਉਂ ਡਿਠੋ ਘੜਿਆਲ? ਕਹਿੰਦਾ ਤਾਂ ਅੰਦਰ ਜਾ ਕੇ ਮਨ ਦੇਖ ਲਿਆ। ਕਾਹਨੂੰ ਦੇਖਣਾ ਸੀ? ਇਹ ਅੱਧਾ ਕੁਛ ਦੇਖ ਲਿਆ ਇਹਨੇ, ਮਨ ਦੇਖ ਲਿਆ, ਤਨ ਚੋਂ ਮਨ ਅੱਡ ਕਰ ਲਿਆ। ਕਿਉਂ? ਕਹਿੰਦਾ ਮੇਰੇ ਮਨ ਤੇ ਬੜੀ ਸੱਟ ਪਈ। ਇਹਨਾਂ ਦਾ ਪਤਾ ਵੀ ਸਰੀਰ ਤੇ ਤਾਂ ਸੱਟ ਪਈ ਨਹੀਂ, ਗੱਲ ਦੀ ਸੱਟ ਮਨ ਤੇ ਪੈਣੀ ਹੈ। ਜਿਹੜਾ ਮੂੰਹ ਕਾ ਕਿਹਾ ਭਾਉ ਹੈ, ਇਹਦੀ ਸੱਟ ਤਾਂ ਮਨ ਤੇ ਵੱਜਣੀ ਹੈ। ਦੋ ਤਰ੍ਹਾਂ ਦੀ ਸੱਟ ਵੱਜਣੀ ਹੈ, ਇੱਕ ਇਹਨੂੰ ਭੰਨਣ ਵਾਸਤੇ ਵੱਜਣੀ ਹੈ, ਇੱਕ ਘੜਨ ਵਾਸਤੇ ਵੱਜਣੀ ਹੈ। ਅਸਲ 'ਚ ਹਰੇਕ ਸੱਟ ਘੜਨ ਵਾਸਤੇ ਹੀ ਹੈ। ਜਦ ਘੜਿਆ ਜਾਂਦਾ ਹੈ, ਪੁਰਾਣਾ ਰੂਪ ਮਿਟ ਜਾਂਦਾ ਹੈ, ਉਹ ਟੁੱਟ ਜਾਂਦਾ ਹੈ, ਨਵਾਂ ਆ ਜਾਂਦਾ ਹੈ। ਦੋਏ ਕੰਮ ਇੱਕੋ ਸੱਟ ਨਾਲ ਹੋ ਰਹੇ। ਸੱਟਾਂ ਡਰ ਨਹੀਂ ਹੈ। ਜਿਹੜਾ ਪਹਿਲਾ ਰੂਪ ਹੈ, ਜਦ ਘੜਨਾ ਹੈ, ਪਹਿਲੇ ਰੂਪ ਨੇ ਖਤਮ ਨਹੀਂ ਹੁੰਦਾ, ਚਲੇ ਜਾਣਾ। ਚਾਹੇ ਪਹਿਲਾ ਰੂਪ ਕੋਈ ਵੀ ਹੈ, ਪਹਿਲਾ ਰੂਪ ਖਤਮ ਹੋਊਗਾ ਤਾਂ ਦੂਆ ਰੂਪ ਉਹਦੀ ਜਗ੍ਹਾ ਰਹੂਗਾ। ਅੱਡੋ ਅੱਡੀ ਨਹੀਂ ਹੈ ਚੋਟ, ਐਵੇਂ ਲੱਗਦੀ ਹੈ ਸਾਨੂੰ। ਉਹੀ ਚੋਟ ਕਰਨ ਵਾਲੀ ਹੈ, ਉਹੀ ਚੋਟ ਤੋੜਨ ਵਾਲੀ ਹੈ। ਪਹਿਲਾ ਰੂਪ ਖਰੂਪ ਨਸ਼ਟ ਕੀਤਾ, ਭੰਨਿਆ। ਪਹਿਲਾ ਰੂਪ ਭੰਨਿਆ। ਜਿਵੇਂ ਕੋਈ ਪਲੇਨ ਚੀਜ਼ ਹੈ, ਪੱਥਰ ਹੈ, ਉਹਦੇ 'ਚ ਅਸੀਂ ਖੋਦ ਰਹੇ ਹਾਂ, ਕੁਛ ਮੂਰਤੀ ਬਣਾ ਰਹੇ ਹਾਂ, ਘੜ ਰਹੇ ਹਾਂ ਪੱਥਰ ਨੂੰ। ਘੜਨਾ ਵੇਲੇ ਟੁੱਟ ਰਿਹਾ ਪੱਥਰ, ਟੁੱਟ ਨਹੀਂ ਰਿਹਾ, ਟੁੱਟ ਵੀ ਰਿਹਾ, ਘੜ ਵੀ ਰਿਹਾ, ਦੋਵੇਂ ਕੰਮ ਇਕੱਠੇ ਹੋ ਰਹੇ ਨੇ। ਉਹ ਭਾਈ ਜੇ ਟੁੱਟੂਗਾ ਪੱਥਰ, ਜਿੱਥੇ ਨੱਕ ਬਣਨ ਵਾਲਾ ਟੁੱਟੂਗਾ ਤਾਂ ਹੀ ਉਹ ਨੱਕ ਬਣੂਗਾ। ਉੱਤੇ ਘੜਨਾ ਔਰ ਤੋੜਨਾ ਇਕੱਠਾ ਹੀ ਹੈ, ਐਟ ਏ ਟਾਈਮ ਹੈ। ਪੱਥਰ ਟੁੱਟੂ ਵੀ, ਥੱਲੇ ਕੰਕਰਾਂ ਗਿਰਨਗੀਆਂ ਵੀ, ਤਾਂ ਮੂਰਤੀ ਬਣੂਗੀ। ਮੂਰਤੀ ਜਦ ਬਣੀ ਹੈ, ਉਹਦਾ ਰੂਪ ਨਵਾਂ ਬਣਿਆ ਪੱਥਰ ਦਾ। ਪਹਿਲਾ ਰੂਪ ਖਤਮ ਨਹੀਂ ਹੋਇਆ ਪੱਥਰ ਦਾ, ਨਾਲ ਦੀ ਨਾਲ। ਪਹਿਲਾ ਰੂਪ ਸੀ ਉਹ ਤਾਂ ਖਤਮ ਹੋ ਗਿਆ, ਦੂਆ ਰੂਪ ਆ ਗਿਆ। ਫਿਰ ਚੋਟ ਘੜਨ ਵੇਲੇ ਯਾਰ ਕੋਈ ਮਾਰਦਾ ਰਿਹਾ ਚੋਟ ਦਾ। ਕਿਤੇ ਲੋੜ ਸੀ ਜ਼ਿਆਦਾ ਬੜੀ ਦੀ, ਉੱਥੇ ਬੜੀ ਮਾਰਤੀ। ਜਿੱਥੇ ਰਫ ਜਿਹਾ ਸੀ, ਨਹੀਂ ਖਤਰਾ ਸੀ। ਜਿੱਥੇ ਆ ਗਿਆ ਵੀ ਇੱਥੇ ਖਤਰਾ ਜ਼ਿਆਦਾ, ਚੋਟ ਮਾਰੀ ਤੇ ਇੱਥੇ ਬਰੀਕ ਮਾਰਦੀ ਹੈ। ਹੁਣ ਅੱਖ ਬਣ ਗਈ, ਫਿਰ ਤਾਂ ਨਾ ਚੋਟ ਤਕੜੀ ਮਾਰ ਸਕਦਾ। ਫਿਰ ਤਾਂ ਅੱਖ
फिर तो पत्थर और लिया पऊगा ਉਹਨੂੰ, ਅੱਖ ਤਾਂ ਉੱਥੇ ਰਹਿਣੀ नहीं। फिर इस कद चोट थोड़ी मारनी है, कद वड्डी मारनी है, गल अलग है। किहड़ी जगह चोट ज्यादा पैनी है, किहड़ी जगह घट पैनी है, वो गल अलग है। पर है चोट इको ही, घड़न वास्ते ही है, तोड़न वास्ते नहीं है। मानता आपे टुट जानी है, घड़न वेले ही टुटनी है ना। तो घड़िए घड़िए मारिए के है, तोड़िए तोड़िए मारिए नहीं कहा। हाँ, घड़िए घड़िए मारिए, तोड़िए तोड़िए तो क्या जी, मारिए। तोड़न वास्ते कोई भी चोट नहीं, एक भी बात, सारिया चोटां घड़न वास्ते। सानू लगता है तोड़न वास्ते, कह देते पहला रूप तोड़िया, करूप रूप तोड़िया, स्वरूप विचों निखारिया, विचों कढ़िया। हिंग सी पहला लवेटी हुई, वो हिंग घड़ के लाती, चाहे धो के लाती। थले वाला रूप ज्यादा है ना, उपला लाता। पत्थर के विच ही रूप मूर्ति का लुकिया होया सी, उतला जो फालतू सी पत्थर लाता, वो रूप निकला। हाँ जी, सीधा दर दरवाजे जाए के क्यों डिठो घड़ियाल, ए निरोसा मारिए हम दोषां दा क्या हाल। कहते निर्दोषा मारिए, मानता निर्दोषा, ये कीता था कुछ भी नहीं, मानने की दोष कीता। कहना कबीर जो कुछ किया सो मन किया, बूढ़ा बूढ़ा जाए, पर मन ने भी कुछ नहीं कीता। कीता की है, करता सकता ही नहीं कुछ है। जे कर सकता होंदा पुन पाप होंदा, ज्यादा सी कहना पुन पाप है वो नहीं, कीता ही नहीं, सोचिया ही है। करने वास्ते सोचता ही सी, होया तो है वो नहीं। चाहे होया नहीं अपराध, फिर निर्दोषा। पर इत्थे फर्क है, सिमरती उन्होंने निर्दोषा बनती है। संसारी कानून ने निर्दोषा मान लिया, सिमरती ने मान लिया ना, सिमरती ने दोषी मान लिया। जिन्हों सिमरती दोषी मानती है, जेड़े दोष दोष मानती है, उन्होंने गुरमत नहीं मानती। जे कोई अपराध होया नहीं ना है, किसी ने कीता, सोचा सी कीता नहीं, अपराध होया नहीं, सिमरती कहती है दोष नहीं। गुरबाणी भी नहीं दोष मानती। गुरबाणी ऐ मनती है भी तू जद मनदा सी मैं कुछ कर सकदा, ये तेरा भरम सी, भरम दूर करिया, दोष नहीं हैगा उत्थे भी। दोष गुरबाणी भी नहीं मनती। उन्हें सोचदा सी मैं कुछ कर सकदा, मनदा सी मैं कुछ कर सकदा। मनदा सी जिन्ना चिर मनदा उन्ना चिर सोचदा, जब मनदा नहीं फिर सोचण ते हट जांदा। जिन्ना चिर सानू लगदा है भी असीं कुछ कर सकते हैं, उन्ना चिर कुछ करन दा सोचते हैं। जिद्दण सानू तसल्ली हो जाती है भी असीं कुछ करे नहीं सकते, सोचना आपे ही बंद हो जाता। विषय ज्ञान दा ये सोच नूं बंद करना, समाधि लगनी, ये ज्ञान का विषय सी, अज्ञानता का विषय नहीं सी। लेकिन माड़ा वाले अज्ञानता नाल समाधि ला रहे हैं, जोगी भी अज्ञानता नाल समाधि ला रहे हैं, कामयाबी तुहानू नहीं मिली। तो गुरु नानक नूं तां ही सत पुछदे ने भी तुसीं किवें टेकिया तुहाडा मन। वो कहंदा भी ज्ञान का बद्धा मन रहे, गुरबन ज्ञान ना होए। यही कह रहे हैं, ये ज्ञान का जिद्दण इहनूं पता लग गया, समझ आ गई भी मेरे कीते कुछ नहीं हो सकता, उदण इहदी सोच आपे ही बंद हो जाती। बंद करने की लोड़ नहीं है, ये समझण की लोड़ है कि मेरा कीता कुछ हो ही नहीं सकता। सोचना भी बंद कर दो। जो सोचना शुरू भी करूँ बुद्धि जैसे बंद करनी, बेकार में की फायदा, आदत पई हुई है तेन। बस फिर हौली हौली कुछ रह जा चलूगा। ये सोचन लगूगा वो तो बंद कर दूंगी, ये सोचन लगूगा तो बंद कर दूंगी, फिर हटे जाऊगा, सुभाव बदल जूगा। कहना
ਜਦ ਮੈਂ ਘੜਿਆਲ ਦੇਖਿਆ, ਮਨ ਦੇਖਿਆ, ਇਹ ਤਾਂ ਕੁੱਟ ਪੈਂਦੀ ਦੇਖੀ ਗੁਰਬਾਣੀ ਦੀ। ਕਿਉਂ ਡਿਠੋ ਘੜਿਆਲ, ਇਹ ਨਿਰਦੋਸ਼ਾਂ ਚੋਟ ਤਾਂ ਮਾਰੀਐ। ਹਰੇਕ ਮਨ ਦੇ ਉੱਤੇ ਹੀ ਪੈਂਦੀ ਹੈ। ਐ ਕਹਿੰਦਾ ਉਹ ਚੋਟ ਤਾਂ ਸਾਰੀ ਗੁਰਬਾਣੀ ਮਨ ਦੇ ਉੱਤੇ ਕਰ ਰਹੀ ਹੈ। ਕਿਉਂ ਡਿਠੋ ਘੜਿਆਲ, ਕਹਿੰਦਾ ਕਾਹਨੂੰ ਦੇਖਣਾ ਸੀ ਇਹ ਘੜਿਆਲ ਤਾਂ। ਇਹ ਵੀ ਦੋਸਾ ਮਾਰੀ ਆ, ਹਮ ਦੋਸਾਂ ਦਾ ਕਿਆ ਹਾਲ। ਇਹ ਤਾਂ ਵਿਚਾਰਾ ਉਹੀ ਗੁੱਟੀ ਦਾ ਕੀ ਅਪਰਾਧ ਤਾਂ ਨੇ ਕੋਈ ਵੀ ਨਹੀਂ ਕੀਤਾ। ਉਹ ਜਿਹੜਾ ਹਮਦੋਸ ਅੰਦਰਲਾ ਹੈ ਨਾ, ਜਿਹ ਚ ਹੋਂ ਹੈ, ਉਹ ਕਹਿੰਦਾ ਵੀ ਦੋਸਤ ਅਸਲ ਚ ਮੇਰਾ, ਮਨ ਤਾਂ ਮੇਰਾ ਹੀ ਹੈ। ਮਨ ਤਾਂ ਦੋਸਤ ਕੋਈ ਨਹੀਂ, ਦੋਸਤ ਤਾਂ ਮੇਰਾ। ਛਿੱਤਰ ਪਰੇਡ ਮੰਨਤੇ ਹੁੰਦੀ ਹੈ, ਦੋਸਤ ਮੇਰਾ। ਸਾਰੇ ਮਨ ਨੂੰ ਟਾਰਗੇਟ ਲਾਉਣਾ ਹੀ ਬੈਠੇ, ਜਿਹਦਾ ਮਨ ਉਹ ਭਰੀ ਹੈ, ਉਹਨੂੰ ਕਹਿੰਦੇ ਨਹੀਂ ਕੁਛ। ਉਹਦਾ ਨਾਮ ਕੀ ਹੈ? ਉਹ ਪ੍ਰਭ ਹੈ। ਉਹ ਪ੍ਰਭ ਹੈ, ਉਹਦੇ ਨਾਮ ਵਧੀਆ ਵਧੀਆ ਰੱਖੇ ਨੇ ਸਾਰਿਆਂ ਨੇ। ਉਹਦੀ ਪੂਜਾ ਵੀ ਹੁੰਦੀ ਹੈ। ਕਹਿੰਦਾ ਦੋਸਤ ਤਾਂ ਮੇਰੇ ਚ ਹੈ, ਮੇਰਾ ਕੀ ਹਾਲ ਹੋਊ। ਅਸਲ ਚ ਉਹੀ ਫਿਰਦਾ, ਇਹ ਬ੍ਰਹਮੇ ਫਿਰਦਾ ਹੈ ਇਹਦੇ ਵਿੱਚ। ਮਾਇਆ ਚ ਕੌਣ ਹੈ? ਬ੍ਰਹਮ। ਬ੍ਰਹਮੇ ਮਾਇਆ ਚ ਫਿਰਦਾ, ਕਮੀ ਬ੍ਰਹਮ ਦੇ ਵਿੱਚ ਹੈ। ਬ੍ਰਹਮ ਦੀ ਉਦਾਲ ਹੋਈ ਹੋਈ ਹੈ। ਬ੍ਰਹਮ ਚ ਕਮੀ ਆਈ ਹੋਈ ਹੈ। ਬ੍ਰਹਮ ਚ ਕੀ ਕਮੀ ਹੈ? ਪੂਰਨ ਬ੍ਰਹਮ ਹੈ ਨਹੀਂ ਹੈ। ਬ੍ਰਹਮ ਨੇ ਪੂਰਨ ਬ੍ਰਹਮ ਬਣਨਾ, ਕਮੀ ਤਾਂ ਫਿਰ ਉਹ ਚ ਹੈ, ਦੋਸਤ ਉਹ ਚ ਹੈ। ਇਹ ਫਿਰ ਅਕਲ ਦੇ ਉੱਤੇ ਜਾਂਦਾ। ਅਕਲ ਨੇ ਕੰਮ ਕੀਤਾ, ਆਪਣੀ ਫੇਮ ਨਹੀਂ ਕਸੂਰ ਬਣਦਾ। ਇਹ ਕੁਝ ਇਹੋ ਜਿਹੀ ਗੱਲ ਕਹਿ ਰਿਹਾ। ਹੋਰ ਬਾਹਰਲੀ ਘੜਿਆਲ ਦਾ ਕੀ ਆ? ਨਾਲੇ ਉਹ ਮੰਦਰ ਨਹੀਂ ਨਾ ਕਹਿੰਦਾ ਵੀ ਮੈਂ ਮੰਦਰ ਗਿਆ, ਦਰਵਾਜ਼ੇ ਦਰ ਦਰਵਾਜ਼ੇ ਕਿਹਾ ਹੈ ਨਾ। ਘੜਿਆਲ ਮੰਦਰ ਚ ਹੁੰਦਾ, ਮੰਦਰ ਵਾਲੀ ਠੋਕਦੀ ਦੀ। ਹਾਂ, ਘੜਿਆਲ ਮੰਦਰ ਚ ਹੁੰਦਾ, ਮੰਦਰ ਚ ਰੱਖਦੀ। ਮੰਦਰ ਦੀ ਗੱਲੇ ਨਹੀਂ ਹੈ, ਮੰਦਰ ਹੁੰਦਾ ਲਿਖਿਆ ਹੋਇਆ। ਦਰਵਾਜ਼ੇ ਦਾ ਮਤਲਬ ਕੁਝ ਹੋਰ ਕਹਿ ਰਿਹਾ। ਨਾਲੇ ਉਹ ਨਹੀਂ ਦੇਖਿਆ, ਉਹ ਫਰੀਦ ਨੇ ਦੇਖਿਆ ਘੜਿਆਲ। ਇਹ ਉਹ ਤਾਂ ਸਾਰੀ ਦੁਨੀਆ ਦੇਖਦੀ, ਉਹ ਤਾਂ ਸਾਰੀ ਦੁਨੀਆ ਦੇਖਦੀ। ਉਹਦਾ ਕੀ ਹੈ? ਹਾਂਜੀ, ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ, ਸੋ ਹੇੜਾ ਘੜਿਆਲ ਜਿਉ ਦੁਖੀ ਰਹਿਣ ਬਿਹਾਏ। ਆ ਦੇ ਵਿਆਖਿਆ ਕਰ ਗਿਆ, ਬਾਹਰਲਾ ਘੜਿਆਲ ਨਾ ਸਮਝ ਲਿਓ। ਉਹ ਹੇੜਾ ਘੜਿਆਲ ਜਿਉ ਦੁਖੀ ਰਹਿਣ। ਉਹ ਜਿਹੜਾ ਹਿਰਦਾ ਉਹੀ ਘੜਿਆਲ ਵਰਗਾ। ਜਿਹੜੀ ਰੋਸ਼ਨੀ ਹੈ ਨਾ ਆਲੇ ਦੁਆਲੇ, ਜਿਹਦੇ ਵਿੱਚ ਮਨ ਮੈਂ ਆਪ ਹੈ, ਉਹ ਜਿੰਨੀ ਰੋਸ਼ਨੀ ਹੈ ਸਾਡੀ ਆਕਾਸ਼ ਦੀ, ਉਹਨੂੰ ਹਿਰਦਾ ਹੀ ਕਹਿੰਦੇ ਅਸੀਂ। ਅਸਲ ਹਿਰਦਾ ਉਹੀ ਹੈ। ਮਨ ਦਾ ਵਜੂਦ ਹਿਰਦਾ ਹੀ ਹੈ। ਮਨ ਮੰਦਰ ਹੈ। ਹਾਂ, ਮੰਦਰ ਹੀ ਹੈ ਮਨ। ਘੜੀਏ ਘੜੀਏ ਮਾਰੀਏ ਪਹਿਰੀ ਲਹੇ ਸਜਾਏ, ਸੋ ਹੇੜਾ ਘੜਿਆਲ ਜਿਉ ਦੁਖੀ ਰਹਿਣ ਬਿਹਾਏ। ਅਸਲ ਦੇ ਵਿੱਚ ਘੜੀਏ ਘੜੀਏ ਮਾਰੀ ਹੈ, ਮਨ ਨੂੰ ਕਰ ਰਹੇ ਆ, ਮਾਰਦੇ ਨਹੀਂ। ਇਹਦਾ ਰੂਪ ਕਰੂਪ ਹੋਇਆ ਹੋਇਆ। ਇਹ ਕਰੂਪ ਰੂਪ ਤੇ ਇਹਦਾ ਸਰੂਪ ਬਣਾ ਰਹੇ। ਅਣਜਾਣ ਜਿਹੜੇ ਸੀ ਬੰਦੇ ਇੱਥੇ ਦੇ, ਜਾਣਕਾਰੀ ਨਹੀਂ ਸੀ ਜਿਨ੍ਹਾਂ ਨੂੰ ਸੱਚ ਦੀ, ਉਹਨਾਂ ਨੇ ਮਨ ਦਾ ਰੂਪ ਵਿਗਾੜਤਾ। ਇਹ ਸਤ ਸਰੂਪ ਹੈ, ਘੜਨ ਲੱਗੇ ਤੇ ਕੁਝ ਹੋਰੇ ਬਣਾਤਾ। ਇਹਨੂੰ ਘੜਨ ਲੱਗੇ ਤੇ ਦੇਣ ਲੱਗੇ ਤੇ ਮਤ। ਜਿਨ੍ਹਾਂ ਨੇ ਮਤ ਦਿੱਤੀ, ਕੁਮਤ ਦੇਤੀ ਉਹਨਾਂ ਕੋਲ ਥੀਓ ਕੁਮਤ। ਮਤ ਹੈ ਨਹੀਂ ਸੀ, ਸੁਮਤ ਹੈ ਨਹੀਂ ਸੀ। ਸੁਮਤ ਦਿੰਦਿਆਂ ਨੇ ਸੁਮਤ ਦੇ ਉਹਨਾਂ ਕੋਲ ਕੁਮਤ ਸੀ, ਜਿਹੜੀ ਉਹਨੂੰ ਸਮਤ ਮੰਨੀ ਬੈਠੇ ਸੀ, ਉਹ ਦੇਤੀ। ਇਹਦਾ ਗਿਆ ਰੂਪ ਵਿਗੜ। ਹੁਣ ਜਦ ਸੁਮਤ ਵਾਲੇ ਕੋਲ ਚਲਿਆ ਗਿਆ, ਅਸਲੀ ਕਾਰੀਗਰ ਕੋਲ ਚਲਿਆ ਗਿਆ, ਉਹ ਲੈ ਕੇ ਬਹਿਤ ਆ ਗਿਆ ਪੱਥਰ ਨੂੰ। ਪਰ ਅਣਜਾਣ ਸੀ, ਮੂਰਤੀ ਘੜਨ ਲੱਗ ਗਿਆ ਸੀ, ਉਹਦੇ ਵਿਗੜ ਗਿਆ ਕੰਮ। ਜਦ ਦੇਖਿਆ ਵੀ ਸੂਤ ਨਹੀਂ ਆਉਂਦਾ, ਫਿਰ ਉਹ ਦੂਏ ਕਾਰੀਗਰ ਕੋਲ ਲੈ ਗਏ। ਲੈ ਵੀ ਇੰਨਾ ਕਹਿੰਦੇ ਬਣਾਤਾ, ਕੰਮ ਹੋ ਗਿਆ ਖਰਾਬ, ਸਾਰਾ ਹੀ ਖਰਾਬ ਨਾ ਹੋ ਜਾਵੇ, ਹੁਣ ਤੂੰ ਸਾਂਭ ਲੈ। ਹੁਣ ਉਹ ਜਦ ਘੜੂਗਾ ਦੁਬਾਰਾ, ਉਹਨੂੰ ਘੜੇ ਹੋਏ ਨੂੰ ਘੜੂਗਾ। ਉਹ ਘੜਿਆ ਤਾਂ ਪਹਿਲਾਂ ਵੀ ਹੋਇਆ, ਉਹ ਆਪਣੇ ਹਿਸਾਬ ਨਾਲ ਘੜੂਗਾ।
ਅਸਲ ਘੜੀਏ ਘੜੀਏ ਮਾਰੀਏ ਪੈਰੀ ਲਹੇ ਸੁਜਾਏ। ਪੈਰੀ ਲਏ ਸਜਾਏ, ਇਹ ਅਸਲ ਦੇ ਵਿੱਚ ਜੋ ਇਹਨਾਂ ਸ਼ਕਲ ਬਣਾਈ ਹੋਈ ਹੈ ਨਾ ਆਪਣੇ, ਜੋ ਧਾਰਨ ਕੀਤੀ ਹੋਈ ਹੈ ਮੱਤ, ਧਾਰਨ ਕੀਤੀ ਹੋਈ ਹੈ, ਪਹਿਰੀ ਹੋਈ ਹੈ ਜੋ ਮੱਤ, ਜੋ ਇਹਨੇ ਮੰਨ ਲਿਆ ਕੁਝ ਗਲਤ, ਇਹ ਉਹ ਮਨਾਵਤ ਦੀ ਉਹ ਸਜ਼ਾ ਲੈ ਰਿਹਾ। ਜੋ ਇਹਨੇ ਧਰਮ ਧਾਰਨ ਕਰ ਲਿਆ ਉਹ ਇਹਨੂੰ ਐਂ ਲੱਗਦੀ ਹੈ ਜੇ ਛਡਾਉਣਾ ਪੈਂਦਾ, ਇਹ ਲੱਗਦਾ ਵੀ ਸਜ਼ਾ ਹੈ। ਰੂਪ ਨੂੰ ਛੱਡਣ ਦੀ ਸਜ਼ਾ ਹੀ ਆ, ਹੋਰ ਕੁਛ ਨਹੀਂ ਹੈ। ਪੁੰਨ ਪਾਪ ਹੁੰਦਾ ਹੈ, ਇਹ ਮੰਨੀ ਬੈਠਾ ਹੈ, ਜਦ ਇਹ ਛਡਾਉਣੇ ਆ ਇਹ ਸਜ਼ਾਵੰਦ ਹੈ। ਮੈਂ ਕੁਛ ਨਹੀਂ ਕਰ ਸਕਦਾ, ਇਹ ਜੇ ਇਹਨੂੰ ਕਹੀਏ ਵੀ ਇਹ ਕਹਿ ਨਹੀਂ, ਉਹ ਕਹਿੰਦਾ ਮੈਂ ਕਿਉਂ ਨਹੀਂ ਕਰ ਸਕਦਾ, ਮੈਂ ਤਾਂ ਕਰ ਸਕਦਾ। ਜੇ ਕਹੀਏ ਰਾਤ ਕਹੇ, ਉਹ ਕਹਿੰਦਾ ਨਹੀਂ ਦਿਨ ਨਿਕਲਿਆ ਹੈ। ਨਸ ਕਹੀਏ ਤਾਂ ਸਮਝੇ ਆ ਪ੍ਰੋਬਲਮ ਹੈ। ਇਹ ਕਹਿੰਦਾ ਲੈ ਚੰਗਾ ਭਲਾ ਦਿਨ ਚੜਿਆ, ਮੈਨੂੰ ਕਹਿੰਦਾ ਰਾਤ ਕਹੇ ਸਜ਼ਾਵੰਦ ਹੈ। ਇਸ ਗੱਲ ਦੀ ਉਹ ਸਜ਼ਾਵੰਦ ਹੈ, ਹੋਰ ਕੁਛ ਨਹੀਂ ਹੈ। ਸਜ਼ਾ ਵਰਗੀ ਕੋਈ ਚੀਜ਼ ਨਹੀਂ। ਘੜੀਏ ਘੜੀਏ ਮਾਰੀਏ ਪਹਿਰੀ ਲਏ ਸੁਜਾਏ। ਜਿਹੜੀਆਂ ਨੇ ਸ਼ਕਲ ਬਣਾ ਲਈ ਤਾਂ ਸਜ਼ਾ ਮਿਲਦੀ ਹੈ। ਉਹ ਸ਼ਕਲ ਠੀਕ ਕਰਦੀਆਂ ਦੀ ਸਜ਼ਾ ਕਾਹਨੂੰ ਹੈ। ਪਹਿਰੀ ਲਏ ਸਜਾਏ, ਸੋ ਹੇੜਾ ਆਪਣੀ ਮਰਜ਼ੀ ਨਾਲ ਜੋ ਮਤ ਬਣਾ ਲਈ ਉਹ ਸਜ਼ਾ ਤਾਂ ਮਿਲਦੀ ਹੈ। ਮਰਜ਼ੀ ਇਹਦੀ ਚੱਲੀ ਉਹ ਚ, ਆਪਣੀ ਮਰਜ਼ੀ ਦੀ ਮਤ ਧਾਰਨ ਕਰੀਏ, ਹੁਣ ਆਪਣੀ ਮਰਜ਼ੀ ਛੱਡਣੀ ਹੈ। ਮਰਜ਼ੀ ਜਿਹੜੀ ਛੱਡਣੀ ਹੈ ਉਹਨੂੰ ਸਜ਼ਾ ਮਿਲਦਾ। ਪਹਿਰੀ ਲਏ ਸਜਾਏ, ਸੋ ਹੇੜਾ ਘੜਿਆਲ ਜੋ ਦੁਖੀ ਰਹਿਣ ਬਿਹਾਏ। ਸੋ ਹੇੜਾ ਘੜਿਆਲ ਜੋ, ਬਸ ਉਹ ਹਿਰਦੇ ਦੇ ਵਿੱਚ ਹੀ ਉਹ ਘੜਿਆਲ ਵਰਗਾ ਸਮਝ ਲਓ, ਜਿਹੜਾ ਦੁੱਖ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਹੈ, ਉਹਨੂੰ ਸੁਖੀ ਬਣਾਉਣਾ ਹੈ। ਹਿਰਦੇ ਵਿੱਚ ਸੁੱਖ ਪੈਦਾ ਕਰਨਾ ਹੈ। ਉਹ ਹਿਰਦਾ ਘੜਿਆਲ ਵਰਗਾ ਹੀ ਹੈ। ਜੇ ਉਹ 'ਚ ਸੁੱਖ ਪੈਦਾ ਕਰਨਾ ਹੈ, ਉਹਦੀ ਸ਼ਕਲ ਬਦਲਣੀ ਹੈ, ਤਾਂ ਉੱਥੇ ਚੋਟ ਖਾਣੀ ਪਊ। ਸੁੱਖ ਵਾਸਤੇ ਖਾਣੀ ਪਊ। ਉਹ ਚੋਟ, ਹਰ ਚੋਟ ਸੁਖਦਾਇਕ ਹੈ। ਹਰ ਚੋਟ 'ਚੋਂ ਸੁੱਖ ਮਿਲੂਗਾ, ਉਹ 'ਚ ਦੁੱਖ ਨਹੀਂ ਮਿਲ ਸਕਦਾ। ਜੇ ਦੁੱਖ ਮੰਨਦਾ ਤਾਂ ਇਹ ਮੂਰਖ ਹੈ, ਇਹਨੂੰ ਸਮਝ ਨਹੀਂ। ਬੇਸਮਝੀ ਕਰਕੇ ਦੁੱਖ ਮੰਨਦਾ। ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ ਸੌ ਬਰਿਆ ਜੀਵਣਾ ਤਾਂ ਵੀ ਤਨ ਹੋਸੀ ਖੇ। ਵੀ ਤਨ ਹੋਸੀ ਖੇ ਥੋੜਾ ਬਹੁਤਾ ਤਾਂ ਆ ਗਿਆ ਇਹਨੂੰ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ। ਸ਼ੇਖ ਫਰੀਦ ਕਹਿੰਦਾ ਵੀ ਬੁੱਢਾ ਹੋ ਗਿਆ ਹੁਣ ਤਾਂ ਸਰੀਰ। ਸ਼ੇਖ ਫਰੀਦ ਤਾਂ ਬੁੱਢਾ ਹੋਇਆ ਨਹੀਂ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਕੰਬਣ ਲੱਗੀ ਦੇ, ਜੇ ਸੌ ਬਰਿਆ ਜੀਵਣਾ ਵੀ ਤਨ ਹੋਸੀ ਖੇ। ਭਈ 100 ਵਰਿਆਂ ਤੱਕ ਵੀ ਜੇ ਜਿਉਂਦੇ ਰਹੀਏ ਫਿਰ ਵੀ ਸਰੀਰ ਦੀ ਤਾਂ ਖੇ ਹੋਣੀ ਹੋਣੀ। ਵੀ 100 ਵਰਿਆਂ ਜੀਵਣਾ ਵੀ ਤਨ, ਜੇ 100 ਵਰਿਆਂ ਜੀਵਣਾ ਵੀ ਤਾਂ ਖੇ ਹੋਣੀ ਹੋਣੀ। ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ। ਕੋਈ ਕਹੇ ਹੁਣ ਮੈਂ ਬੁੜਾ ਹੋ ਗਿਆ ਜੀ, ਹੁਣ ਆਹ ਹੋ ਗਿਆ, ਬਹੁਤ ਸਾਰੇ ਚਿੰਤਾ ਕਰੀ ਜਾਂਦੇ ਨੇ, ਹੁਣ ਤਾਂ ਵੀ ਉਹ ਨਹੀਂ ਹੁੰਦਾ, ਹੁਣ ਤਾਂ ਉਹ ਨਹੀਂ ਹੁੰਦਾ। ਫਿਰ ਯਾਦ ਕਰੀ ਜਾਂਦਾ ਜਵਾਨੀ ਇਹ ਜਿਹੀ ਹੁੰਦੀ ਸੀ, ਫਲਾਨਾ ਹੁੰਦਾ, ਢਿਮਕਾ ਹੁੰਦਾ ਸੀ, ਵੀ ਇਹੀ ਕੁਛ ਰਹਿ ਗਿਆ, ਹੋਰ ਕੁਛ ਸਿੱਖਿਆ ਨਹੀਂ ਸਾਰੀ ਜ਼ਿੰਦਗੀ 'ਚ। ਪਿਛੇ ਨੂੰ ਮੁੜਨਾ ਚਾਹੁੰਦੇ ਨੇ। ਉਹ ਸਾਡੇ ਖੂਹ ਹੁੰਦੇ ਸੀ, ਉੱਥੇ ਐਂ ਕਰਦੇ ਸੀ, ਉੱਥੇ ਖੇਡਦੇ ਨੇ। ਤੁਸੀਂ ਪਿਛੇ ਨੂੰ ਝਾਕਦੇ ਹੋ, ਗਾਹਾਂ ਨੂੰ ਝਾਕੋ। ਗਾਹਾਂ ਨੂੰ ਨਹੀਂ ਝਾਕਦੇ, ਗਾਹਾਂ ਚਾਹੇ ਮੂੰਹ ਪਰ ਡੇਪਣ ਜਾ ਕੇ, ਪਿਛੇ ਨੂੰ ਝਾਕਦੇ। ਨਿਆਣਿਆਂ ਨੂੰ ਸਿਖਾਉਂਦੇ ਰਹੇ ਨੇ ਕਿ ਅੱਗੇ ਦੇਖ ਕੇ ਚੱਲੀਦਾ, ਆਪ ਪਿਛੇ ਨੂੰ ਦੇਖ ਰਹੇ ਨੇ। ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਵੀ ਅੱਗੇ ਦੇਖ ਕੇ ਚੱਲੀਦਾ, ਆਪ ਪਿਛੇ ਨੂੰ ਦੇਖ ਰਹੇ ਨੇ। ਵੀ ਜਿਨ੍ਹਾਂ ਦੇ ਟੀਚਰ ਇਹੋ ਜਿਹੇ ਹੁਣ, ਉਹ ਵਾਲਿਆਂ ਜੋ ਜਿਹੇ ਕੁਝੇ ਹੋਣੇ ਨੇ, ਹੋਰ ਕਹੇ ਕੀ ਹੁਣ, ਉਹਨਾਂ ਦੀ ਔਲਾਦ ਉਹੋ ਜਿਹੀ ਹੋਣੀ। ਜਿਹੜੇ ਆਪ ਪਿਛੇ ਨੂੰ ਦੇਖਦੇ ਨੇ, ਬੱਚਿਆਂ ਨੂੰ ਕਹਿੰਦੇ ਨੇ ਅੱਗੇ ਨੂੰ ਦੇਖੋ। ਉਹਨਾਂ ਦੀ ਗੱਲ ਦਾ ਅਸਰ ਕੀ ਹੋਣਾ, ਕੀ ਉਹਨਾਂ ਨੇ ਸਿੱਖਿਆ ਦੇ ਦੇਣੀ। ਹਾਂਜੀ। ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਵੀ ਤਨ ਹੋਸੀ ਖੇ। ਉਹ ਜੇ 100 ਵਰਿਆਂ ਤੱਕ ਵੀ ਜਿਵੇਂ ਫਿਰ ਕਿਹੜਾ ਕੋਈ ਰੱਜ ਜੂਗਾ। ਰੱਜ ਨਾ ਕੋਈ ਜੀਵਿਆ, ਇਹ ਤਾਂ ਖੇ ਹੋਣੀਆਂ ਹੋਣੀਆਂ। ਫਰੀਦ ਕਹਿੰਦਾ ਇਹਦੀ ਚਿੰਤਾ ਨਹੀਂ ਕਰੀਦੀ। ਤੁਸੀਂ 100 ਵਰੇ ਦੇ ਵਿੱਚ ਕਮਾਇਆ, ਹੁਣ ਤੇ ਕੀ ਕਮਾਇਆ? ਜੇ ਹੁਣ ਤੇ ਗਵਾਇਆ ਜਾਂ ਕੁਝ 10-20 ਸਾਲ ਜ਼ੋਰ ਗਵਾਉਂਗੇ। ਉਹ ਕਹਿੰਦਾ ਜੂਆ ਖੇਡਦਾ, ਕਹਿੰਦਾ ਕੀ ਜਿੱਤਿਆ? ਕਹਿੰਦਾ ਵੀ ਹਾਰਦਾ ਹੀ ਆਇਆ।
कहना बंद कर दे इत्थे। कहना क्यों होर हारेगा अज तेरी हारे है ये बंद कर दे इत्थे तू जिहड़ा सोचदा मैं जित जूंगा होर हारेगा अज तेरी हार है अज ना खेड ये छेतियों बहुती लंबी नहीं फिर उम्र की आस करी दी जिथे हारदा होवे जूगा होर हार जूगा होर नुकसान होऊगा पर जोहारी नूं आंदा मैनूं मोड़ पै जू तो है ना हाँ जी जे 100 वरिया जीवना भी तन होसी खे तां भी तन दी तां खई होनी है फरीदा बार पराया बेसना साई मुझे ना दे जे तू एवें रखसी जीव शरीरों ले बार पराए बैसना साई मुझे ना दे मैनू अपना घर दे निज घर च बैसन दा मैनू बिठाल हे साई ये जिहड़ी त्रिकुटिया पराया बार है इत्थे इत्थे ही गिरफ्तार होंदा तोता है इत्थे चुकदा चौका है बैठ के अखां दे राही अखां राही रस लैंदा इत्थे त्रिकुटी च बैठ के जिहड़ा रंग रस है और रूप रस है एक कित्थे लैंदा बैठ के अखां च त्रिकुटी च कन रस कित्थे लैंदा कन तो बाहर ने अंदर चीज जाऊगी गां जाऊगी रस तो गां आऊगा कि राग रस कित्थे आउंदा त्रिकुटी च ये सारे ही रस राग रस रंग रस रूप रस गंध रस स्मैल नक दे विच ओह गां जाके ये सारे ही रस पंजे त्रिकुटी च आउंदे ने माया दे जिन्ने रस सिर्फ नाम का रस त्रिकुटी नहीं होता नाम का नहीं रस त्रिकुटी च माया दे रस त्रिकुटी च सारे ये पराया बार है जिथे माया दे रस ने निज घर दे विच माया नहीं हुंदी निज घर सचखंड है उत्थे माया नहीं हुंदी जे माया दे रस लैणे ने तां अपना घर छड्ड के पराए बार जाना पऊगा आ जिहड़े लोक है पराया बार है सचखंड सारे निज घर है दो ही घर ने लोक और परलोक आ लोक जिहड़ा पराया घर है लोक आ लोक पराया बार है जिहड़ा परलोक और निज घर है तां ही कहंदे परलोक गमन कर गया जिहड़ा मर जांदा है परलोक सुधार गया संत मरे क्यों रोइयो जो अपने ग्रह जाए वो अपने घर जा रहा है निज घर शरीर छड्ड के जा रहा है आ जिहड़ा बाहरला शरीर है ਇਹਦੇ ਹੁੰਦੇ ਹੋਏ ਮੈਨੂੰ त्रिकुटी चों ਕੱਢ के परलोक च वाड़ दे हिरदे च टिका दे मैं लोक च ना रहां जिउंदा ही शरीर दे रहंदे हुंदे लोक च मैं रहदा ही ना आ कह रहा कोई फरीद बार पराए वैसन हुणे की करदे ने जद कोई ग्रह प्रवेश दा करदा ना ਇਹ ਉਦੋਂ शब्द पढ़ दिंदे ने बार पराए वैसन मैनू साई मुझे ना दे मैनू अपना घर दे चाहे उहदियां 10 कोठियां पहला होण पहला भी मकान सी कि नवां बना लिया बाहर वो तो पहला सीगा ही या किसी मुंडे नूं बना के दिता उत्थे भी यही शब्द पढ़ दिंदे तुसीं देखदा रहो तो नवां बना के दिता मुंडे नूं ओह तां हैगा पहला किड्डे डफर आदमी ने ना होरा की ਇਹੋ ਜਿਹੇ शब्द ने ਇਹੋ ਜਿਹੇ लाए हुए ने इन्हां ने ਉਹ ਕੀ ਕਹ ਰਿਹਾ ਬਾਰ ਪਰਾਏ ਵੈਸਣਾ ਸਾਈਂ ਮੁਝੇ ਨਾ ਦੇ ਮੈਨੂੰ ਆ ਲੋਕ ਜੋ ਕੱਢ ਕੇ ਪਰਲੋਕ ਚ ਲੈ ਜਾ ਆਪਣੇ ਘਰ ਜੇ ਇਹ ਵਿਆਖਿਆ ਕਰਦੀ ਉਸ ਘਰ ਚ ਜੁੱਤੀ ਖੋਲ ਲੈਣਗੇ ਉਹਦੇ ਤੇ ਵੀ ਕੰਜਰ ਦੇ ਅਸੀਂ ਕੋਠੀ ਬਣਾਈ ਆ ਤੂੰ ਕਹਿੰਦਾ ਸਾਰਾ ਟੱਬਰ ਮਾਰ ਕੇ ਉੱਥੇ ਲੈ ਜਾ ਤੂੰ ਸਾਡਾ ਟੱਬਰ ਪਰ ਪਾਉਣਾ ਇੱਥੇ ਵੀ ਜੋ ਨਹੀਂ ਮਰ ਜਾਓ ਸਾਰੇ ਅਸੀਂ ਕੋਠੀ ਦਾ ਬਣਾਇਆ पाया तेन मैं देखा तो सद्या सी रहन वास्ते बनाई अभी रहन वास्ते बनाई है तू कहना इथों कट के मैनू परलोक ले जा जे पिछों भी दस दे छितर फेरन ते उन्होंने परलोक ते की लेना जिन्होंने कोठी बनाई है बई तू उन्होंने देन लग गया सिक्ख्या ना तैं लेना ना उन्होंने लेना
ਤੂੰ ਬਾਰ ਪਰਾਏ ਦੇ ਅਰਥ ਹੋਰ ਹੀ ਕਰੀ ਜਾਂਦਾ। ਕਿਉਂ ਗੁਰਬਾਣੀ ਵਿਗਾੜਦੇ ਹੋ ਜੇ ਤੁਹਾਨੂੰ ਨਹੀਂ ਪਤਾ? ਹੋਰ ਕੁਝ ਪੜ੍ਹ ਲਓ, ਹੋਰ ਬਥੇਰੇ ਸ਼ਬਦ ਨੇ, ਖੁਸ਼ੀ ਦਾ ਪੜ੍ਹ ਦੋ ਇਹਨਾਂ ਦੇ। ਹਾਂਜੀ, ਫਰੀਦਾ ਬਾਹਰ ਪਰਾਇਆ ਵੈਸਲਾ ਸਾਈਂ ਮੁਝੇ ਨਾ ਦੇ, ਜੋ ਤੂੰ ਐਵੇਂ ਰਖਸੀ, ਜੇ ਤੂੰ ਐਵੇਂ ਰਖਸੀ ਜਿਉ ਸਰੀਰੋਂ ਲੈ। ਜੇ ਤੂੰ ਐਵੇਂ ਰੱਖਦੀ ਜਿਉ ਸਰੀਰੋਂ ਲੈ। ਜਿਉ ਸਰੀਰੋਂ ਲੈ। ਹੁਣ ਇਹਨਾਂ ਦਾ ਤਾਂ ਹੋ ਗਿਆ ਘਰ ਭਾਈ ਨਵਾਂ, ਇਹਨਾਂ ਨੂੰ ਤਾਂ ਜਿਹੜੀ ਜਿਨ੍ਹਾਂ ਦਾ ਨਵਾਂ ਨਹੀਂ ਉਹਨਾਂ ਨੂੰ ਕਹਿਤਾ ਵੀ ਜੇ ਤੂੰ ਮੈਨੂੰ ਨਹੀਂ ਕੋਠੀ ਦੇਣੀ ਮੈਨੂੰ ਮਾਰ ਦੇ। ਉਹਦਾ ਟੱਬਰ ਮਾਰਦਾ ਜਾਂ ਤਾਂ ਉਹਨਾਂ ਦਾ ਮਾਰਦਾ ਜਾਂ ਸੰਗਤ ਦਾ ਮਾਰਦਾ, ਦੋਏ ਗੱਲ ਪੈਣਗੇ ਉੱਠ ਕੇ ਵੀ ਜੇ ਤੂੰ ਮੈਨੂੰ ਏਦਾਂ ਹੀ ਕਰਨਾ। ਪਰਾਏਦਾਰ ਜਿਹੜੇ ਕਿਰਾਏਦਾਰ ਵਿਚਾਰੇ ਬੈਠੇ ਨੇ ਉਹ ਤਾਂ ਇਹੀ ਕਹਿਣਗੇ ਵੀ ਤੂੰ ਜੋ ਜੀਓ ਸਰੀਰੋਂ ਲੈ ਕਹਿੰਦਾ ਜੇ ਮੈਨੂੰ ਪਰਾਏ ਬਾਰੇ ਰੱਖਣਾ ਤੈਨੂੰ ਕਿਹਨੇ ਕਿਹਾ ਸੀ ਬਈ ਇਹ ਅਰਦਾਸ ਕਰੀ ਸਾਡੀ। ਇਹ ਸ਼ਬਦ ਉੱਥੇ ਪੜ੍ਹਨ ਵਾਲਾ ਹੈ ਜਿੱਥੇ ਤੁਸੀਂ ਲਾਉਨੇ ਹੋ। ਇਹ ਛਿੱਤਰ ਖਾਣਗੇ ਹੁਣ ਲੋਕਾਂ ਤੇ, ਆਪਣੀ ਮਰਜ਼ੀ ਦੇ ਸ਼ਬਦ ਪੜ੍ਹੀ ਜਾਂਦੇ ਨੇ। ਤੁਹਾਨੂੰ ਕੀ ਪਤਾ ਗੁਰਬਾਣੀ ਕੀ ਕਹਿੰਦੀ ਹੈ? ਜਿੱਦਣ ਲੋਕਾਂ ਨੂੰ ਸਮਝ ਆ ਗਈ ਇਹਨਾਂ ਦੇ ਛਿੱਤਰ ਮਾਰਨਗੇ। ਅੱਬਲ ਤਾਂ ਆਪੇ ਹਟ ਜਾਣਗੇ ਸ਼ਬਦ ਪੜ੍ਹਨ ਤੇ, ਪੁੱਛਿਆ ਕਰਨਗੇ ਕਿਹੜਾ ਪੜ੍ਹੀਏ ਕਿੱਥੇ। ਜ਼ਿਆਦਾ ਡਾਕਟਰ ਬਣੇ ਹੋਏ ਨੇ ਆਪੇ। ਤੁਹਾਨੂੰ ਊੜਾ ਆੜਾ ਆਉਂਦਾ ਨਹੀਂ, ਬਾਜਾ ਤੁਸੀਂ ਟੂਟੂ ਸਿੱਖ ਲਈ, ਪਤਾ ਹੀ ਨਹੀਂ ਕੀ ਹੈ ਗੁਰਬਾਣੀ ਕਹਿੰਦੀ। ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ, ਫਿਰਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਅਗਿਆਰ। ਫਿਰ ਕਹਿੰਦਾ ਕੰਧ ਕੁਹਾੜਾ ਸਿਰ ਘੜਾ, ਸਿਰ ਘੜਾ ਬਣ ਕੇ ਸਰ ਲੋਹਾਰ। ਲੋਹਾਰ ਅੱਗੇ ਕੀ ਕਰਦੇ ਹੁੰਦੇ ਸੀ? ਆਮ ਬਾਹਰ ਜੰਗਲ ਹੁੰਦਾ ਸੀ, ਕੋਈ ਲੱਕੜੀ ਕਦੋਂ ਵੱਢ ਲਿਆ ਉਹ ਸੁੱਕੀ। ਜਾਲਣ ਵਾਸਤੇ ਲੋਕ ਲੱਕੜਾਂ ਵੱਢਦੇ ਹੀ ਸੀ। ਮਜ਼ਦੂਰ ਆਦਮੀ, ਗਰੀਬ ਆਦਮੀ ਲੱਕੜਾਂ ਪਰ ਵੱਢ ਕੇ ਨਾ ਵੇਚ ਦਿੰਦੇ ਸੀ ਲਿਆ ਕੇ। ਅਮੀਰ ਆਦਮੀ ਨੂੰ ਘਰ ਬਾਲਣ ਵੇਚ ਦੇਣਾ, ਉਹਨਾਂ ਨੇ ਮਾੜਾ ਮੋਟਾ ਜੋ ਵੀ ਪੈਸੇ ਹੋਣੇ ਰੋਟੀ ਪਾਣੀ ਖਾ ਲੈਣਾ ਉਹਦਾ ਲਿਆ ਕੇ। ਇਹ ਵੀ ਚੱਲਦਾ ਸੀ। ਕਹਿੰਦੇ ਹੁਣ ਲੋਹਾਰ ਨੂੰ ਵੀ ਚਾਹੀਦੀ ਹੁੰਦੀ ਹੈ ਲੱਕੜ। ਉਹਨਾਂ ਨੇ ਲੋਹਾਰ ਨੂੰ ਜਾਂ ਲੱਕੜ ਚਾਹੀਦੀ ਹੈ ਕੋਲੇ ਕਾਲੇ ਬਣਾਉਣ, ਉਹਦੇ ਵਾਸਤੇ ਲੋਹਾ ਜਿਹੜਾ ਹੈਗਾ ਲੋਹਾ ਗਰਮ ਕਰਨ ਵਾਸਤੇ, ਲੋਹੇ ਦਾ ਕੁਝ ਬਣਾਉਣ ਵਾਸਤੇ ਲੱਕੜ ਤਾਂ ਚਾਹੀਦੀ ਹੈ ਲੋਹਾਰ ਨੂੰ। ਮੋਟੀ ਲੱਕੜ ਚਾਹੀਦੀ ਹੁੰਦੀ ਹੈ। ਕਹਿੰਦੇ ਉਹ ਕੁਹਾੜਾ ਲੈ ਕੇ ਕੰਨੇ ਤੇ ਰੱਖ ਕੇ ਨਾਲ ਪਾਣੀ ਦਾ ਘੜਾ ਵੀ, ਹੁਣ ਕਾਫੀ ਟਾਈਮ ਲੱਗ ਜਾਂਦਾ ਵੱਢਣ ਨੂੰ। ਬਾਹਰ ਕਿਹੜਾ ਉੱਥੇ ਨਲਕੇ ਲੱਗੇ ਹੁੰਦੇ ਜਾਂ ਟਿਊਬਵੈਲ ਹੁੰਦੇ ਸੀ? ਪਾਣੀ ਦਾ ਨਾਲ ਲੈ ਕੇ ਜਾਣਾ। ਅਸੀਂ ਗੁੱਟਦੇ ਰਹੇ ਜਾਂ ਪਾਣੀ ਨਾਲ ਜਾਂਦੇ ਰਹੇ ਆਪਣਾ ਆਪਣਾ ਖੇਤਾਂ 'ਚ। ਕੌਣ ਜਾਵੇ ਖੂਹ ਤੇ ਐਡੀ ਦੂਰ? ਕਈ ਜਗ੍ਹਾ ਮਾਰੂ ਜ਼ਮੀਨ ਆ, ਖੂਹ ਹੁੰਦੇ ਹੀ ਨਹੀਂ ਸੀ। ਇਸ ਕਰਕੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ। ਅੱਜ ਤਾਂ ਥੋੜ੍ਹੀਆਂ ਟੂਟੀਆਂ ਲੱਗੀਆਂ ਹੋਈਆਂ ਨੇ, ਉਸ ਵੇਲੇ ਦੀ ਗੱਲ ਹੈ। ਕੰਧ ਕਹਾੜਾ ਸਿਰ ਘੜਾ, ਸਿਰ ਦੇ ਉੱਤੇ ਪਾਣੀ ਦਾ ਘੜਾ ਰੱਖਿਆ ਹੋਇਆ, ਕੰਧੇ ਦੇ ਉੱਤੇ ਕੁਹਾੜਾ ਰੱਖਿਆ ਹੋਇਆ। ਬਣ ਕੇ ਸਰ ਲੋਹਾਰ, ਜੰਗਲ ਨੂੰ ਦੇ ਸਿਰ ਤੇ ਚੱਲਿਆ ਵੀ ਕੋਈ ਸੁੱਕੀ ਜਿਹੀ ਲੱਕੜ ਦੇਖ ਕੇ ਮੈਂ ਵੱਢ ਕੇ ਲਿਆਵਾਂ ਆਪਣੇ ਮਤਲਬ ਦੀ। ਹਾਂ, ਫਿਰਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਅਗਿਆਰ। ਇਹ ਗੱਲ ਅਸਲ 'ਚ ਕਰ ਰਿਹਾ ਹੈ। ਜੰਗਲ ਦੇਖੋ, ਜੰਗਲ ਦੇ ਵਿੱਚ ਦਰਖਤ ਹੁੰਦੇ ਨੇ। ਇਹਦਾ ਮਤਲਬ ਦਰਖਤ ਵੀ ਸਾਡੇ ਆਦਮੀਆਂ ਵਰਗੇ ਹੀ ਨੇ। ਜਿਵੇਂ ਦਰਖਤਾਂ ਨੂੰ ਤਾਂ ਉਹ ਦੀਂਦਾ ਹੈ ਲੋਹਾਰ, ਕੁਹਾੜਾ ਲਈ ਜਾਂਦਾ। ਦਰਖਤਾਂ ਨੂੰ ਤਾਂ ਪੈ ਗਿਆ ਫਿਕਰ ਵੀ ਖਾਲੀ ਕਿਹਨੂੰ ਵੱਢਣਾ ਨੇ। ਪਰ ਜਿਹੜਾ ਯਮ ਕਾਲ ਹੈ ਸਾਨੂੰ ਦੀਂਦਾ ਨਹੀਂ ਹੁਕਮ ਕਿਹਨੂੰ ਵੱਢਣਾ ਨੇ। ਜਿਵੇਂ ਬਣਦੇ ਸਿਰ ਤੇ ਲੋਹਾਰ ਫਿਰਦਾ, ਬਣ ਕੰਬ ਜਾਂਦਾ ਵੀ ਕਿਹਦਾ ਨੰਬਰ ਆ ਗਿਆ, ਐਵੇਂ ਹੀ ਕਹਿੰਦੇ ਫਿਰਦਾ ਕਾਲ ਵੀ ਦੇਖਦਾ ਵੀ ਕਿਹੜਾ ਮੇਰੇ ਮਤਲਬ ਦਾ ਕਿਹਨੂੰ ਵੱਢਾਂ। ਇਸ ਕਰਕੇ ਬੂੜੇ ਬਾਲੇ ਤਲਣੇ ਭਈਆ ਸਭ ਹੂੰ ਜਾਵਾਂ ਲੈ ਜਾਈਏ। ਕਦੇ ਕੋਈ ਪਤਲੀ ਜੀ ਲੱਕੜ ਵੀ ਵੱਢ ਲੈਂਦਾ। ਹੁਣ ਬਾਹਾਂ ਪਾਉਣਾ ਹੋਵੇ ਲੋਹਾਰ ਨੇ ਕੁਹਾੜੇ ਦਾ ਤਾਂ ਮੋਟੀ ਥੋੜੀ ਵੱਢੂਗਾ ਲੱਕੜ। ਉਹਨੂੰ ਕਿਹੋ ਜਿਹੀ ਚਾਹੀਦੀ ਹੈ, ਕਿਹੜੀ ਚੀਜ਼ ਚਾਹੀਦੀ ਉਹਨੇ ਉਹੀ ਜਿਹੀ ਵੱਢਣੀ। ਪਰਮੇਸ਼ਰ ਨੂੰ ਕੌਣ ਚਾਹੀਦਾ, ਕਿਹੋ ਜਿਹਾ ਚਾਹੀਦਾ, ਉਹਨੇ ਉਹਨੂੰ ਮਾਰਨਾ। ਜਿਵੇਂ ਲੋਹਾਰ ਫਿਰਦਾ ਐਵੇਂ ਹੀ ਉਹ ਹੁਕਮ ਹੈ ਸਾਡੇ ਤੇ। ਜਾਂ ਜੰਮ ਫਿਰਦਾ, ਕਾਲ ਫਿਰਦਾ, ਜਪ ਕੇ ਬਣ ਕੇ ਸਰ ਲੋਹਾਰ, ਬਣ ਕੇ ਸਰ ਲੋਹਾਰ। ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੋਹਾਰ, ਫਿਰਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਅਗਿਆਰ।
ਪਰ ਜਿਹੜਾ ਫਰੀਦ ਹੈ ਕਹਿੰਦਾ ਦੁਨੀਆ ਨੂੰ ਡਰ ਹੋਊਗਾ ਜੇ ਇਦਾਂ ਆ ਵੀ ਜਾਵੇ ਸਾਰਿਆਂ ਦੇ ਵਿੱਚ, ਜਿਵੇਂ ਲੋਹਾਰ ਘੜਾ ਲੈ ਕੇ ਕੁਹਾੜਾ ਲੈ ਕੇ ਫਿਰਦਾ, ਦਰਖਤ ਦੇਖਦੇ ਨੇ, ਜੇ ਬੰਦਿਆਂ 'ਚ ਵੀ ਆ ਜਾਵੇ ਕਾਲ ਇਦਾਂ ਹੀ ਆ ਜਾਵੇ ਤਾਂ ਮੈਂ ਤਾਂ ਇਹ ਕਹੂੰਗਾ, ਭਗਤ ਤਾਂ ਇਹ ਕਹੂਗਾ ਵੀ ਤੈਨੂੰ ਤਾਂ ਚਾਹੀਦੇ ਨੇ ਅੰਗਿਆਰ, ਅੱਗ ਸਰੀਰ ਚੋਂ ਅੱਗ ਹੋਊ, ਚੰਗਾ ਸਮਾਂ ਛੇਤੀ ਵੱਢ, ਮੈਂ ਆਪਣਾ ਜਾਵਾਂ ਹੁਣ ਲੋੜੀ ਸੋ ਆਪਣਾ 100 ਨਾਲ। ਆਤਮਾ ਤਾਂ ਛੁੱਟੂ ਜੇ ਸਰੀਰ ਕੱਟੇਗਾ ਤੂੰ, ਹਾਂ ਜੇ ਹੁਕਮ ਹੋਊਗਾ ਤਾਂ ਹੀ ਛੁੱਟੂਗਾ ਆਤਮਾ, ਜਮਣ ਮਰਨਾ ਹੁਕਮ। ਜੇ ਇਹਦੇ ਨਾਲ ਛੱਡੇਗਾ ਤਾਂ ਮੈਂ ਆਪਣੇ ਮੂਲ 'ਚ ਮਿਲੂ ਜਾ ਕੇ। ਹਾਂ ਲੋੜੀ 100 ਆਪਣਾ, ਤੂੰ ਆਪਣਾ ਸਰੀਰ ਲੈ ਜੀ, ਮੈਂ ਆਪਣਾ 100 ਲੈ ਜੀ, ਤੇਰਾ ਵੀ ਕੰਮ ਬਣ ਜੂ, ਮੇਰਾ ਵੀ ਬਣ ਜੂ। ਹੁਣ ਉਹ ਮੌਤ ਨੂੰ ਦੋਹਾਂ ਦਾ ਅਰਥ, ਮਤਲਬ ਦੋਹਾਂ ਦਾ ਹੀ ਮਤਲਬ ਹੱਲ ਹੋਇਆ ਮੌਤ ਨਾਲ। ਭਗਤ ਦਾ ਵੀ ਹੱਲ ਹੋਇਆ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਤਾਂ ਮੇਰੇ ਮਨ ਆਨੰਦ ਹੈ। ਉਹਨੂੰ ਤਾਂ ਯਾਰ ਚਾਹੀਦਾ ਨੇ, ਸਰੀਰ ਚਾਹੀਦਾ, ਲੈ ਜਾ ਭਾਈ, ਮੈਨੂੰ 100 ਚਾਹੀਦਾ, ਮੈਨੂੰ ਉਹ ਮਿਲ ਗਿਆ। ਜਿਹਨੂੰ ਸਰੀਰ ਚਾਹੀਦਾ ਉਹ ਡਰਦਾ ਮਰਨ ਤੇ, ਜਿਹਨੂੰ ਅਗਿਆਰ ਚਾਹੀਦੇ ਨੇ ਉਹ ਡਰਦਾ ਮਰਨ ਤੇ। ਅਗਿਆਰ ਤਾਂ ਤੇਰੇ ਮਤਲਬ ਦੇ ਹੈ ਹੀ ਨਹੀਂ। ਜਿਹਨੂੰ ਮਾਇਆ ਚਾਹੀਦੀ ਹੈ ਉਹ ਡਰਦਾ ਮਰਨ ਤੇ। ਜਿਹਨੂੰ ਗ੍ਰਹਿ ਦਾ ਵਿਜੋਗ ਦਾ ਪਤਾ ਹੀ ਨਹੀਂ, 100 ਦਾ ਪਤਾ ਹੀ ਨਹੀਂ, ਉਹਨੂੰ ਡਰ ਹੈ ਮਰਨ ਦਾ। ਇਹ ਬਰੀਕੀ ਦੀ ਗੱਲ ਇਹ ਕਹਿ ਰਿਹਾ। ਉਹਨਾਂ ਚਿਰ ਡਰ ਹੈ ਜਿੰਨਾ ਚਿਰ 100 ਦਾ ਪਤਾ ਹੀ ਹੈ ਨਹੀਂ, ਜਿੰਨਾ ਚਿਰ ਮੌਤ ਦਾ ਗਿਆਨ ਹੈ ਨਹੀਂ। ਮੌਤ ਹੁੰਦੀ ਕੀ ਹੈ ਇਹੀ ਲੋਕਾਂ ਨੂੰ ਪਤਾ ਨਹੀਂ। ਮੇਰੇ ਮਰਨਾ ਹੀ ਤੇ ਪਾਈਏ ਪੂਰਨ ਪਰਮਾਨੰਦ 100, ਪੂਰਨ ਪਰਮਾਨੰਦ ਕੇ 100 ਮਰਨ ਤੋਂ ਬਿਨਾਂ ਪਾਇਆ ਹੀ ਨਹੀਂ ਜਾ ਸਕਦਾ। ਜੇ ਪ੍ਰਾਪਤੀ ਦੀ ਲੋੜ ਹੈ ਤਾਂ ਮਰਨਾ ਪਊਗਾ ਹੀ। ਇਹ ਨਹੀਂ ਹੋ ਸਕਦਾ ਮਰ ਜਾਵੇ ਕੋਈ, ਸੁਰਗ ਨੂੰ ਤੂੰ ਚਲਾ ਜਾਵੇ। ਜੇ ਸੁਰਗ ਜਾਣਾ ਚਾਹਣਾ ਤਾਂ ਸਰੀਰ ਛੱਡਣਾ ਪਊਗਾ ਹੀ। ਸੁਰਗ ਤੂੰ ਚਲਾ ਜਾਵੇਂ ਤੇ ਮਰ ਜੇ ਕੋਈ ਹੋਰ। ਤਾਂ ਹੀ ਕਹਿੰਦੇ ਸੀ ਸਣੇ ਸਰੀਰ ਸੁਰਗ ਨੂੰ ਲੈ ਜਾਣਾ ਚਾਹੀਦਾ। ਕਿਉਂ ਮਰਨਾ ਵੀ ਨਹੀਂ ਚਾਹੁੰਦੇ, ਸੁਰਗ ਵੀ ਜਾਣਾ ਚਾਹੁੰਦੇ ਨੇ, ਬੜੇ ਅਕਲ ਵਾਲੇ। ਸਣੇ ਸਰੀਰ ਉੱਥੇ ਤਾਂ ਪਾਣੀ ਹੈ ਨਹੀਂ, ਰੋਟੀ ਹੈ ਨਹੀਂ, ਉੱਥੇ ਕੀ ਕਰੂਗਾ ਸਰੀਰ? ਰਾਸ਼ਨ ਵੀ ਇੱਥੋਂ ਲਿਜਾਣਾ ਪਊ, ਨਹਿਰਾਂ ਵੀ ਜਾਣੀਆਂ ਪੈਣਗੀਆਂ, ਫਿਰ ਇੱਥੇ ਕਿਉਂ ਨਾ ਰਹੇ? ਆ ਵੀ ਤਾਂ ਵਿੱਚ ਹੀ ਆ ਉਹਦੇ। ਆਹੀ ਹੈ ਫਿਰ ਤੁਹਾਡੇ ਖਾਤਰ, ਜਿਹਨੂੰ ਸਰੀਰ ਚਾਹੀਦਾ ਉਹਦੇ ਖਾਤਰ ਆਹੀ ਹੈ। ਉਹਨਾਂ ਵਾਸਤੇ ਬਣਾਇਆ ਜਿਹਨਾਂ ਨੂੰ ਸਰੀਰ ਦੀ ਭੁੱਖ ਹੈ, ਲੋੜ ਹੈ। ਜਿੰਨਾ ਚਿਰ ਸਰੀਰ ਦੀ ਭੁੱਖ ਲੋੜ ਹੈ, ਸਾਰੀ ਜ਼ਿੰਦਗੀ ਦੀ ਲੋੜ ਹੈ, ਆਹੀ ਮੁਲਕ ਹੈਗਾ। ਇਹਦੇ ਵਾਸਤੇ ਬਣਾਇਆ ਹੋਇਆ, ਉਹਨਾਂ ਵਾਸਤੇ ਹੀ ਬਣਾਇਆ ਹੋਇਆ। ਹਾਂਜੀ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸੰਜਾਪ ਪਸੰਦ, ਚੋਟਾਂ ਖਾਸੀ ਕੌਣ। ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਇੱਕ ਨਾ ਤਾਂ ਅੱਗੇ ਤੇ ਅੱਗੇ ਹੋਰ ਆਟਾ ਮਿਲ ਜਾਂਦਾ, ਖੁਰਾਕ ਗਿਆਨ ਹੋਰ ਮਿਲ ਜਾਂਦਾ, ਹੋਰ ਬਰੀਕ ਗੱਲ ਆਈ ਜਾਂਦੀ ਹੈ। ਉਹਦਾ ਆਟਾ ਕੀਚੜ ਗਿਰ ਪਰੇ ਆ, ਜਿਹੜਾ ਕਹਿੰਦਾ ਆਟਾ ਹੋਰ ਮਿਲ ਜਾਂਦਾ, ਜੇ ਗਿਰ ਗਿਆ ਨਾ ਚੱਕੜ 'ਚ ਹੋਰ ਮਿਲ ਜਾਂਦਾ ਅਗਲਾ ਆਟਾ। ਆਹੋ, ਜੇ ਰੋਜ਼ ਪੀਣਾ ਤਾਂ ਅਗਲਾ ਮਿਲ ਜਾਣਾ। ਜਿਹਨੇ ਰੋਜ਼ ਪੀ ਕੇ ਖਾਣਾ ਉਹਨੇ ਕੱਲ ਵਾਲੇ ਤੇ ਕੀ ਲੈਣਾ? ਇੱਕ ਨਾ ਨਾਹੀ ਲੋਣ, ਇੱਕ ਨੂੰ ਰੋਜ਼ ਨਾ ਮੈਂ ਐਸਾ ਹੈ ਮੇਰਾ ਨੀਤ ਨਵਾਂ। ਉਹ ਤਾਂ ਰੋਜ਼ ਪੀਂਦੇ ਨੇ, ਰੋਜ਼ ਖਾਂਦੇ ਨੇ। ਇੱਕ ਨੂੰ ਨਾ ਹੀ ਲੋਣ, ਇੱਕ ਨੂੰ ਵਿਚਾਰਾ ਲੂਣ ਵੀ ਨਹੀਂ ਮਿਲਦਾ। ਲੂਣ ਗੱਲਾਂ ਕੀ ਕਰੂ ਆਟੇ ਦੇ ਬਿਨਾਂ? ਸੰਸਾਰੀ ਗਿਆਨ। ਆਹੋ, ਆਟੇ ਦੇ ਬਿਨਾਂ ਲੂਣ ਕੀ ਕਰੂਗਾ? ਉਹਨਾਂ ਕੋਲ ਲੂਣ ਵੀ ਹੈ ਨਹੀਂ। ਲੂਣ ਵੀ ਕਿਸੇ ਕੰਮ ਆ ਜਾਂਦਾ, ਪਾਣੀ 'ਚ ਪਾ ਕੇ ਪੀ ਲੈਂਦਾ ਕੋਈ, ਆਟਾ ਨਾ ਸਹੀ। ਪਸ਼ੂਆਂ ਨੂੰ ਲੂਣ ਰੱਖਦੇ, ਲੂਣ ਚੱਟੇ ਲੈਂਦੇ ਨੇ ਪਸ਼ੂ। ਪਸ਼ੂਆਂ ਨੂੰ ਲੂਣ ਰੱਖ ਦਿੰਦੇ ਕਿ ਡਲੇ ਰੱਖ ਦਿੰਦੇ, ਤੇ ਪਸ਼ੂ ਨੂੰ ਪਾਣੀ 'ਚ ਪਾ ਕੇ ਵੀ ਪਿਲਾਉਂਦੇ ਨੇ। ਲੂਣ ਵੀ ਹਾਜ਼ਮਾ ਹੀ ਕਰਦਾ ਕੁਛ ਨਾ ਕੁਛ।
ਉਹਨਾਂ ਕੋਲ ਤਾਂ ਆ ਦੂਆ ਗਿਆਨ ਬਣੀ। ਲੋਣ ਐਸਾ ਗਿਆਨ ਹੁੰਦਾ, ਹੁੰਦੀ ਤਾਂ ਸਾਖੀ ਹੈ, ਪਰ ਗੁਰਮਤਿ ਮੇਲ ਖਾ ਜਾਂਦੀ। ਜਿਹੜਾ ਆਟੇ ਨਾਲ ਓਨਾ ਹੀ ਲੋਣ ਚੰਗਾ, ਜਿਹੜਾ ਆਟੇ ਨਾਲ ਮੇਲ ਕਰਕੇ ਆਟਾ ਸਵਾਦਦਾਰ ਆਟੇ ਨੂੰ ਹਜਮ ਕਰ ਦੇ, ਉਹ ਲੋਣ। ਇੱਕ ਤਾਂ ਰੋਟੀ ਸਵਾਦ ਨਾਲ ਖਾਧੀ ਜਾਵੇ, ਲੋਣ ਇਹੋ ਜਿਹਾ ਲੋਣ ਚੰਗਾ ਜਿਹੜਾ ਕਿਸੇ ਵੀ ਚੀਜ਼ ਦੇ ਸਹਾਰੇ ਨਾਲ ਗੁਰਬਾਣੀ ਨੂੰ ਮੰਨ ਲਵੇ, ਖਾ ਲਵੇ, ਉਹ ਲੋਣ ਵੀ ਚੰਗਾ। ਉਹ ਸਾਖੀ ਵੀ ਠੀਕ ਹੈ, ਉਹ ਸਾਖੀ ਵੀ ਠੀਕ ਹੈ, ਜਿਹੜੀ ਬਾਣੀ ਹਜਮ ਕਰਾ ਦੇਵੇ, ਜਿਹੜੀ ਗੁਰਬਾਣੀ ਨਾਲ ਜੋੜ ਕੇ ਹਜਮ ਕਰਾ ਦੇਵੇ, ਮਨਾ ਦੇਵੇ, ਉਹ ਸਾਖੀ ਠੀਕ ਹੈ। ਚਾਹੇ ਲੋਣ ਹੈ, ਉਹ ਸਾਖੀਆਂ ਹੈ। ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੂਣੇ, ਉਹੀ ਸਾਖੀਆਂ ਨੇ ਇਹਦੇ ਵਿੱਚ। ਸੀਤਾ ਲਛਮਣ ਵਿਛੜ ਗਿਆ, ਉਹੀ ਸਾਖੀਆਂ ਨੇ ਇਹਦੇ ਵਿੱਚ। ਗੁਰਸਾਖੀ ਜੋਤ ਪ੍ਰਗਟ ਹੋਏ, ਜਿਹੜੀ ਜੋਤ ਪ੍ਰਗਟ ਕਰਦੀ ਹੈ ਸਾਖੀ, ਉਹ ਠੀਕ ਹੈ। ਉਹ ਸਾਖੀ ਹੁੰਦੀ ਹੈ ਸਹਾਇਤਾ ਕਰਨ ਵਾਲੀ ਚੀਜ਼, ਜੋ ਸਹਾਇਤਾ ਕਰ ਰਹੀ ਹੈ ਇਹਨੂੰ ਸਮਝਣ ਦੇ ਵਿੱਚ, ਉਹ ਸਾਖੀ ਹੁੰਦੀ। ਜਿਹਦੇ ਟੇਸਟ ਨਾਲ ਰੋਟੀ ਖਾ ਲਈਏ, ਖਾਣੀ ਦਾ ਰੋਟੀ ਹੈ ਨਾ, ਟੇਸਟ ਨਾਲ ਖਾ ਲਈਏ, ਉਹ ਚੀਜ਼ ਮਾੜੀ ਨਹੀਂ ਹੈ, ਉਹ ਲੋਣ ਵੀ ਠੀਕ ਹੈ। ਇੱਕ ਨਾ ਕੋਲੋਂ ਲੋਣ ਵਾਲੀ ਸਾਖੀ ਵੀ ਨਹੀਂ ਹੈ ਜਿਹਦੇ ਨਾਲ ਗੁਰਬਾਣੀ ਵੀ ਚੰਗੀ ਲੱਗਣ ਲੱਗ ਜਾਵੇ, ਜਿਹਦੇ ਨਾਲ ਸੱਚ ਚੰਗਾ ਲੱਗੇ, ਇਹੋ ਜਿਹੀ ਸਾਖੀ ਵੀ ਨਹੀਂ ਕੋਈ ਹੈ। ਲੋੜ ਵੀ ਇਕੱਲੀ ਸਾਖੀ ਵੀ ਹੋਵੇ, ਗੁਰਬਾਣੀ ਨਾ ਯਾਦ ਹੋਵੇ, ਪਰ ਕੁਝ ਗੁਰਬਾਣੀ ਵੱਲ ਨੂੰ ਲੈ ਕੇ ਤਾਂ ਜਾਵੇ ਨਾ, ਇਹ ਸੱਚ ਵੱਲ ਨੂੰ ਤਾਂ ਲੈ ਕੇ ਜਾਵੇ। ਇੱਕ ਨਾ ਹੀ ਲੋੜ, ਉਹ ਲੋੜ ਹੈ ਕੋਈ ਸਾਖੀਆਂ ਜਿਹੜੀਆਂ ਅੱਗੇ ਗਏ ਸੰਜਾਪਸਮ ਚੋਟਾਂ ਖਾਸੀ ਕੌਣ, ਜਿਹੜੀ ਕਬੀਰ ਦੀ ਪਹਿਲੀਆਂ ਨੇ ਨਾ, ਉਹ ਬੀਚ ਕਾਲੀ, ਉਹ ਲੋੜ ਨਹੀਂ ਹੈ। ਲੋਣ ਵਾਲਾ ਉਹ ਚ ਹੈ ਕੁਝ ਤੋੜਦੀ ਹੈ, ਪਿਛਲੇ ਨਾਲੋਂ ਕੁਝ ਅਲੱਗ ਟੇਸਟ ਹੈ ਉਹਦਾ, ਪਿੱਛੇ ਸਾਨੂੰ ਮਿਲਿਆ ਹੈ। ਬਿਖ ਤੋਂ ਅਲੱਗ ਟੇਸਟ ਹੈ ਲੋਣ ਦਾ। ਹਾਂਜੀ, ਫਰੀਦਾ ਇੱਕ ਨਾ ਆਟਾ ਅਗਲਾ, ਇੱਕ ਨਾ ਨਾਹੀ ਲੋਣ, ਅੱਗੇ ਗਏ ਸੰਜਾਪਸਮ ਚੋਟਾਂ ਖਾਸੀ ਕੌਣ। ਅੱਗੇ ਗਿਆ ਤੇ ਪਤਾ ਲੱਗੂ, ਪਤਾ ਸਮਝਾਊ ਅੱਗੇ ਗਿਆ ਤੇ ਚੋਟਾਂ ਜਦ ਪੈਣਗੀਆਂ ਸੰਜਾਪਸਮ। ਹਾਂ, ਸਿਆਣੇ ਜਾਣਗੇ ਦੋਏ, ਦੋਹਾਂ ਦਾ ਫਰਕ ਦਾ ਪਤਾ ਲੱਗੂ। ਚੋਟਾਂ ਖਾਸੀ ਕੌਣ, ਦੋਹਾਂ 'ਚ ਚੋਟ ਕਿਹਦੇ ਪੈਂਦੀ ਹੈ। ਲੋਣ ਵਾਲੇ ਜਿਹੜੇ ਨੇ, ਲੋਣ ਵਾਲੇ ਕੱਲੇ ਲੋਣ ਵਾਲਿਆਂ ਤੇ ਚੋਟ ਪੈਣੀ, ਕੱਲੇ ਲੋਣ ਵਾਲਿਆਂ ਦੀ ਗੱਲ ਬਣੀ। ਚੋਟਾ ਖਾਸੀ ਕੌਣ, ਚੋਟ ਪਈ ਹੋਈ ਆ ਕਬੀਰ ਦੇ, ਤਾਂ ਹੀ ਛੱਡ ਕੇ ਇੱਧਰ ਆਇਆ। ਉੱਥੇ ਗੁਰੂ ਗੋਬਿੰਦ ਇੱਕ ਦੋ ਬੰਦਾ, ਚੋਟ ਪਈ ਤੇ ਇੱਕ ਮੰਨਿਆ, ਦੋ ਬਣਾ ਹੀ ਬੈਠਾ ਨਾ। ਗੁਰੂ ਗੋਬਿੰਦ ਦੋ ਖੜੇ, ਇੱਕ ਬਣਾਉਣਾ ਪਿਆ। ਮਾਲਾ ਫੇਰਦਾ ਹੀ ਆ ਨਾ, ਮਾਲਾ ਛੱਡਣੀ ਪਈ। ਗੰਗਾ ਜਾਂਦਾ, ਇਸ਼ਨਾਨ ਕਰਦਾ, ਲਿਆਉਂਦਾ, ਲਿਪ ਕੇ ਬਹਿੰਦਾ, ਛੱਡਣਾ ਪਿਆ। ਉਹ ਜਿਹੜਾ ਛੱਡਣਾ ਪਿਆ ਸਭ ਕੁਝ ਚੋਟਾਂ ਨੇ ਛੱਡਿਆ। ਪਾਸ ਦਬਾਮੇ ਛੱਤ ਸਿਰ, ਭੇਰੀ ਛੱਡੋ ਰੱਡ, ਜਾਏ ਸੁੱਤੇ ਜਿਰਾਨ में ਥੀਏ ਅਦੀਮਾ ਗੱਡ। ਪਾਸ ਦਮਾਮੇ, ਜਦ ਦਮਾਮਾ ਵੱਜਿਆ ਨਾ, ਗਗਨ ਦਮਾਮਾ, ਛੱਤ ਜਦ ਕੋਲੋਂ ਦਮਾਮਾ ਵੱਜਿਆ, ਪ੍ਰਗਟ ਹੋਇਆ ਸ਼ਬਦ ਗੁਰੂ। ਅਛਰ ਤੇ ਆਇਆ ਛਤਰ ਹੱਥ, ਹੁਕਮ ਹੱਥ, ਛੱਤ ਸਿਰ ਉੱਤੇ ਆ ਗਿਆ, ਹੁਕਮ ਪ੍ਰਗਟ ਹੋ ਗਿਆ। ਭੇਰੀ ਛੱਡੋ ਰੱਡ ਹੋ ਗਈ। ਉਹਦੀ ਮਨ ਬੋਲਦਾ ਸੀ ਨਾ, ਉਹ ਛੱਡੋ, ਉਹਦੀ ਬੋਲਤੀ ਬੰਦ ਕਰਤੀ। ਆਹੋ, ਛੱਡੋ ਰੱਡ ਹੈ, ਉਹ ਵਿਰੋਧੀ ਜਿਹੜੀ ਸੁਰਤੀ ਬੰਦ ਕਰਤੀ। ਉਹ ਜਿਹੜੀ ਵਿਰੋਧੀ ਸੁਰਤੀ ਤਾਂ ਬੰਦ ਹੋਈ ਹੈ, ਜਿੰਨਾ ਚਿਰ ਅੰਦਰੋਂ ਗਿਆਨ ਨਹੀਂ ਪ੍ਰਗਟ ਹੁੰਦਾ, ਵਿਰੋਧੀ ਸੁਰ ਜਿਹੜੀ ਵਿਰੋਧਾਭਾਸ ਹੈ, ਖਤਮ ਨਹੀਂ ਹੁੰਦਾ। ਗੁਰਬਾਣੀ ਦਾ ਵਿਰੋਧਾਭਾਸ ਹੈ, ਜਿਹੜਾ ਸਾਨੂੰ ਕੁਝ ਵਿਰੋਧ ਚ ਭਾਸਦਾ ਹੈ। ਜਿਵੇਂ ਅਸੀਂ ਮੰਨਦੇ ਹਾਂ ਪੁੰਨ ਪਾਪ ਹੋਣਾ ਚਾਹੀਦਾ, ਮਨ ਦੀਆਂ ਇੱਛਾਵਾਂ ਨੇ, ਜਿਵੇਂ ਮਨ ਦੀਆਂ ਲੋੜਾਂ ਨੇ ਜਿਹੜੀਆਂ
ਬਿਲਕੁਲ ਇਹ ਮਨ ਦੀ ਬੋਲਤੀ ਬੰਦ ਨਹੀਂ ਹੁੰਦੀ ਜਿੰਨਾ ਚਿਰ ਅੰਦਰੋਂ ਪ੍ਰਗਟ ਗਿਆਨ ਨਹੀਂ ਹੁੰਦਾ। ਅੰਦਰ ਵਾਲਾ ਦਮਾਮਾ ਜਾਂ ਜ਼ੋਰ ਨਾ ਵੱਜਦਾ ਫੇਰ ਇਹਦੀ ਭੇਰੀ ਪੂਰੀ ਨਹੀਂ ਸੁਣਦੀ ਹੋਈ ਨਹੀਂ ਕਿਸੇ ਨੂੰ। ਉਹ ਵਿੱਚੇ ਹੀ ਗੁੰਮ ਹੋ ਜਾਂਦੀ ਹੈ, ਛੱਡੋ ਰੱਡ ਹੋ ਜਾਂਦੀ ਹੈ ਭੇਰੀ। ਦਮਾਮੇ ਦੀ ਆਵਾਜ਼ ਦੇ ਵਿੱਚ ਭੇਰੀ ਸੁਣਾਈ ਹੋਈ ਨਹੀਂ ਦਿੰਦੀ, ਵਿੱਚੇ ਹੀ ਛੱਡੋ ਰੱਡ ਹੋਊਗੀ, ਵਿੱਚੇ ਘੁਲ ਘਲ ਗਈ, ਉਹ ਸੁਣਾਈ ਹੋਈ ਨਹੀਂ ਦਿੰਦੀ, ਉਹਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਹਾਂ, ਭੇਰੀ ਛੱਡੋ ਰੱਡ ਜਾਏ ਸੁਤੇ ਜਰਾਨ ਮੈਂ ਥੀਏ ਅਤੀਮਾ ਗੱਡ। ਚਾਹੇ ਸੁੱਤੇ ਜਰਾਨ ਮੈਂ ਥੀਏ ਅਤੀਮਾ ਗੱਡ। ਜਿਹੜੀ ਭੇਰੀ ਹੈ, ਜੇ ਇਹ ਛੱਡੋ ਰੱਡ ਹੈ, ਜੇ ਤਾਂ ਭੇਰੀ ਵਿਰੋਧ ਕਰਦੀ ਹੈ ਹੁਕਮ ਦਾ, ਅਸਲ 'ਚ ਮੰਨਦੀ ਹੋਈ ਵਿਰੋਧ ਹੈ। ਹੁਣ ਗੁਰਬਾਣੀ ਹੈ, ਗੁਰਬਾਣੀ ਦਾ ਵਿਰੋਧ ਕੌਣ ਕਰਦਾ? ਮਨਮੁਖ ਵਿਰੋਧ ਕਰਦੇ ਨੇ, ਮਨਮੱਤਾ ਵਿਰੋਧ ਕਰਦੇ ਨੇ। ਮਨਮੁਖਾਂ ਦੇ ਕੋਲ ਬੰਦੀ ਆਵਾਜ਼ ਹੈ ਭੇਰੀ, ਜਿਵੇਂ ਉਹਦੀ ਬਾਂਸੁਰੀ ਨੂੰ ਕਹਿੰਦੇ ਨੇ, ਕ੍ਰਿਸ਼ਨ ਦੀ ਬਾਂਸੁਰੀ ਭੇਰੀ, ਉਹ ਵਿਰੋਧ ਕਰਦੀ ਹੈ, ਦਮਾਮੇ ਦਾ ਵਿਰੋਧ ਕਰਦੀ ਹੈ, ਛੱਡੋ ਰੱਡ ਹੈ। ਹਾਂ, ਜਾਏ ਸੁਤੇ ਜਰਾਨ ਮੈਂ ਥੀਏ ਅਤੀਮਾ ਗੱਡ। ਬਸ ਯਤੀਮ ਹੋ ਗਿਆ ਮਨ, ਤਾਂ ਮਨ ਨੂੰ ਕੋਈ ਨਹੀਂ ਪੁੱਛਦਾ, ਉਹ ਜਾ ਕੇ ਚੁੱਪ ਕਰਕੇ ਮਨ ਤਾਂ ਆਪਣਾ ਸੌਂ ਗਿਆ। ਜਰਾਨ में मन ਤਾਂ ਚੁੱਪ ਕਰ ਗਿਆ, ਮਨ ਤਾਂ ਮਰ ਗਿਆ। ਬਸ ਜਿਆਦਾ ਹਾਲਤ ਹੋ ਜਾਏ ਮਾਮਾ ਬਾਦਾਂ ਸਮਝੋ ਮਨ ਮਰ ਗਿਆ, ਯਤੀਮ ਹੋ ਗਿਆ बेचारा। वाली बार से कोई नहीं सुनता, ही कोई नहीं। यतीम है जिहदी कोई सुनता नहीं, जिहदी कोई नहीं सुनता, कोई नहीं जिन्होंने पुछदा संसार च, जिहदी गल कोई मनदा नहीं। वाली बार से नहीं जिहदा कोई, वो यतीम है। यतीमा वांगू गड्ढिया गया मन, ਜਿਹਨੂੰ ਛਡਾਉਣ ਵਾਲਾ ਹੀ ਕੋਈ ਨਹੀਂ। ਰੁਕ ਗਿਆ, ਰੁਕ ਆਪੇ ਹੀ ਰੁਕ ਗਿਆ। ਗੱਡਣਾ ਮਨ ਜਿਵੇਂ ਮਨ ਮੰਦਰ में मनसा ਥੰਮ, ਉਹ ਥੰਮੀ ਵਾਂਗੂ ਗੱਡਿਆ ਗਿਆ। ਜੀਰਾਣ ਚ ਜਿੱਥੇ ਜੀ ਹੈ, ਹਿਰਦੇ ਵਿੱਚ ਬਸ ਮਨ ਤੋਂ ਉੱਥੇ ਖੜਾ ਹੀ ਰਹਿ ਗਿਆ। ਯਤੀਮ ਵਾਂਗੂ ਖੜਾ, ਜਿਵੇਂ ਰਣ ਖੰਭਾ ਖੜਾ ਹੁੰਦਾ ਨਾ, ਰਣ ਦੇ ਵਿੱਚ ਜੰਗ ਚਾਰ ਛਪੇਰੇ ਹੁੰਦਾ, ਖੰਭਾ ਵਿਚਾਰਾ ਉੱਥੇ ਖੜਾ ਰਹਿੰਦਾ। ਇਹ ਤਾਂ ਖੰਭਾ ਹੀ ਖੜਾ ਹੁਣ, ਮਨ ਕੁਛ ਨਹੀਂ, ਇਹਦਾ ਰੋਲ ਨਹੀਂ ਰਿਹਾ। ਥੰਮਿਆ ਹੋਇਆ ਜ਼ਰੂਰ, ਰੁਕਿਆ ਹੋਇਆ ਜ਼ਰੂਰ। ਮਨ ਮੰਦਰ ਮੈਂ ਮਨ ਦੀ ਇੱਛਾ ਥੰਮ ਗਈ ਜਦ, ਫਿਰ ਕੱਢਿਆ। ਯਤੀਮ ਕਿਉਂਕਿ ਇਹਦੀ ਸੁਣਦਾ ਕੋਈ ਨਹੀਂ, ਜਿਹਦੀ ਸੁਣਦਾ ਹੀ ਕੋਈ ਨਹੀਂ, ਜਿਹਦੀ ਵੈਲਿਊ ਕੋਈ ਨਹੀਂ, ਯਤੀਮ ਹੈ ਉਹ। तेरा कुछ नहीं, तू किसी का नहीं, तेरा कोई नहीं। यतीम हम किसी के ना है, मेरा कोई नहीं, हम किसी के ना है। यतीम या मेरा कोई नहीं, मैं किसी का नहीं, तो यतीम है बेचारा। ਇਹਦੀ ਉਹ ਹਾਲਤ ਹੋ ਗਈ। ਪਹਿਲਾਂ ਸਭ ਕਹਦਾ ਮਾਲਕ ਸੀ, ਕਰਤਾ ਧਰਤਾ ਹੀ। ਇਹਨੂੰ ਇਹ ਕਹਿਤਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ, ਸਭ ਜਗ ਤੇਰਾ ਹੋਏ। ਉਹ ਕਹਿੰਦਾ, ਉਹ ਕਿਵੇਂ ਕਹਿੰਦਾ, ਰਣ ਖੰਭਾ ਤੇ ਉਹ ਜਿੱਤ ਦਾ ਪ੍ਰਤੀਕ, ਜਿੱਤ ਦਾ ਨਿਸ਼ਾਨ ਤੂੰ ਹੀ ਹੈ। ਕਿਹਦਾ ਝੰਡਾ ਖੜਾ? ਬਈ ਫਲਾਣੇ ਦਾ ਖੜਾ। ਜਿਹੜਾ ਜਿੱਤਿਆ ਝੰਡਾ ਉਸੇ ਦਾ ਹੋਣਾ। ਜਿਹੜਾ ਝੰਡਾ ਹੈ, अगर सरकार नहीं झंडा बड़ा, फिर सरकार का नाम नहीं, झंडा बड़ा। सरकारां बदलदियां ने, झंडा वही है। निशान साहब वही है साडे, रहूगा। बाकी दुनिया आती जाती बदलती रहूगी, निशान तो वही रहूगा। इस करके नानक झंडा है, कबीर झंडा है, शरीर झंडा ही है सिर्फ। ਨਾ ਉਹਦਾ ਸਰੀਰ ਦਾ ਹੀ ਚੱਲਦਾ। ਧਰਮ ਤੋਂ ਜ਼ਿਆਦਾ ਸਰੀਰ ਹੀ ਰਹਿ ਗਿਆ। ਫਿਰ ਬਾਣੀ ਕੋਈ ਕਬੀਰ ਦੀ ਹੈ, ਆ ਫਰੀਦ ਦੀ। ਫਰੀਦ ਕੌਣ ਸੀ? ਫਰੀਦ ਤਾਂ ਝੰਡਾ ਹੀ ਹੈ,
ਯਤੀਮ ਹੈ ਇਹ, ਯਤੀਮ ਗੱਡਿਆ ਗਿਆ ਜਿਹੜਾ ਯਤੀਮ ਹੈ। ਪਰ ਫਰੀਦ ਫਿਰ ਦੋ ਫਰੀਦ ਦਾ ਹੀ ਚੱਲਦਾ, ਝੰਡਾ ਤਾਂ ਫਰੀਦ ਦਾ ਹੀ ਗੱਡਿਆ ਹੋਇਆ। ਫਰੀਦ ਖੁਦੇ ਝੰਡਾ ਬਰਦਾਰ ਹੈ। ਛੱਡੇ ਫੁੱਗੇ ਜੁਗ ਜੁਗ ਹਾਂ ਇਹ ਝੰਡਾ ਹੈ।